खुदावन। ਤੁਹਾਡਾ वचन मेरे परमेश्वर ਅੱਜ ਇੱਕ ਇੱਕ ਜ਼ਿੰਦਗੀ ਨੂੰ ਬਦਲ ਦੇਵੇ ਮੇਰੇ ਪਰਮੇਸ਼ਵਰ। ਉਹ ਖੁਦਾਵੰ ਜੀ ਇੱਕ ਇੱਕ ਵਚਨ ਮੇਰੇ ਪਰਮੇਸ਼ਵਰ ਹੋਲੀ ਸਪਿਰਿਟ ਵੱਲੋਂ ਹੋਵੇ ਖੁਦਾਵੰ। ਉਹ ਮੇਰੇ ਪਰਮੇਸ਼ਵਰ ਤੁਸੀਂ ਮਸਾ ਕਰੋ ਮੇਰੇ ਪਰਮੇਸ਼ਵਰ। ਇਸ ਚਰਚ ਦੇ ਉੱਤੇ ਆਓ ਮੇਰੇ ਖੁਦਾਵੰ ਹੋਲੀ ਸਪਿਰਿਟ ਜੀ। ਉਹ ਖੁਦਾਵੰ ਜੀ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦਿਓ ਮੇਰੇ ਪਰਮੇਸ਼ਵਰ। ਹਾਲੇਲੂਇਆ। ਤੁਹਾਡਾ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦੇਵੇ ਮੇਰੇ ਪਰਮੇਸ਼ਵਰ। ਅਸੀਂ ਤੁਹਾਡੇ ਵਚਨ ਸੁਣ ਕੇ ਖੁਦਾਵੰ ਜੀ ਸੇਮ ਨਾ ਰਹੀਏ ਬਲਕਿ ਖੁਦਾਵੰ ਜੀ ਚੇਂਜ ਹੋ ਜਾਈਏ ਮੇਰੇ ਪਰਮੇਸ਼ਵਰ। ਉਹ ਖੁਦਾਵੰ ਜੀ ਤੁਹਾਡੀ ਗਲੋਰੀ ਦੇ ਵਿੱਚ ਵੱਧਦੇ ਜਾਈਏ ਮੇਰੇ ਪਰਮੇਸ਼ਵਰ। ਉਹ ਖੁਦਾਵੰ ਜੀ ਰੂਹਾਨੀਅਤ ਦੇ ਵਿੱਚ ਵੱਧਦੇ ਜਾਈਏ ਮੇਰੇ ਪਰਮੇਸ਼ਵਰ। ਰਾਈਚਸਨੈਸ ਦੇ ਵਿੱਚ ਵੱਧਦੇ ਜਾਈਏ ਮੇਰੇ ਪਰਮੇਸ਼ਵਰ। ਉਹ ਖੁਦਾਵੰ ਜੀ ਤੁਹਾਡੇ ਨੇੜੇ ਹੋ ਸਕੀਏ ਪਰਮੇਸ਼ਵਰ ਤਾਂ ਕਿ ਤੁਸੀਂ ਵੀ ਸਾਡੇ ਨੇੜੇ ਹੋ ਕੇ ਸਾਨੂੰ ਬਲੈਸ ਕਰ ਸਕੋ ਮੇਰੇ ਪਰਮੇਸ਼ਵਰ। ਮੰਗਦੇ ਹਾਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ, ਆਮੇਨ। ਹਾਲੇਲੂਇਆ। ਸਾਰੇ ਬੈਠ ਜਾਈਏ। मैं ਤੁਹਾਡੇ ਲਈ ਇੱਕ ਵਚਨ ਪੜੂੰਗਾ 2 Corinthians chapter 5 verse 14 to 17। ਦੂਜਾ ਕਰੰਥੀਓ ਉਹਦਾ 5 ਅਧਿਆਏ 14 ਤੋਂ ਲੈ ਕੇ 17 आयत तक। क्योंकि मसीह का प्रेम हमें विवश कर देता है, इसलिए कि हम यह समझते हैं कि जब एक सब के लिए मरा तो सब मर गए, और वह इस निमित्त सब के लिए मरा कि जो जीवित हो वह आगे को अपने लिए ना जिए परंतु उसके लिए जो उनके लिए मरा और फिर जी उठे। अब से हम किसी को शरीर के अनुसार ना समझेंगे, यद्यपि हमने मसीह को भी शरीर के अनुसार जाना था तो भी अब से उसको ऐसा नहीं जानेंगे। इसलिए यदि कोई मसीह में है तो वे नई सृष्टि है, पुरानी बातें बीत गई, देखो सब बातें नई हो गई। हालेलुया। पिछले वीक का वचन याद आ ਤੁਹਾਨੂੰ? पिछले वीक ਆਪਾਂ ਕੀ ਸਿੱਖਿਆ ਸੀਗਾ? एनकाउंटर विद द लिविंग गॉड। हालेलुया। ਪੌਲ ਕਹਿ ਰਿਹਾ ਕਿ ਅਸੀਂ ਮਸੀਹ ਨੂੰ ਕਿੱਦਾਂ ਦੇਖਾਂਗੇ ਹੁਣ? ਜੀਵਿਤ ਮਸੀਹ ਜਿਹੜਾ ਮੁਰਦਿਆਂ ਤੋਂ ਜ਼ਿੰਦਾ ਹੋਇਆ। ਪੌਲ ਕਹਿੰਦਾ ਅਸੀਂ ਲੱਭਾਂਗੇ ਮਸੀਹ ਨੂੰ ਜਿਹੜਾ ਮੁਰਦਿਆਂ ਤੋਂ ਜ਼ਿੰਦਾ ਹੋਇਆ ਤਾਂ ਉਹਨੂੰ ਜਾਣ ਲਵਾਂਗੇ। ਪੌਲ ਕਹਿੰਦਾ ਅਸੀਂ ਉਹਨੂੰ ਪ੍ਰੇਮ ਕਰਾਂਗੇ, ਪਿਆਰ ਕਰਾਂਗੇ ਜਿਹੜਾ ਮਸੀਹ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਇਆ। ਹਾਲੇਲੂਇਆ। ਲਾਸਟ ਵੀਕ ਦੀ ਗੱਲ ਆ, ਮੈਂ ਅਤੇ ਮੇਰਾ ਬੇਟਾ ਦੋਨੇ ਜਿਹੜੇ ਬਾਈਬਲ ਪੜ੍ਹ ਰਹੇ ਸੀਗੇ। ਸਾਡੀ ਆਦਤ ਆ ਜਦੋਂ ਅਸੀਂ ਬੈੱਡ ਦੇ ਵਿੱਚ ਜਾਂਦੇ ਤਾਂ ਬੈਠ ਕੇ ਅਸੀਂ ਬਾਈਬਲ ਪੜ੍ਹਦੇ ਹਾਂ। ਅਤੇ ਮੇਰਾ ਬੇਟਾ ਜਸਟ ਮੇਰੇ ਨਾਲ ਹੀ ਬੈਠਾ ਸੀ ਅਤੇ ਬਾਈਬਲ ਪੜ੍ਹ ਰਿਹਾ ਸੀਗਾ। ਓਲਡ ਟੈਸਟਾਮੈਂਟ ਦੇ ਵਿੱਚੋਂ ਬੁੱਕ ਆਫ ਮੋਜ਼ਿਸ ਦੇ ਵਿੱਚੋਂ ਪੜ੍ਹ ਰਿਹਾ ਸੀਗਾ ਉਹ, ਐਕਸੋਡਸ ਦੇ ਵਿੱਚੋਂ ਮੈਨੂੰ ਲੱਗਦਾ। ਅਤੇ ਅਚਾਨਕ ਪੜ੍ਹਦਾ ਮੈਨੂੰ ਕਹਿੰਦਾ ਡੈਡਾ, ਕਹਿੰਦਾ ਜੇ ਆਪਾਂ ਕਿਸੇ ਇਨਸਾਨ ਨੂੰ ਦੇਖਿਆ ਨਹੀਂ ਆ ਜਾਂ ਉਹਨੂੰ ਮਿਲੇ ਨਹੀਂ ਆ, ਉਹਨੂੰ ਜਾਣਦੇ ਨਹੀਂ ਆ, ਉਹਨੂੰ ਪਿਆਰ ਕਿੱਦਾਂ ਕਰ ਸਕਦੇ ਆ? ਬਾਈਬਲ ਦੇ ਵਿੱਚ ਉਹ ਪੜ੍ਹ ਰਿਹਾ ਸੀਗਾ ਕਿ ਪਰਮੇਸ਼ਵਰ ਨੂੰ ਆਪਣੇ ਪੂਰੇ ਮਨ, ਤਨ ਅਤੇ ਧਨ ਦੇ ਨਾਲ ਪ੍ਰੇਮ ਕਰੋ। ਪਰ ਉਹ ਕਹਿੰਦਾ ਜਿਹਨੂੰ ਕਦੀ ਦੇਖਿਆ ਹੀ ਨਹੀਂ ਉਹਨੂੰ ਕਿੱਦਾਂ ਪ੍ਰੇਮ ਕਰ ਸਕਦੇ ਆ? ਤਾਂ ਮੈਂ ਥੋੜ੍ਹੀ ਦੇਰ ਲਈ ਸੋਚਣ 'ਚ ਮਜਬੂਰ ਹੋਇਆ ਕਿ ਇਹਨੂੰ ਆਨਸਰ ਕੀ ਦੇਵਾਂ, ਹੈ ਨਾ। ਕਈ ਵਾਰੀ ਇੱਦਾਂ ਹੀ ਹੁੰਦਾ ਕਿ ਅਸੀਂ ਚਾਹੁੰਦੇ ਹਾਂ ਪਰਮੇਸ਼ਵਰ ਨੂੰ ਪ੍ਰੇਮ ਕਰਨਾ, ਪਰ ਕੀ ਆ ਪਰਮੇਸ਼ਵਰ ਦਾ ਇਨਕਾਊਂਟਰ ਸਾਡੀ ਲਾਈਫ ਦੇ ਵਿੱਚ ਨਹੀਂ ਹੁੰਦਾ। ਇਸ ਇਨਕਾਊਂਟਰ ਦੇ ਬਾਰੇ ਮੈਂ ਤੁਹਾਨੂੰ ਲਾਸਟ ਵੀਕ ਦੱਸਿਆ ਸੀਗਾ। ਪਰ ਕੁਐਸਚਨ ਇਹ ਹੁੰਦਾ ਕਿ ਇਨਕਾਊਂਟਰ ਆਪਣੀ ਲਾਈਫ 'ਚ ਆਪਾਂ ਲੈ ਕਿੱਦਾਂ ਸਕਦੇ? ਜਿਹੜਾ ਪਰਮੇਸ਼ਵਰ ਦਾ ਦਰਸ਼ਨ ਆ ਉਹ ਆਪਣੀ ਲਾਈਫ ਦੇ ਵਿੱਚ ਅਸੀਂ ਕਿੱਦਾਂ ਲੈ ਸਕਦੇ ਹਾਂ? ਜੇ ਸਾਨੂੰ ਪਤਾ ਹੋਊਗਾ ਫਿਰ ਹੀ ਆਪਾਂ ਦਰਸ਼ਨ ਲੈ ਸਕਦੇ ਨਾ। ਪਰਮੇਸ਼ਵਰ ਦਾ ਇਨਕਾਊਂਟਰ ਉਹਦਾ ਇੱਕ ਪ੍ਰੋਸੀਜਰ ਆ, ਪਰਮੇਸ਼ਵਰ ਦਾ ਇਨਕਾਊਂਟਰ ਆਪਣੀ ਲਾਈਫ ਦੇ ਵਿੱਚ ਲੈਣ ਦਾ। 3 ਚੀਜ਼ਾਂ ਅੱਜ ਮੈਂ ਤੁਹਾਨੂੰ ਦੱਸੂੰਗਾ ਕਿ ਪਰਮੇਸ਼ਵਰ ਦਾ ਜਿਹੜਾ ਇਨਕਾਊਂਟਰ ਆ, ਜੇ ਉਹ 3 ਚੀਜ਼ਾਂ ਨੂੰ ਆਪਾਂ ਫੋਲੋ ਕਰ ਲਈਏ, ਪਰਮੇਸ਼ਵਰ ਦਾ ਇਨਕਾਊਂਟਰ ਅਸੀਂ ਆਪਣੀ ਲਾਈਫ ਦੇ ਵਿੱਚ ਲੈ ਸਕਦੇ ਹਾਂ। ਪਹਿਲੀ ਕੰਡੀਸ਼ਨ ਆ ਪਰਮੇਸ਼ਵਰ ਦਾ ਇਨਕਾਊਂਟਰ ਆਪਣੀ ਲਾਈਫ ਦੇ ਵਿੱਚ ਲੈਣ ਲਈ, ਹੰਗਰ ਐਂਡ ਥਰਸਟ। ਹੰਗਰ ਐਂਡ ਥਰਸਟ। ਪਰਮੇਸ਼ਵਰ ਦੇ ਵਚਨ ਦੀ, ਪਰਮੇਸ਼ਵਰ ਦੇ ਫੇਸ ਦੀ, ਪਰਮੇਸ਼ਵਰ ਦੇ ਦਰਸ਼ਨ ਦੀ ਜਿੰਨੀ ਦੇਰ ਸਾਨੂੰ ਭੁੱਖ ਨਹੀਂ ਆ, ਪਿਆਸ ਨਹੀਂ ਆ, ਪਰਮੇਸ਼ਵਰ ਨੇ ਸਾਨੂੰ ਦਰਸ਼ਨ ਨਹੀਂ ਦੇਣਾ। ਜੈਨੂਅਨ ਤੁਹਾਡੇ ਅੰਦਰ ਤੜਪ ਹੋਣੀ ਚਾਹੀਦੀ ਹੈ ਕਿ ਪਰਮੇਸ਼ਵਰ ਮੈਨੂੰ ਦਰਸ਼ਨ ਦਿਓ। ਜਿੱਦਾਂ ਸਾਮਸ ਦੇ ਵਿੱਚ ਲਿਖਿਆ, ਜਿੱਦਾਂ ਹਿਰਨੀ ਪਾਣੀ ਕੇ ਨਾਲੋਂ ਕੋ ਤਰਸਤੀ ਹੈ, ਮੇਰੀ ਰੂਹ ਖੁਦਾ ਕੀ ਪਿਆਸੀ ਹੈ। ਜਿੰਨੀ ਦੇਰ ਤੁਹਾਡੀ ਰੂਹ ਖੁਦਾਵੰਦ ਦੀ ਪਿਆਸੀ ਨਹੀਂ ਆ, ਤੁਹਾਡੇ ਅੰਦਰ ਤੜਪ ਨਹੀਂ ਆ ਕਿ ਮੈਂ ਪਰਮੇਸ਼ਵਰ ਦਾ ਦਰਸ਼ਨ ਆਪਣੀ ਲਾਈਫ ਦੇ ਵਿੱਚ ਲੈਣਾ, ਪਰਮੇਸ਼ਵਰ ਨੇ ਤੁਹਾਨੂੰ ਦਰਸ਼ਨ ਨਹੀਂ ਦੇਣਾ।
परमेश्वर का दर्शन सस्ता नहीं आ। सिर्फ बाइबल जे तुसी पढ़ो, एक सालवेशन जिहड़ी मुक्ति आ वो फ्री आ, पर बाकी हर चीज़ का तुहानूं प्राइस पे करना पैंदा। जिहड़ा परमेश्वर का दर्शन आ उहदा तुहानूं एक प्राइस पे करना पैंदा। वो प्राइस की आ? हंगर एंड थर्स्ट। तुहानूं अपने अंदर वो जिहड़ी हंगर आ, परमेश्वर की तड़प आ, परमेश्वर की भुख ते प्यास तुहानूं जगाउणी पऊगी, फिर परमेश्वर अपना दर्शन तुहानूं देणगे। परमेश्वर का दर्शन जिहड़ा वो कोई गिफ्ट नहीं आ। बहुत चीज़ां परमेश्वर तो गिफ्ट एज अ गिफ्ट मिलदियां आ, पर परमेश्वर का दर्शन की आ? परमेश्वर का इनकाउंटर की आ? ये रिवॉर्ड आ। एक जिद्दां कोई गेम आ, मान लो आपां किसी रेस दे विच दौड़दे आ, रेस दे विच दौड़ के वो रेस की तैयारी करके ਉਹਦੇ ਲਈ सवेरे उठते हैं, सवेरे एक्सरसाइज करते हैं, डाइट खाने हैं, बहुत कुछ करते हैं, पर जदों रेस आप जित जाने आपां की मिलता? रिवॉर्ड मिलता ਉਹਦਾ। परमेश्वर का दर्शन एक रिवॉर्ड आ। परमेश्वर का दर्शन एक गिफ्ट नहीं गा कि तुसीं अपने राह ते पाप करी जा रहे हैं, परमेश्वर ਲਈ टाइम है नहीं ਤੁਹਾਡੇ ਕੋਲ, तो परमेश्वर ਤੁਹਾਨੂੰ दर्शन दे देंगे। परमेश्वर ਦੇ ਨਾਲ ਤੁਹਾਡਾ इनकाउंटर हो जाऊगा। ये कभी भी नहीं हो सकता, ਇਹਦੇ ਲਈ प्राइस पे करना पैना। परमेश्वर का इनकाउंटर एक फसल आ। परमेश्वर का इनकाउंटर की है? एक फसल। जिद्दां आपां फसल नहीं बीजते, फसल वढ़दे हैं, एक टाइम होंदा फसल आपां वढ़दे हैं, पर ਉਹਦਾ बीज की आ? हंगर एंड थर्स्ट। परमेश्वर दे लई तड़प जिहड़ी आ, परमेश्वर की भुख ते प्यास, ਉਹ फसल का बीज आ। ਜਦੋਂ ਉਹ ਤੁਸੀਂ बीज दूंगे तो फसल कट्टण वाले हो जूंगे, पर वो बीज तो बिना कभी किसी ने फसल वड्डी है? कभी नहीं वड्डी। हालेलुया। जरमाया चैप्टर 29 वर्स 13। यरमिया नबी की पुस्तक ਉਹਦਾ 29 अध्याय ते 13 आयत, ਉਹਦੇ ਵਿੱਚ ਲਿਖਿਆ, मैं इंग्लिश ਦੇ ਵਿੱਚ ਪੜ੍ਹ ਦਿੰਦਾ। You will seek me and find me. You will seek me and find me when you seek me with all your heart. Hallelujah. परमेश्वर ने की क्या कि उन्हें क्या कि मैं तुहानूं दर्शन नहीं दांगा, या उन्हें क्या कि तुसीं कभी भी मेरा इनकाउंटर नहीं लै सकदे। उन्हें क्या तुसीं मेरा इनकाउंटर लै सकदे आ, पर किदां? when you seek me, when you seek me with all your heart। तुम मुझे ढूंढोगे और पाओगे भी, तुम मुझे ढूंढोगे और पाओगे भी, क्योंकि तुम अपने संपूर्ण मन से मेरे पास आओगे। कदों? जदों पूरे मन दे नाल मेरे कोल आओगे। हालेलुया। हंगर एंड थर्स्ट। जिन्नी देर तुहाडी लाइफ दे विच जैनुअन हंगर एंड थर्स्ट नहीं आ, ये पहली कंडीशन आ परमेश्वर का दर्शन लैण दी। हुण तुसीं कहोगे कि हंगर एंड थर्स्ट मैं किद्दां अपनी लाइफ दे विच पैदा कर सकदा, कि भुख जिहड़ी है एक ये तो नैचुरल प्रोसैस आ, मैं किद्दां अपनी लाइफ दे विच कर सकदा कि मैनू शायद परमेश्वर वालों ही होवे, मेरे अंदर पैदा होवे, पर ये परमेश्वर वालों नहीं आ। तुहानूं एक एग्जाम्पल देना। लास्ट वीक जदों मैं काम ते सीगा तो मैं किसी दे नाल गल कर रहा सीगा, ते वो ब्राजीलियन लेडी सीगी, ते उन्हें मैनूं पुछया कि तुसीं कित्थों? मैं कहा मैं इंडिया तो हाँ। तो जदों तुसीं स्पैशली इंग्लैंड दे विच किसी होर कम्यूनिटी नूं दसदे कि मैं इंडिया तो हाँ, पहली गल वो करदे काहदे बारे? इंडियन फूड दे बारे गल करदे आ ना। उन्हें भी आही गल की, ओ आई लव इंडियन फूड इदां इदां ये वो। तो यकीन मनियो मैं घरों रोटी खा के गया सी हले। जदों साडी गलबात खत्म हुई है मैनूं फिर भुख लग गई। तो मैं अपनी वाइफ नूं फोन किया, गल खत्म होने तो बाद जो पहला काम किया मैं फोन किया, मैं वाइफ नूं पुछया कि अज घर की बनया। जदों तुसीं किसी चीज़ बारे सोचते हो तो तुहाडा दिमाग जिहड़ा आ उन्होंने प्रोसैस करना लग जाता। तुहाडी बॉडी डिज़ाइन इदां होई है, जिहड़ी चीज़ बारे तुसीं सोचते हो वो तुहाडी बॉडी उहदे अकॉर्डिंग वर्क करना स्टार्ट कर दिंदी है। मैथ्यू 6:21
मैथ्यू 6:21 ਦੇ ਵਿੱਚ ਲਿਖਿਆ, ਕਿਉਂਕਿ ਜਹਾਂ ਤੇਰਾ ਧਨ ਹੈ ਵਹਾਂ ਤੇਰਾ ਮਨ ਵੀ ਹੈ। ਜਿੱਥੇ ਤੇਰਾ ਟ੍ਰੈਜ਼ਰ ਆ, ਜਿੱਥੇ ਤੇਰਾ ਧਨ ਆ, ਉੱਥੇ ਤੇਰਾ ਮਨ ਵੀ ਆ। ਜੇ ਤੁਸੀਂ ਪਰਮੇਸ਼ਵਰ ਨੂੰ ਆਪਣਾ ਧਨ ਬਣਾ ਲਿਆ, ਜੇ ਪਰਮੇਸ਼ਵਰ ਤੁਹਾਡੇ ਲਈ ਇੱਕ ਟ੍ਰੈਜ਼ਰ ਆ, ਇੱਕ ਤੁਹਾਡੇ ਲਈ ਇੱਕ ਖਜ਼ਾਨਾ ਆ, ਤਾਂ ਤੁਹਾਡਾ ਮਨ ਵੀ ਉੱਥੇ ਰਹੂਗਾ। ਜੇ ਤੁਸੀਂ ਪਰਮੇਸ਼ਵਰ ਨੂੰ ਆਪਣਾ ਖਜ਼ਾਨਾ ਬਣਾ ਲਿਆ, ਫਿਰ ਤੁਸੀਂ ਹਮੇਸ਼ਾ ਕੀ ਆ, ਪਰਮੇਸ਼ਵਰ ਬਾਰੇ ਸੋਚੋਗੇ, ਹਮੇਸ਼ਾ ਸੋਚਦੇ ਰਹੋਗੇ ਪਰਮੇਸ਼ਵਰ ਹੈ। ਜਦੋਂ ਤੁਸੀਂ ਪਰਮੇਸ਼ਵਰ ਨੂੰ ਆਪਣਾ ਖਜ਼ਾਨਾ ਮੰਨ ਲਿਆ ਕਿ ਪਰਮੇਸ਼ਵਰ ਤੋਂ ਵੱਧ ਕੇ ਮੇਰੇ ਜੀਵਨ ਦੇ ਵਿੱਚ ਕੁਛ ਨਹੀਂਗਾ, ਮੇਰਾ ਕੰਮ ਵੀ ਪਰਮੇਸ਼ਵਰ ਤੋਂ ਵੱਧ ਕੇ ਮੇਰੇ ਲਈ ਨਹੀਂ ਆ, ਮੇਰਾ ਘਰ ਪਰਮੇਸ਼ਵਰ ਤੋਂ ਵੱਧ ਕੇ ਮੇਰੇ ਲਈ ਨਹੀਂ ਆ, ਮੇਰੇ ਬੱਚੇ ਵੀ ਪਰਮੇਸ਼ਵਰ ਤੋਂ ਵੱਧ ਕੇ ਮੇਰੇ ਲਈ ਨਹੀਂ ਆ, ਮੇਰੀ ਜ਼ਿੰਦਗੀ ਦਾ ਖਜ਼ਾਨਾ ਕੀ ਆ, ਪਰਮੇਸ਼ਵਰ ਆ। ਤੁਹਾਡੀ ਲਾਈਫ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਉਸ ਦਰਸ਼ਨ ਦੀ, ਉਸ ਇਨਕਾਊਂਟਰ ਦੀ ਤੜਪ ਕੀ ਆ, ਪੈਦਾ ਹੋ ਜਾਊਗੀ। ਮੇ ਬੀ ਅੱਜ ਤੋਂ 4 ਸਾਲ ਪਹਿਲਾਂ ਮੇਰੀ ਲਾਈਫ ਸੀ, ਪਰ ਇੱਦਾਂ ਦੀ ਨਹੀਂ ਸੀਗੀ। 4 ਸਾਲ ਪਹਿਲਾਂ ਪਰਮੇਸ਼ਵਰ ਨਾਲ ਪਿਆਰ ਕਰਦਾ ਸੀਗਾ, ਪਰ ਇੱਦਾਂ ਨਹੀਂ ਸੀਗਾ। 4 ਸਾਲ ਪਹਿਲਾਂ ਕੀ ਹੋਇਆ, ਪਰਮੇਸ਼ਵਰ ਦੇ ਦਰਸ਼ਨ ਦੀ ਤੜਪ ਮੇਰੇ ਅੰਦਰ ਪੈਦਾ ਹੋਈ। ਅਤੇ ਉਹ ਤੜਪ, ਉਹ ਪਰਮੇਸ਼ਵਰ ਦੇ ਦਰਸ਼ਨ ਦੀ, ਪਰਮੇਸ਼ਵਰ ਦੇ ਇਨਕਾਊਂਟਰ ਦੀ, ਪਰਮੇਸ਼ਵਰ ਦੇ ਫੇਸ ਦੀ ਜਿਹੜੀ ਤੜਪ ਇੰਨੀ ਵੱਧ ਗਈ, ਜਦ ਕਿ ਮੈਨੂੰ ਇਨਕਾਊਂਟਰ ਹੋਏ ਵੀ ਆ, ਪਰ ਸਟਿਲ ਮੈਂ ਉਸ ਇਨਕਾਊਂਟਰਸ ਦੇ ਨਾਲ ਸੈਟਿਸਫਾਈਡ ਨਹੀਂਗਾ। ਮੈਂ ਉਹ ਇਨਕਾਊਂਟਰ ਐਵਰੀ ਡੇ ਆਪਣੀ ਲਾਈਫ ਦੇ ਵਿੱਚ ਦੇਖਣਾ ਚਾਹੁੰਦਾ। ਅਤੇ ਯਕੀਨ ਮੰਨਿਓ, ਸਵੇਰੇ ਅਗਰ ਮੈਂ 4 ਵਜੇ ਉੱਠਦਾ, 4 ਵਜੇ ਤੋਂ ਮੇਰਾ ਪ੍ਰੋਸੈਸ ਸਟਾਰਟ ਹੋ ਜਾਂਦਾ ਪਰਮੇਸ਼ਵਰ ਦੇ ਅੱਗੇ ਝੁਕਣ ਦਾ, ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਜਾਣ ਦਾ, ਪਰਮੇਸ਼ਵਰ ਦੇ ਮੂੰਹ ਨੂੰ ਦੇਖਣ ਦਾ। ਮੈਂ ਸਾਰਾ ਦਿਨ, ਸੀਰੀਅਸਲੀ ਸਾਰਾ ਦਿਨ, ਸ਼ਾਇਦ ਮੈਂ ਹੋਰ ਕਿਸੇ ਚੀਜ਼ ਲਈ ਨਹੀਂ, ਪਹਿਲਾਂ ਮੇਰੀ ਲਾਈਫ ਦੇ ਵਿੱਚ ਸੀਗਾ ਕਿ ਮੈਂ ਇੱਕ ਬਿਜ਼ਨਸਮੈਨ ਬਣਨਾ ਚਾਹੁੰਦਾ ਸੀਗਾ, ਪਰ ਉਹ ਮੈਨੂੰ ਪਤਾ ਨਹੀਂ ਮੇਰਾ ਅੰਬੀਸ਼ਨ ਕਿੱਥੇ ਚਲਾ ਗਿਆ, ਖਤਮ ਹੋ ਗਿਆ। ਸਿਰਫ ਕਿਉਂਕਿ ਮੇਰਾ ਧਨ ਇਸ ਟਾਈਮ ਮੇਰੇ ਲਈ ਕੀ ਆ, ਪਰਮੇਸ਼ਵਰ ਆ, ਅਤੇ ਮੇਰਾ ਮਨ ਵੀ ਕੀ ਆ, ਪਰਮੇਸ਼ਵਰ ਦੇ ਵਿੱਚ ਲੱਗਾ ਰਹਿੰਦਾ, ਸਵੇਰ ਤੋਂ ਲੈ ਕੇ ਰਾਤ ਤੱਕ, ਬੈੱਡ ਤੱਕ। ਮੈਨੂੰ ਯਾਦ ਆ, ਕੱਲ੍ਹ ਮੇ ਵੀ ਸ਼ਾਇਦ 1:30 ਵਜੇ ਮੇਰੀ ਜਾਗ ਖੁੱਲ੍ਹੀ ਆ, ਰਾਤ ਦੇ 1:30 ਵਜੇ, ਅਤੇ ਮੇਰੀਆਂ ਅੱਖਾਂ ਖੁੱਲ੍ਹੀਆਂ, ਮੈਂ ਟਾਈਮ ਦੇਖਿਆ, ਰਾਤ ਦਾ 1:30 ਵੱਜਾ ਸੀਗਾ। ਕੁਛ ਨਹੀਂ ਕੀਤਾ, ਪਿਆ ਪ੍ਰੇਅਰ ਕਰਨੀ ਸਟਾਰਟ ਕਰ ਦਿੱਤੀ ਕਿ ਪਰਮੇਸ਼ਵਰ, ਆਈ ਸੀਕ ਯੂਰ ਫੇਸ। ਪਰਮੇਸ਼ਵਰ, ਮੈਂ ਤੁਹਾਡਾ ਦਰਸ਼ਨ ਚਾਹੁੰਦਾ। ਪਰਮੇਸ਼ਵਰ, ਮੈਂ ਤੁਹਾਡੇ ਵੱਡੇ ਕੰਮ ਆਪਣੀ ਲਾਈਫ 'ਚ ਦੇਖਣਾ ਚਾਹੁੰਦਾ ਹਾਂ। ਮਤਲਬ ਮੈਂ ਇਹ ਨਹੀਂ ਦੱਸ ਰਿਹਾ ਕਿ ਮੈਂ ਬਹੁਤ ਪ੍ਰੇਅਰਫੁਲ ਬੰਦਾ ਆ, ਜਾਂ ਮੈਂ ਆਊਟ ਆਫ ਦਾ ਵਰਲਡ ਆ। ਮੈਂ ਇਸ ਲਈ ਦੱਸ ਰਿਹਾ ਕਿ ਇਹ ਪੋਸੀਬਲ ਆ, ਮੇਰੀ ਲਾਈਫ ਦੇ ਵਿੱਚ ਹੋਇਆ ਆ। ਮੈਂ ਆਪਣੀ ਲਾਈਫ ਦੇ ਵਿੱਚ ਇਹ ਕੀਤਾ, ਤਾਂ ਮੈਂ ਤੁਹਾਡੇ ਅੱਗੇ ਇੱਕ ਗਵਾਹੀ ਆ ਕਿ ਇਹ ਪੋਸੀਬਲ ਹੈ। ਤੁਸੀਂ ਸ਼ਾਇਦ ਤੁਹਾਡੀ ਪ੍ਰੇਅਰ ਮੇਰੇ ਤੋਂ ਜ਼ਿਆਦਾ ਹੋਵੇ, ਸ਼ਾਇਦ ਤੁਹਾਡੀ ਫਾਸਟਿੰਗ ਵੀ ਮੇਰੇ ਤੋਂ ਜ਼ਿਆਦਾ ਹੋਵੇ, ਪਰ ਮੈਂ ਇੱਕ ਤੁਹਾਡੇ ਅੱਗੇ ਐਗਜ਼ਾਮਪਲ ਆ। ਅਤੇ ਪਰਮੇਸ਼ਵਰ ਨੇ 4 ਸਾਲ ਪਹਿਲਾਂ ਮੈਂ ਜਿੱਥੇ ਖੜਾ ਸੀਗਾ, ਉੱਥੋਂ ਉਠਾ ਕੇ ਪਰਮੇਸ਼ਵਰ ਨੇ ਬਹੁਤ ਵੱਡੀ ਜਗ੍ਹਾ 'ਤੇ ਖੜਾ ਕੀਤਾ। ਹਾਲੇਲੂਇਆ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਆ ਕਿ ਕਿੱਦਾਂ ਜਿਹੜੀ ਪਰਮੇਸ਼ਵਰ ਦੀ ਹੰਗਰ ਐਂਡ ਥਰਸਟ ਆ, ਜਦੋਂ ਤੁਹਾਡੀ ਲਾਈਫ ਦੇ ਵਿੱਚ ਹੁੰਦੀ ਆ, ਪਰਮੇਸ਼ਵਰ ਤੁਹਾਨੂੰ ਦਰਸ਼ਨ ਦਿੰਦੇ ਆ, ਪਰਮੇਸ਼ਵਰ ਆਪਣੇ ਆਪ ਨੂੰ ਤੁਹਾਡੇ ਉੱਤੇ ਰਿਵੀਲ ਕਰਦੇ ਆ, ਪਰਮੇਸ਼ਵਰ ਦਾ ਇਨਕਾਊਂਟਰ ਤੁਹਾਡੀ ਲਾਈਫ ਦੇ ਵਿੱਚ ਆਉਂਦਾ ਆ। ਇੱਕ ਵਚਨ ਆਪਾਂ ਪੜ੍ਹਾਂਗੇ, ਬੁੱਕ ਆਫ ਐਕਟਸ ਚੈਪਟਰ 8 verse 26 to 40। ਬੁੱਕ ਆਫ ਐਕਟਸ, ਰਸੂਲਾਂ ਦੇ ਕਰਤੱਬ, ਉਹਦਾ 8 ਅਧਿਆਏ, ਉਹਦੀ 26 ਆਇਤ ਤੋਂ ਲੈ ਕੇ 40 ਆਇਤ ਤੱਕ ਪੜ੍ਹਾਂਗੇ। हालेलुया। फिर प्रभु के एक स्वर्गदूत ने फिलिप्पुस से कहा, उठ और दक्षिण की ओर उस मार्ग पर जा जो यरूशलेम से गाजा को जाता है। ये रेगिस्तानी मार्ग है। वह उठकर चल दिया और देखो, कूश देश का एक मनुष्य आ रहा था जो खोजा और कुशियों की रानी कंदाके का मंत्री और खजांची था। वह आराधना करने को यरूशलेम में आया था। वह अपने रथ पर बैठा हुआ था और यशाया भविष्यवक्ता की पुस्तक पढ़ता हुआ लौटा जा रहा था। तब आत्मा ने फिलिप्पुस से कहा,
निकट जाकर इस रथ के साथ हो ले। फिलिप्पुस उसकी ओर दौड़ा और उसे यशाया भविष्यवक्ता की पुस्तक पढ़ते हुए सुना और पूछा, तू जो पढ़ रहा है क्या उसे समझता भी है? उसने कहा, जब तक कोई मुझे ना समझाए तो मैं कैसे समझूंगा। और उसने फिलिप्पुस से विनती की कि वह चढ़कर उसके पास बैठे। पवित्र शास्त्र का जो अध्याय वह पढ़ रहा था वह यह था, वह भेड़ के समान वध होने को पहुंचाया गया और जैसा मेमना अपने ऊन कुतरने वाले के सामने चुपचाप रहता है, वैसे ही उसने भी अपना मुंह ना खोला। उसकी दीनता में उसका न्याय नहीं होने पाया। उसके समय के लोगों का वर्णन कौन करेगा, क्योंकि पृथ्वी से उसका प्राण उठा लिया जाता है। इस पर खोजे ने फिलिप्पुस से पूछा, मैं तुझसे विनती करता हूँ, ये बता कि भविष्यवक्ता यह किसके विषय में कहता है, अपने या किसी दूसरे के विषय में? तब फिलिप्पुस ने अपना मुंह खोला और इसी शास्त्र से आरंभ करके उसे यीशु का सुसमाचार सुनाया। मार्ग में चलते चलते वह किसी जल की जगह पहुंचे। तब खोजे ने कहा, देख यहाँ जल है, अब मुझे बपतिस्मा लेने से क्या रोक है? फिलिप्पुस ने कहा, यदि तू सारे मन से विश्वास करता है तो ले सकता है। उसने उत्तर दिया, मैं विश्वास करता हूँ कि यीशु मसीह परमेश्वर का पुत्र है। तब उसने रथ खड़ा करने की आज्ञा दी और फिलिप्पुस और खोजा दोनों जल में उतर पड़े और उसने खोजा को बपतिस्मा दिया। जब वह जल से निकलकर ऊपर आए तब प्रभु का आत्मा फिलिप्पुस को उठा ले गया। तब परमेश्वर का आत्मा फिलिप्पुस को उठा ले गया। फिलिप्पुस की याद तो गायब हो गया। तो प्रभु का आत्मा फिलिप्पुस को उठा ले गया और खोजे ने उसे फिर ना देखा और वह आनंद करता हुआ अपने मार्ग पर चला गया। फिलिप्पुस अश्दोद में आ निकला और जब तक कैसरिया में ना पहुंचा तब तक नगर नगर सुसमाचार सुनाता गया। हालेलुया। ਜਦੋਂ ਆਪਾਂ ਪੜ੍ਹਦੇ ਆਪਾਂ ਨੂੰ ਬਹੁਤ ਸਿੰਪਲ ਲੱਗਦਾ, ਪਰ ਜੇ ਕੋਈ ਹਿਸਟਰੀ ਦੇ ਸਟੂਡੈਂਟਸ ਹੋਣ ਨਾ, ਉਹਨਾਂ ਨੂੰ ਪੁੱਛੋ ਕਿ ਆਹ ਜਿਹੜੀ ਖੋਜੇ ਦੀ ਸਟੋਰੀ ਆ, ਅਮੇਜ਼ਿੰਗ ਆ। ਖੋਜਾ ਜਿਹੜਾ ਇਜ਼ਰਾਈਲ ਦਾ ਰਹਿਣ ਵਾਲਾ ਨਹੀਂ ਸੀਗਾ, ਉਹ ਕੈਸਰੀਆ ਦੇਸ਼ ਦਾ ਰਹਿਣ ਵਾਲਾ ਸੀਗਾ। ਤੇ ਜਿਹੜੀ ਅਗਰ ਤੁਸੀਂ ਹਿਸਟਰੀ ਦੇ ਵਿੱਚ ਪੜ੍ਹੋ, ਈਵਨ ਤੁਸੀਂ ਬਾਈਬਲ ਨੂੰ ਛੱਡ ਦਿਓ, ਤੁਸੀਂ ਜਿਹੜੀ ਨੋਰਮਲ ਹਿਸਟਰੀ ਆ ਉਹ ਪੜ੍ਹੋ। ਉਸ ਟਾਈਮ ਦੇ ਵਿੱਚ ਇਜ਼ਰਾਈਲ ਤੇ ਰੋਮਨਸ ਦਾ ਰਾਜ ਸੀਗਾ। ਰੋਮਨ 1/3 ਧਰਤੀ ਤੇ ਰਾਜ ਕਰਦੇ ਸੀ ਉਸ ਟਾਈਮ ਤੇ, ਪਰ ਜਿਹੜਾ ਉਸ ਤੋਂ ਬਾਅਦ ਵੱਡਾ ਰਾਜ ਸੀਗਾ ਉਹ ਐਸ ਰਾਣੀ ਦਾ ਰਾਜ ਸੀਗਾ, ਜਿਹਦਾ ਖੋਜਾ ਮੰਤਰੀ ਤੇ ਉਹਦਾ ਸਾਰਾ ਵਿੱਤ ਮੰਤਰੀ, ਸਾਰਾ ਜਿਹੜਾ ਫਾਈਨੈਂਸ ਉਹਦੇ ਅੰਡਰ ਸੀਗਾ। ਬਹੁਤ ਵੱਡਾ ਇਨਸਾਨ ਸੀਗਾ ਉਹ, ਮੇਬੀ ਰਾਣੀ ਤੋਂ ਬਾਅਦ 'ਚ ਦੂਸਰੇ ਨੰਬਰ 'ਤੇ ਸੀਗਾ। ਉਹ ਯਹੂਦੀ ਨਹੀਂ ਸੀਗਾ, ਨਾ ਉਹ ਕ੍ਰਿਸਚਨ ਸੀਗਾ, ਨਾ ਯਹੂਦੀ ਸੀਗਾ, ਨਾ ਇਜ਼ਰਾਈਲ ਦੇ ਵਿੱਚ ਰਹਿੰਦਾ ਸੀਗਾ, ਪਰ ਮੇ ਵੀ ਉਹਨੇ ਕਿਤੇ ਸੁਣਿਆ ਹੋਵੇ। ਉਹਦੇ ਅੰਦਰ ਇੱਕ ਤੜਪ ਸੀਗੀ। ਜਦ ਤੁਸੀਂ ਹਿਸਟੋਰੀਕਲ ਅਕਾਊਂਟ ਦੇਖਦੇ ਆ, ਇਹ ਜਿਹੜਾ ਖੋਜਾ ਸੀਗਾ ਇਹ ਲੋਕੇ ਆਇਆ ਸੀਗਾ, ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹ ਇਜ਼ਰਾਈਲ ਦੇ ਵਿੱਚ ਆਇਆ। ਜੇ ਪਤਾ ਲੱਗ ਜਾਂਦਾ ਤੇ ਉਹਨੂੰ ਫੜ ਵੀ ਸਕਦੇ ਸੀ, ਮਾਰ ਵੀ ਸਕਦੇ ਸੀ, ਕਿਉਂਕਿ ਜਿਹੜੇ ਰੋਮਨਸ ਦਾ ਰਾਜ ਸੀਗਾ ਉਹ ਕੁਛ ਵਧੀਆ ਨਹੀਂ ਸੀਗਾ ਕੈਸਰੀਆ ਦੇ ਰਾਜ ਦੇ ਨਾਲ। ਪਰ ਉਹਦੇ ਦਿਲ ਦੇ ਵਿੱਚ ਪਰਮੇਸ਼ਵਰ ਦੀ ਇੰਨੀ ਤੜਪ ਸੀਗੀ ਕਿ ਉਹ ਰਿਸਕ ਲੈ ਕੇ ਇਜ਼ਰਾਈਲ ਦੇ ਵਿੱਚ ਪਰਮੇਸ਼ਵਰ ਦੇ ਭਵਨ ਦੇ ਦਰਸ਼ਨ ਕਰਨ ਆਇਆ। ਐਸੀ ਉਹਦੇ ਦਿਲ ਦੇ ਅੰਦਰ ਪਰਮੇਸ਼ਵਰ ਦੀ ਭੁੱਖ ਤੇ ਪਿਆਸ ਸੀਗੀ। ਤੇ ਉਹ ਦਰਸ਼ਨ ਕਰਕੇ ਜਦੋਂ ਵਾਪਸ ਜਾ ਰਿਹਾ ਸੀਗਾ, ਦਰਸ਼ਨ ਵੀ ਉਹਨੇ ਕਰ ਲਏ, ਪਰ ਸਟਿਲ ਉਹ ਕੀ ਆ, ਬਾਈਬਲ ਪੜ੍ਹਦਾ ਜਾ ਰਿਹਾ ਆ। ਰਸਤੇ ਦੇ ਵਿੱਚ ਵੀ ਉਹਨੇ ਇਹ ਨਹੀਂ ਕਿ ਦਰਸ਼ਨ ਕਰ ਲਏ, ਜਿੱਦਾਂ ਇੰਡੀਆ ਦੇ ਵਿੱਚ ਜਾਂਦੇ ਆਪਾਂ ਦਰਸ਼ਨ ਕਰਨ ਜਾਂਦੇ ਆ, ਦਰਸ਼ਨ ਕਰਕੇ ਜੋ ਟਰੱਕ 'ਤੇ ਆ ਕੇ ਬਹਿ ਜਾਂਦੇ ਆ, ਟਰਾਲੀ 'ਚ ਬਹਿ ਜਾਂਦੇ ਆਪਾਂ, ਕੀ ਕਰਦੇ ਫਿਰ ਆਪਣੀਆਂ ਗੱਲਾਂ 'ਚ ਲੱਗ ਜਾਂਦੇ ਆ। ਪਰ ਉਹ ਇੱਦਾਂ ਨਹੀਂ ਕਰ ਰਿਹਾ ਸੀਗਾ। ਉਹ ਸਟਿਲ ਦਰਸ਼ਨ ਕਰਕੇ ਵਾਪਸ ਆਪਣੇ ਦੇਸ਼ ਨੂੰ ਵਾਪਸ ਜਾ ਰਿਹਾ ਸੀਗਾ ਅਤੇ ਸਟਿਲ ਬਾਈਬਲ ਪੜ੍ਹ ਰਿਹਾ ਸੀਗਾ ਰਸਤੇ ਦੇ ਵਿੱਚ ਵੀ। ਇੰਨੀ ਜ਼ਿਆਦਾ ਉਹਦੇ ਅੰਦਰ ਪਰਮੇਸ਼ਵਰ ਦੀ ਤੜਪ ਸੀਗੀ। ਪਰ ਉਹ ਕੀ ਇੱਕ ਗੈਰ ਜਾਤੀ ਸੀਗਾ, ਨਾ ਉਹ ਯਹੂਦੀ ਸੀਗਾ, ਨਾ ਉਹ ਕ੍ਰਿਸਚਨ ਸੀਗਾ। ਪਰਮੇਸ਼ਵਰ ਨੇ ਕੀ ਕੀਤਾ, ਆਪਣੇ ਆਪ ਨੂੰ ਉਹਦੇ ਉੱਤੇ ਰਿਵੀਲ ਕੀਤਾ। ਸਪੈਸ਼ਲੀ ਪਰਮੇਸ਼ਵਰ ਦਾ ਇੱਕ ਦੂਤ ਸਵਰਗ ਤੋਂ ਉਤਰਿਆ,
ਫਿਲਿੱਪਸ ਦੇ ਕੋਲ ਗਿਆ ਕਿ ਜਾ, ਇੱਕ ਬੰਦਾ ਆ, ਉਹਨੂੰ ਜਾ ਕੇ ਮਿਲ, ਤੇ ਉਹਦੇ ਉੱਤੇ ਜੋ ਪੜ੍ਹ ਰਿਹਾ ਆ, ਜੋ ਵੀ ਉਹਨੂੰ ਦਰਸ਼ਨ ਆ, ਹੋਲੀ ਸਪਿਰਿਟ ਦੇ ਅਕੋਰਡਿੰਗ ਉਹਨੂੰ ਦਿੱਤਾ ਗਿਆ। ਤੇ ਇਨਕਾਊਂਟਰ ਉਹਨੇ ਕੀ ਦੇਖਿਆ ਕਿ ਜਦੋਂ ਬਪਤਿਸਮਾ ਲੈ ਕੇ ਨਿਕਲਿਆ ਤੇ ਜਿਹੜਾ ਇਨਸਾਨ ਉਹਦੇ ਨਾਲ ਸੀ ਉਹ ਹੈ ਹੀ ਨਹੀਂ। ਹਾਲੇਲੂਇਆ। ਉਹ ਤੁਸੀਂ ਸੋਚੋ, ਅਗਰ ਤੁਸੀਂ ਬਪਤਿਸਮਾ ਲੈ ਕੇ ਨਿਕਲੋ ਤੇ ਜਿਹੜੇ ਪਾਸਟਰ ਨੇ ਤੁਹਾਨੂੰ ਬਪਤਿਸਮਾ ਦਿੱਤਾ ਉਹ ਹੈ ਹੀ ਨਹੀਂ, ਉੱਥੇ ਗਾਇਬ ਹੋ ਗਿਆ। ਮਤਲਬ ਆਪਾਂ ਬਹੁਤ ਪਤਾ ਨਹੀਂ, ਆਪਾਂ ਜਦੋਂ ਬਾਈਬਲ ਪੜ੍ਹਦੇ ਹਾਂ ਚੀਜ਼ਾਂ ਨੂੰ ਆਪਾਂ ਬਹੁਤ ਲਾਈਟਲੀ ਲੈ ਲੈਂਦੇ, ਪੜ੍ਹ ਲੈਂਦੇ ਕਿ ਫਿਲਿੱਪਸ ਉਹ ਬਪਤਿਸਮਾ ਲੈ ਕੇ ਨਿਕਲੇ, ਪਾਣੀ ਤੋਂ ਬਾਹਰ ਆਏ ਤੇ ਫਿਲਿੱਪਸ ਨੂੰ ਪਰਮੇਸ਼ਵਰ ਦਾ ਆਤਮਾ ਚੱਕ ਕੇ ਲੈ ਗਿਆ। ਪਰ ਜਦੋਂ ਤੁਸੀਂ ਡੀਪਲੀ ਇਹਨੂੰ ਸੋਚਦੇ ਆ ਗੱਲ ਨੂੰ, 2 ਮਿੰਟ ਲਈ ਵੀ ਆਪਣੇ ਦਿਮਾਗ ਦੇ ਵਿੱਚ ਸੋਚਦੇ, ਕਿੱਡੀ ਅਮੇਜ਼ਿੰਗ ਗੱਲ ਹੋਊਗੀ ਖੋਜੇ ਵਾਸਤੇ ਕਿ ਜਿਹੜਾ ਬੰਦਾ ਉਹਦੇ ਨਾਲ ਹੀ ਥੱਲੇ ਗਿਆ ਸੀ ਪਾਣੀ ਦੇ ਵਿੱਚ, ਉੱਪਰ ਆਇਆ ਤੇ ਗਾਇਬ ਹੋ ਗਿਆ। ਪਰਮੇਸ਼ਵਰ ਦਾ ਇਨਕਾਊਂਟਰ ਸੀ ਕਿ ਨਹੀਂ? ਖੋਜੇ ਨੇ ਪਰਮੇਸ਼ਵਰ ਦੀ ਪਾਵਰ ਦਾ ਇਨਕਾਊਂਟਰ ਕੀਤਾ, ਤੇ ਕੀ ਉਹ ਸੇਮ ਰਿਹਾ ਹੋਊਗਾ? ਕੀ ਉਹਦੀ ਲਾਈਫ ਸੇਮ ਰਹੀ ਹੋਊਗੀ? ਇਹ ਇਨਕਾਊਂਟਰ ਸਾਡੀ ਲਾਈਫ 'ਚ ਚਾਹੀਦਾ ਆ। ਪਰ ਉਹਨੇ ਕੀ ਕੀਤਾ ਸੀਗਾ? ਜਿਹੜੀ ਪਹਿਲੀ ਕੰਡੀਸ਼ਨ ਆ ਉਹਦੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਦਰਸ਼ਨ ਦੀ, ਪਰਮੇਸ਼ਵਰ ਦੇ ਇਨਕਾਊਂਟਰ ਦੀ ਤੜਪ ਸੀਗੀ। ਪਰਮੇਸ਼ਵਰ ਨੇ ਤਾਂ ਆਪਣੇ ਆਪ ਨੂੰ ਉਹਦੇ ਉੱਪਰ ਰਿਵੀਲ ਕੀਤਾ। ਪਰਮੇਸ਼ਵਰ ਦਾ ਦਰਸ਼ਨ ਸਸਤਾ ਨਹੀਂ ਆ। ਪਰਮੇਸ਼ਵਰ ਦਾ ਦਰਸ਼ਨ ਪਾਉਣ ਲਈ ਤੁਹਾਨੂੰ ਪ੍ਰਾਈਸ ਪੇ ਕਰਨਾ ਪੈਂਦਾ। ਇਹ ਖੋਜੇ ਦਾ ਇਨਕਾਊਂਟਰ ਸੀਗਾ। ਸੋ ਪਹਿਲੀ ਚੀਜ਼ ਕੀ ਆ ਪਰਮੇਸ਼ਵਰ ਦਾ ਇਨਕਾਊਂਟਰ ਲੈਣ ਲਈ? ਹੰਗਰ ਐਂਡ ਥਰਸਟ, ਜੈਨੂਅਨ ਹੰਗਰ ਐਂਡ ਥਰਸਟ ਹੋਣੀ ਚਾਹੀਦੀ। ਤੁਹਾਡਾ ਦਿਮਾਗ ਹਰ ਵੇਲੇ ਪਰਮੇਸ਼ਵਰ ਦੇ ਵੱਲ ਲੱਗਾ ਹੋਣਾ ਚਾਹੀਦਾ, ਤੁਹਾਡਾ ਦਿਲ ਪਰਮੇਸ਼ਵਰ ਦੇ ਵੱਲ ਲੱਗਾ ਹੋਣਾ ਚਾਹੀਦਾ। ਤੁਹਾਡਾ ਦਿਮਾਗ ਹਰ ਵੇਲੇ ਤੋਂ, ਤੁਹਾਡੀ ਸੋਚ ਇਹ ਹੋਣੀ ਚਾਹੀਦੀ ਕਿ ਮੈਂ ਪਰਮੇਸ਼ਵਰ ਲਈ ਰੂਹਾਂ ਕਿੱਦਾਂ ਬਚਾ ਸਕਦਾ, ਪਰਮੇਸ਼ਵਰ ਦੇ ਕੰਮ ਕਿੱਦਾਂ ਕਰ ਸਕਦਾ, ਪਰਮੇਸ਼ਵਰ ਦਾ ਦਰਸ਼ਨ ਕਿੱਦਾਂ ਪਾ ਸਕਦਾ। ਮੈਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦਾ, ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਰੂਬਰੂ ਦੇਖਿਆ ਆ। ਬਹੁਤ ਸਾਰੇ ਲੋਕ ਆ। ਜੋ ਤੁਸੀਂ ਰਿਵਾਈਵਲ ਸਟੱਡੀ ਕਰਦੇ ਆ, ਮੈਂ ਇੱਕ ਅਪੋਸਲ ਦੀ ਸਟੋਰੀ ਪੜ੍ਹ ਰਿਹਾ ਸੀਗਾ ਜਿਹਦੇ ਥਰੂ ਹਾਲੇ ਰਿਵਾਈਵਲ ਚੱਲ ਰਿਹਾ ਆ ਨਾਈਜੀਰੀਆ ਦੇ ਵਿੱਚ। ਉਹਨੇ ਪਰਮੇਸ਼ਵਰ ਦਾ ਦਰਸ਼ਨ ਲੈਣਾ ਸੀਗਾ, ਚਲਾ ਗਿਆ ਸਾਈਡ ਤੇ, 40 ਰੋਜ਼ੇ ਰੱਖੇ ਉਹਨੇ। 40 ਰੋਜ਼ੇ ਪ੍ਰੇਅਰ ਫਾਸਟਿੰਗ ਚੱਲ ਰਹੀ ਉਹਦੀ। ਸਿਰਫ ਇੱਕੋ ਹੀ ਗੱਲ ਹੀ, ਪਰਮੇਸ਼ਵਰ ਆਪਣੇ ਆਪ ਨੂੰ ਮੇਰੇ ਉੱਤੇ ਰਿਵੀਲ ਕਰੋ, ਪਰਮੇਸ਼ਵਰ ਮੈਨੂੰ ਆਪਣੇ ਆਪ ਉੱਤੇ ਰਿਵੀਲ ਕਰੋ। ਜਦੋਂ 38ਵਾਂ ਦਿਨ ਆਇਆ, ਉਹਦੇ ਰੂਮ ਦੇ ਵਿੱਚ ਇੱਕ ਡੀਮਨ ਆ ਗਿਆ। ਪਰਮੇਸ਼ਵਰ ਦੇ ਆਉਣ ਤੋਂ ਪਹਿਲਾਂ ਕੀ ਆ? ਇੱਕ ਡੀਮਨ ਆ ਗਿਆ, ਪਰ ਉਹ ਉਹਦੇ ਲਈ ਰੈਡੀ ਸੀਗਾ। ਉਹਨੇ ਝਿੜਕਿਆ ਡੀਮਨ ਨੂੰ, ਡੀਮਨ ਭੱਜ ਗਿਆ, ਦੁਬਾਰਾ ਨਹੀਂ ਆਇਆ। ਪਰ ਜਦੋਂ 39th ਡੇ ਸੀਗਾ, ਪ੍ਰਭੂ ਯਿਸੂ ਉਹਦੇ ਰੂਮ ਦੇ ਵਿੱਚ ਆ ਗਏ। ਰੂਬਰੂ ਉਹਨੇ ਪਰਮੇਸ਼ਵਰ ਨੂੰ ਦੇਖਿਆ। ਤਾਂ ਉਹਦੀ ਮਿਨਿਸਟਰੀ ਜੇ ਅੱਜ ਤੁਸੀਂ ਦੇਖੋ ਨਾ, ਬਹੁਤ ਹਾਈ ਲੈਵਲ ਦੀ ਮਿਨਿਸਟਰੀ ਆ। ਤੇ ਅਨਪੜ੍ਹ ਬੰਦਾ, ਉਹ ਬੰਦਾ ਜਿਹਦੇ ਕੋਲ ਜਦੋਂ ਉਹ ਰੋਜ਼ਿਆਂ ਦੇ ਵਿੱਚ ਗਿਆ, ਉਹਦੇ ਕੋਲ ਫੂਡ ਲੈਣ ਲਈ ਵੀ ਪੈਸੇ ਹੈ ਨਹੀਂ ਸੀ। ਇੱਕ ਟਾਈਮ ਦਾ ਮੀਲ ਖਾਣਾ ਪੈਂਦਾ ਸੀਗਾ ਉਹਨੂੰ, ਇੱਕ ਟਾਈਮ ਦਾ ਮੀਲ ਖਾਂਦਾ ਸੀਗਾ ਤੇ ਪੈਸੇ ਨਹੀਂ ਹੁੰਦੇ ਸੀਗੇ। ਕਈ ਵਾਰੀ ਕੋਈ ਟਰੀ ਲੱਭਦਾ ਹੁੰਦਾ ਸੀਗਾ ਕਿ ਜੇ ਕਿਸੇ 'ਤੇ ਫਰੂਟ ਲੱਗਾ ਆ ਤਾਂ ਮੈਂ ਤੋੜ ਕੇ ਖਾ ਲਾ, ਨਹੀਂ ਤਾਂ ਭੁੱਖਾ ਹੀ ਰਹਿੰਦਾ ਹੁੰਦਾ ਸੀਗਾ। ਅਤੇ ਪਰਮੇਸ਼ਵਰ ਜਿੱਦਾਂ ਦੇ ਕੰਮ ਉਹਦੀ ਲਾਈਫ ਦੇ ਵਿੱਚ ਕਰ ਰਹੇ ਆ ਅੱਜ, ਅਮੇਜ਼ਿੰਗ। ਪਰ ਕੀ ਆ? ਹੰਗਰ ਐਂਡ ਥਰਸਟ। ਉਹਨੇ ਪ੍ਰਾਈਸ ਪੇ ਕੀਤਾ ਤੇ ਪਰਮੇਸ਼ਵਰ ਨੇ ਰੂਬਰੂ ਉਹਨੂੰ ਦਰਸ਼ਨ ਦਿੱਤੇ। ਦੂਜੀ ਚੀਜ਼, ਇੰਟੈਂਸ ਪ੍ਰੇਅਰ। ਕੀ ਆ? ਇੰਟੈਂਸ ਪ੍ਰੇਅਰ। ਜਿੰਨੀ ਦੇਰ ਤੁਸੀਂ ਇੰਟੈਂਸ ਪ੍ਰੇਅਰ ਦੇ ਵਿੱਚ ਨਹੀਂ ਜਾਂਦੇ, ਪਰਮੇਸ਼ਵਰ ਦਾ ਦਰਸ਼ਨ ਹੋਣਾ ਬਹੁਤ, ਮਤਲਬ 0.5% ਚਾਂਸ ਆ 100 ਦੇ ਵਿੱਚੋਂ ਕਿ ਤੁਹਾਨੂੰ ਪਰਮੇਸ਼ਵਰ ਦਾ ਦਰਸ਼ਨ ਮਿਲ ਜਾਵੇ। ਜਿਹੜੀ ਇੰਟੈਂਸ ਪ੍ਰੇਅਰ ਆ, ਉਹ ਪਰਮੇਸ਼ਵਰ ਦੇ ਦਿਲ ਨੂੰ ਕੀ ਆ? ਚੇਂਜ ਕਰ ਦਿੰਦੀ ਆ। ਪਰਮੇਸ਼ਵਰ ਦੇ ਦਿਲ ਨੂੰ, ਮਤਲਬ ਅਸਮਾਨ ਤੋਂ ਥੱਲੇ ਆਉਣ ਲਈ ਪਰਮੇਸ਼ਵਰ ਦੇ ਦੂਤਾਂ ਨੂੰ, ਪਰਮੇਸ਼ਵਰ ਨੂੰ ਕੀ ਆ? ਮਜਬੂਰ ਕਰ ਦਿੰਦੀ ਆ, ਜਿਹੜੀ ਇੰਟੈਂਸ ਪ੍ਰੇਅਰ ਆ। ਪਰ ਆਪਾਂ ਕੀ ਨੋਰਮਲੀ ਕਰਦੇ? ਮੈਂ ਆਪਣੀ ਤੁਹਾਨੂੰ ਲਾਈਫ ਦੱਸਦਾ। 5 ਮਿੰਟ ਦੀ ਪ੍ਰੇਅਰ ਸੀ ਮੇਰੀ ਲਾਈਫ ਦੀ, 5 ਮਿੰਟ ਦੀ ਪ੍ਰੇਅਰ। ਪਰ 5 ਮਿੰਟ ਦੀ ਜਿਹੜੀ ਪ੍ਰੇਅਰ ਆ, ਉਹਨੇ ਤੁਹਾਡੀ ਲਾਈਫ ਨੂੰ ਚੇਂਜ ਨਹੀਂ ਕਰਨਾ। 5 ਮਿੰਟ ਦੀ ਜਿਹੜੀ ਪ੍ਰੇਅਰ ਆ, ਉਹ ਤੁਹਾਡੀ ਲਾਈਫ 'ਚ ਰਿਵਾਈਵਲ ਨਹੀਂ ਲਿਆ ਸਕਦੀ। ਜਿਹੜੀ 5 ਮਿੰਟ ਦੀ ਪ੍ਰੇਅਰ ਆ, ਉਹ ਤੁਹਾਡੇ ਬੱਚਿਆਂ ਨੂੰ ਸੇਫ ਨਹੀਂ ਰੱਖ ਸਕਦੀ। 5 ਮਿੰਟ ਦੀ ਪ੍ਰੇਅਰ ਜਿਹੜੀ ਆ, ਉਹ ਨੇਸ਼ਨਸ ਨੂੰ ਚੇਂਜ ਨਹੀਂ ਕਰ ਸਕਦੀ। ਪਰ ਜਿਹੜੀ ਇੰਟੈਂਸ ਪ੍ਰੇਅਰ ਆ, ਪ੍ਰੇਅਰ ਦੇ ਵਿੱਚ ਖੁੱਭ ਜਾਣਾ, ਪ੍ਰੇਅਰ ਦੇ ਵਿੱਚ ਲੱਗੇ ਰਹਿਣਾ, ਹਰ ਵੇਲੇ ਹਰ ਟਾਈਮ ਪ੍ਰੇਅਰ ਦੇ ਵਿੱਚ ਖੁੱਭੇ ਰਹਿਣਾ,
ਉਹ ਜਿਹੜੀ ਪ੍ਰੇਅਰ ਆ ਉਹ ਤੁਹਾਨੂੰ ਪਰਮੇਸ਼ਵਰ ਦੇ ਦਰਸ਼ਨ ਦੇ ਲਾਗੇ ਲੈ ਕੇ ਜਾ ਸਕਦੀ ਆ। ਜਿਹੜੀ ਇੰਟੈਂਸ ਪ੍ਰੇਅਰ ਆ ਉਹ ਨੇਸ਼ਨਸ ਨੂੰ ਚੇਂਜ ਕਰ ਸਕਦੀ ਆ, ਤੁਹਾਡੀ ਫੈਮਲੀਜ਼ ਨੂੰ ਚੇਂਜ ਕਰ ਸਕਦੀ ਆ, ਤੁਹਾਡੇ ਬੱਚਿਆਂ ਨੂੰ ਚੇਂਜ ਕਰ ਸਕਦੀ ਆ। ਹਾਲੇਲੂਇਆ। ਇੰਟੈਂਸ ਪ੍ਰੇਅਰ, ਇੱਕ ਇੰਟੈਂਸ ਪ੍ਰੇਅਰ ਦੀ ਆਪਾਂ ਐਗਜ਼ਾਮਪਲ ਦੇਖਾਂਗੇ ਕਿ ਜਿਹੜੇ ਇੰਟੈਂਸ ਪ੍ਰੇਅਰ ਕਰਨ ਵਾਲੇ ਲੋਕ ਆ ਉਹਨਾਂ ਦੀ ਲਾਈਫ ਦੇ ਵਿੱਚ ਜਿਹੜੀ ਪਾਵਰ ਆ ਤੇ ਗਲੋਰੀ ਪਰਮੇਸ਼ਵਰ ਦੀ, ਪਰਮੇਸ਼ਵਰ ਦਾ ਦਰਸ਼ਨ ਕਿੱਦਾਂ ਰਿਵੀਲ ਹੁੰਦਾ। ਬੁੱਕ ਆਫ ਐਕਟਸ, ਤੁਸੀਂ ਕਹਿਣਾ ਇਹ ਬੁੱਕ ਆਫ ਐਕਟਸ ਦੇ ਵਿੱਚੋਂ ਦੱਸਦੇ ਰਹਿੰਦੇ ਆ, ਇਹ ਮੇਰੀ ਫੇਵਰੇਟ ਬੁੱਕ ਆ ਬੁੱਕ ਆਫ ਐਕਟਸ। ਪਤਾ ਨਹੀਂ ਮੈਂ ਕਿੰਨੀ ਵਾਰੀ ਪੜ੍ਹ ਲਈ ਆ, ਤਾਂ ਸਟਿਲ ਮੈਂ ਹੋਰ ਬੁੱਕ ਸਟਾਰਟ ਕਰਦਾ ਨਾਲ, ਫਿਰ ਮੈਂ ਬੁੱਕ ਆਫ ਐਕਟਸ ਸਟਾਰਟ ਕਰ ਲੈਂਦਾ। ਬੁੱਕ ਆਫ ਐਕਟਸ ਚੈਪਟਰ 2 verse 1 to 4। ਬੁੱਕ ਆਫ ਐਕਟਸ ਰਸੂਲਾਂ ਦੇ ਕਰਤੱਬ ਉਹਦਾ 2 ਅਧਿਆਏ 1 ਤੋਂ ਲੈ ਕੇ 4 आयत तक। जब पेंतिकुस्त का दिन आया तो वह सब एक जगह इकट्ठे थे। एकाएक आकाश से बड़ी आंधी किसी सनसनाहट का शब्द हुआ और उससे सारा घर जहां वो बैठे थे की होया, गूंज गया, हिल गया, और उन्हें आग की सी जीभें फटती हुई दिखाई दी और उनमें से एक एक पर आ ठहरी। वह सब पवित्र आत्मा से भर गए और जिस प्रकार आत्मा ने उन्हें बोलने की सामर्थ्य दी वह अन्य अन्य भाषा में बोलने लगे। हालेलुया। कितने बंदे सी प्रेयर कर रहे? 120। स्टार्ट किन्ने ने की सीगी? 500 ਤੋਂ ਉੱਪਰ ਬੰਦੇ ਸੀਗੇ ਜਿਨ੍ਹਾਂ ਨੇ ਸਟਾਰਟ ਕੀਤੀ ਸੀ। ਅਪਰ ਰੂਮ ਪ੍ਰੇਅਰ ਇਹਨੂੰ ਕਹਿੰਦੇ ਆ। ਪਰ ਕੀ ਤੁਹਾਨੂੰ ਲੱਗਦਾ ਕਿ ਉਹ ਪਹਿਲੀ ਵਾਰੀ ਇਕੱਠੇ ਹੋਏ ਹੋਣਗੇ? ਇਹ ਜਿਹੜੀ ਪ੍ਰਭੂ ਯਿਸੂ ਦੇ ਜਾਣ ਤੋਂ ਬਾਅਦ 'ਚੋਂ ਜਿਹੜੀ ਚਰਚ ਸੀਗੀ, ਇਹ ਉਹਨਾਂ ਦਾ ਲਾਈਫ ਸਟਾਈਲ ਸੀਗਾ। ਉਹ ਇਕੱਠੇ ਹੁੰਦੇ ਸੀ, ਹੋਮ ਗਰੁੱਪਸ ਹੁੰਦੇ ਸੀਗੇ, ਐਵਰੀ ਸਿੰਗਲ ਡੇ ਇਕੱਠੇ ਹੁੰਦੇ ਸੀ ਪ੍ਰੇਅਰ ਦੇ ਵਾਸਤੇ, ਇੰਟੈਂਸ ਪ੍ਰੇਅਰ ਕਰ ਰਹੇ ਸੀਗੇ। 500 ਬੰਦਿਆਂ ਨੇ ਪ੍ਰੇਅਰ ਸਟਾਰਟ ਕੀਤੀ। ਮੈਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੋਣਗੇ ਜਾਂ ਕਿੰਨੇ ਘੰਟੇ ਹੋ ਗਏ ਹੋਣਗੇ, ਜਿਹਦੇ ਵਿੱਚੋਂ ਬਾਕੀ ਸਾਰੇ ਚਲੇ ਗਏ ਤਾਂ 120 ਬੰਦੇ ਰਹਿ ਗਏ। ਕਿੰਨੇ? 380 ਬੰਦੇ ਚਲੇ ਗਏ। ਕਿ ਉਹਨਾਂ ਦੇ ਕੋਲੋਂ ਇੰਨੀ ਇੰਟੈਂਸ ਪ੍ਰੇਅਰ ਨਹੀਂ ਕਰ ਹੋਈ, ਜਾਂ ਕਿਸੇ ਨੂੰ ਕੋਈ ਕੰਮ ਯਾਦ ਆ ਗਿਆ, ਜਾਂ ਕਿਸੇ ਨੇ ਸੋਚਿਆ ਵੀ ਯਾਰ ਹੋ ਗਈ ਆ ਬਸ ਪ੍ਰੇਅਰ ਜਿੰਨੀ ਹੋ ਗਈ ਆ ਕਾਫੀ ਆ, ਅੱਜ ਦਾ ਕੋਟਾ ਪੂਰਾ ਹੋ ਗਿਆ ਚੱਲੀਏ। ਪਰ ਉਹ ਜਿਹੜੇ 120 ਬੰਦੇ ਸੀ ਇੰਟੈਂਸ ਪ੍ਰੇਅਰ ਦੇ ਵਿੱਚ ਸੀਗੇ। ਤੇ ਕੀ ਹੋਇਆ? ਪਰਮੇਸ਼ਵਰ ਦਾ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ ਆ। ਹਾਲੇਲੂਇਆ। ਇਹ ਪਾਵਰ ਆ ਪ੍ਰੇਅਰ ਦੀ, ਇੰਟੈਂਸ ਪ੍ਰੇਅਰ। 5 ਮਿੰਟ ਦੀ ਪ੍ਰੇਅਰ, ਰੋਟੀ ਦੇ ਉੱਤੇ ਕੀਤੀ ਹੋਈ ਪ੍ਰੇਅਰ, ਉਹਨੇ ਕੁਛ ਨਹੀਂ ਤੁਹਾਡੀ ਲਾਈਫ ਦੇ ਵਿੱਚ ਚੇਂਜ ਕਰਨਾ। ਜੇ ਅੱਜ ਤੁਸੀਂ ਆ ਨੇਸ਼ਨ ਜਿਹੜੀ ਕੋਈ ਇੱਕ ਵਾਰੀ ਕ੍ਰਿਸਚਨ ਨੇਸ਼ਨ ਸੀ, 99% ਲੋਕ ਜਿਹੜੇ ਚਰਚ ਜਾਣ ਵਾਲੇ ਸੀਗੇ, ਜੇ ਉਹ ਇੰਟੈਂਸ ਪ੍ਰੇਅਰ ਦੇ ਵਿੱਚ ਰਹਿੰਦੇ ਤੇ ਇਹ ਕੰਟਰੀ ਕਦੀ ਵੀ ਦੂਜੇ ਹੱਥਾਂ ਦੇ ਵਿੱਚ ਨਹੀਂ ਜਾ ਸਕਦੀ ਸੀ। ਅੱਜ ਤੁਸੀਂ ਦੇਖੋ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਆ? ਇੱਕ ਹਿੰਦੂ। ਸਕਾਟਲੈਂਡ ਦਾ ਪ੍ਰਧਾਨ ਮੰਤਰੀ ਕੌਣ ਆ? ਮੁਸਲਿਮ। ਗਵਾਲੀ ਨਾ ਕੰਟਰੀ, ਗਵਾਲੀ ਕੰਟਰੀ। ਪਰ ਹਾਲੇ ਵੀ ਜੇ ਦੁਬਾਰਾ ਆਪਾਂ ਰਿਪੈਂਟ ਕਰਕੇ ਇੱਕ ਚਰਚ ਇੰਗਲੈਂਡ ਦੇ ਵਿੱਚ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ, ਜੇ ਇੱਕ ਚਰਚ ਇੰਗਲੈਂਡ ਦੇ ਵਿੱਚ ਇੰਟੈਂਸ ਪ੍ਰੇਅਰ ਦੇ ਵਿੱਚ ਚੱਲ ਜਾਵੇ, ਰੋਜ਼ੇ ਪ੍ਰਾਰਥਨਾ ਦੇ ਵਿੱਚ ਚੱਲ ਜਾਵੇ, ਇਹ ਕੰਟਰੀ ਨੂੰ ਚੇਂਜ ਕਰਨਾ ਕੋਈ ਔਖਾ ਨਹੀਂਗਾ। ਹਾਲੇਲੂਇਆ। ਇਹ ਦੁਬਾਰਾ ਕੰਟਰੀ ਕ੍ਰਿਸਚਨਾਂ ਦੇ ਹੱਥਾਂ ਦੇ ਵਿੱਚ ਆ ਸਕਦੀ। ਸਿਰਫ ਇੱਕ ਚਰਚ ਮੈਂ ਕਹਿ ਰਿਹਾ ਹਾਂ, ਇੱਕ ਚਰਚ ਜਿਹੜੀ ਪ੍ਰਾਰਥਨਾ ਦੇ ਵਿੱਚ ਗੱਡੀ ਹੋਈ ਹੋਵੇ, ਜਿਹਦੇ ਦਿਲ ਦੇ ਵਿੱਚ ਹੋਵੇ ਨਹੀਂ ਮੈਂ ਇਹ ਕੰਟਰੀ ਨੂੰ ਵਾਪਸ ਲੈ ਕੇ ਆਉਣਾ। ਕਿਉਂ? ਕਿਉਂਕਿ ਮੇਰੇ ਬੱਚਿਆਂ ਨੇ ਇਸ ਕੰਟਰੀ ਦੇ ਵਿੱਚ ਵੱਡੇ ਹੋਣਾ। ਇਹ ਕੰਟਰੀ ਜਿਹਨੇ ਪੂਰੀ ਦੁਨੀਆ ਨੂੰ ਬਲੈਸ ਕਰ ਛੱਡਿਆ, ਦੁਨੀਆ ਦੇ ਕੋਨੇ ਤੱਕ ਪਰਮੇਸ਼ਵਰ ਦਾ ਵਚਨ ਲੈ ਗਏ। ਜੇ ਤੁਹਾਡੇ ਅੰਦਰ ਉਹ ਜੈਲਸੀ ਅੱਜ ਆ ਜਾਵੇ ਤੇ ਤੁਸੀਂ ਆਪਣੇ ਘੁਟਨਿਆਂ ਤੇ ਆ ਜਾਓ, ਇੰਟੈਂਸ ਪ੍ਰੇਅਰ ਦੇ ਵਿੱਚ ਚਲੇ ਜਾਓ, ਤੇ ਤੁਹਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂਗੀ, ਤੁਹਾਨੂੰ ਇਲੈਕਸ਼ਨ ਵੀ ਨਹੀਂ ਲੜਨ ਦੀ ਲੋੜ। ਪਰਮੇਸ਼ਵਰ ਦਾ ਆਤਮਾ ਇੱਦਾਂ ਦਾ ਕੰਮ ਕਰੂਗਾ ਕਿ ਇਹ ਕੰਟਰੀ ਦੁਬਾਰਾ 99% ਛੱਡ ਦਿਓ, 100% ਚਰਚ ਗੋਇੰਗ ਹੋ ਜਾਊਗੀ। ਮੈਂ ਬਿਲੀਵ ਕਰਦਾ। ਕੀ ਤੁਸੀਂ ਬਿਲੀਵ ਕਰਦੇ ਹੋ? ਹਾਲੇਲੂਇਆ। ਪ੍ਰੇਅਰ ਦੇ ਵਿੱਚ ਪਾਵਰ ਆ। ਪਰਮੇਸ਼ਵਰ ਦਾ ਆਤਮਾ, ਬਾਈਬਲ ਦੇ ਵਿੱਚ ਲਿਖਿਆ ਹਰ ਚੀਜ਼ ਪਰਮੇਸ਼ਵਰ ਦੇ ਆਤਮਾ ਦੇ ਲਈ ਪੋਸੀਬਲ ਆ। ਹਰ ਚੀਜ਼, ਹਰ ਕੋਈ ਦੁਨੀਆ ਦਾ ਇੱਦਾਂ ਦਾ ਕੰਮ ਨਹੀਂਗਾ। ਮੈਂ ਆਪਣੀ ਲਾਈਫ ਦੇ ਵਿੱਚ ਕੰਮ ਦੇਖੇ ਆ, ਮੈਂ ਇੱਦਾਂ ਦੇ ਕੰਮ ਦੇਖਿਆ ਜਿਹੜੇ ਕਦੀ ਹੋ ਨਹੀਂ ਸਕਦੇ ਸੀਗੇ, ਪਰ ਪ੍ਰੇਅਰ ਦੇ ਨਾਲ ਉਹ ਕੰਮ ਹੋਏ ਆ। ਪਰਮੇਸ਼ਵਰ ਦੇ ਆਤਮਾ ਤੋਂ ਵੱਡਾ ਤੇ ਪਾਵਰਫੁਲ ਕੋਈ ਮੀਡੀਅਮ ਹੈ ਨਹੀਂ, ਕੋਈ ਡੀਮਨ ਪਰਮੇਸ਼ਵਰ ਦੀ ਆਤਮਾ ਤੋਂ ਵੱਡਾ ਨਹੀਂਗਾ।
पर परमेश्वर अपने आप काम नहीं करते, कदी परमेश्वर अपने आप नहीं काम करते। क्यों? क्योंकि इस धरती की अथॉरिटी परमेश्वर ने किहनूं दित्ती सी? आदम नूं दित्ती सीगी। वो अथॉरिटी परमेश्वर ने वापस लई आ? बाइबल दे विच किते लिखिया भी मैं आदम नूं देती सी, वापस लै ली अथॉरिटी? नहीं, बल्कि प्रभु यीशु ने की किया कि मैं हर जित जित के कुंजियां किहनूं देतियां? चर्च नूं देतियां। अज परमेश्वर दी चर्च दे कोल हर चीज़ की चाबी आ, हर लॉक की चाबी आ, हर नेशन की चाबी परमेश्वर की चर्च दे कोल आ। पर जिन्नी देर परमेश्वर की चर्च उठदी नहीं आ, उस चाबी नूं उस लॉक दे विच पा के ते खोलदी नहीं आ, वो लॉक नहीं खुलने। पर चर्च नूं पहलां इनकाउंटर होना चाहिदा आ। वो चर्च इदां दी होनी चाहिदी है जिन्होंने परमेश्वर का इनकाउंटर होया होवे, जिन्हें परमेश्वर नूं रूबरू देखा होवे, परमेश्वर की पावर का इनकाउंटर किया होवे, उन्होंने पता होवे कि परमेश्वर की पावर की कर सकती है। जिद्दां खोजे ने देखा सीगा कि परमेश्वर की पावर जिहड़ी की आ, एक बंदे नूं उपर आउंदे ही गायब कर सकती है, उत्थों उठा के लैके जा सकती है। जिद्दां वो बुक ऑफ एक्ट्स, उस चर्च ने परमेश्वर की पावर का इनकाउंटर किया सीगा कि जदों परमेश्वर का आत्मा उतरिया तो की आ, घर की गूंज गया परमेश्वर की आत्मा दे नाल। तुसीं सोच के देखो, आपां इत्थे बैठे हाँ, इत्थे परमेश्वर का आत्मा एंटर होवे, सारा घर हिल जाए, ये हॉल हिल जाए, इत्थे गूंज जाए सारा कुछ, कि वो इनकाउंटर जदों सानू हो गया तो असीं सेम रवांगे? कभी भी सेम नहीं रह सकते। हालेलुया। ये परमेश्वर के इनकाउंटर की पावर आ। पर होना किद्दां आ? पहली कंडीशन परमेश्वर के लिए तड़प, परमेश्वर के लिए भुख ते प्यास। दूजी कंडीशन की आ? प्रेयर। हालेलुया। मैं कई बार सोचता हाँ कि जिहड़े हैड ऑफ द फैमिली आ, हैड ऑफ द फैमिली कौन है? घर दे पेरेंट्स, जिहड़े मेल आ, जिहड़े मेल आ, जिहड़े घर दे हैड आ, जे वो प्रेयरफुल होण, तुहाडी फैमिली किद्दां दी हो सकती है? मान लो एक जिहड़ा घर दा हैड आ, एक बाप आ जिहड़ा घर दे विच वो प्रेयरफुल होवे, ते जे किते रात नूं तुहाडे बच्चिआं दी जाग खुले, मान लो 2 वजे खुले, तो वो देखे भी मेरा डैड बैड ते नहीं पिया, ते डैड कित्थे आ? घुटनिआं दे उत्ते प्रेयर दे विच। हालेलुया। तुहाडे बच्चे किद्दां दे होणगे? फिर किद्दां दे होणगे तुहाडे बच्चे? रात नूं उन्हां दी 2 वजे जाग खुली है, 3 वजे जाग खुली है, ते बाप कित्थे बैठा? घुटनिआं ते। वो बाप जिहड़ा सवेरे उठा रहा, 5 वजे बच्चों उठा रहा, बच्चों उठ के की कह रहा? कोई भी काम करने तो पहला की है? प्रेयर करो। इत्थे आओ, आप घुटने ला के बहने आ, सारा परिवार बहिंदा आ, आप प्रेयर करते हैं, तो फैमिलीज किद्दां दियां होण? हालेलुया। ये बच्चे जिहड़े तुसीं इदां रेज करोगे, अज दी डेट दे विच सारे की सोचते आ? माहौल किद्दां दा आ, बाहर माहौल किद्दां दा आ, बच्चे की आ खराब हो रहे आ, वो साडे बच्चे स्कूल दे विच जा रहे आ, स्कूल दे विच माहौल बहुत खराब आ, किते साडे बच्चे नशिਆਂ दे विच ना चल जाण, किते साडे बच्चे व्यभिचार दे विच ना चल जाण, किते साडे बच्चे किते अज जिहड़ा सेम सैक्स मैरिजेस हो रही आ, ट्रांसजेंडर हो रहे आ। मैं बहुत क्रिश्चन बच्चे देख रहे अजकल, क्रिश्चन घरां दे विच पिछे जे सर्वे आया, 20 दे विचों जिहड़े क्रिश्चनां दी मैं गल कर रहा, जिहड़े अपने आप नूं क्रिश्चन कहंदे आ, 20 दे विचों 1 बच्चा ट्रांसजेंडर निकल रहा। मैं क्रिश्चनां दी दस रहा, इंग्लैंड दी दस रहा गल, इंग्लैंड दी, जिहड़े अपने आप नूं क्रिश्चन कहंदे आ, पर उन्हां दे विचों 20 दे विचों 1 बच्चा ट्रांसजेंडर निकल रहा, ऑक्सफोर्ड दे विच। ये ऑक्सफोर्ड दी रिपोर्ट मैं तुहानूं दस रहा हाँ। तो की तुहानूं लगदा कि अगर उस घर दा जिहड़ा हैड ऑफ द फैमिली आ, वो प्रेयरफुल हुंदा, कि उन्हां दे घर दे विच आ हो जांदा? की हुंदा? कदी भी नहीं हुंदा। पर असीं की आ? शैतान नूं मौका दिता अपने घरां दे विच। असीं शैतान नूं बांह फड़ के लैके आए कि शैतान साहब आओ साडे घर दे विच काम करो, साडे बच्चिआं दे विच काम करो। ते उहने की आ? तुसीं लीगल राइट दिते शैतान नूं, ते शैतान ने तुहाडे घरां दे विच काम कीता। क्रिश्चनां दे बच्चे अज व्यभिचार दे विच चले गए, क्रिश्चनां दे बच्चे अज नशिਆਂ दे विच चले गए। क्यों? क्योंकि जिहड़ा हैड ऑफ द फैमिली सीगा वो प्रेयरफुल नहीं सीगा। जे प्रेयर ओहदी सीगी ते किन्नी सीगी? 5 मिनट दी सीगी। या ओहदी प्रेयर किन्नी सीगी? रोटी दे उपर, परमेश्वर जी बरकत दिओ, परमेश्वर जी धन्नवाद, इनू मसा करो, इनू पवित्र करो, खाइए पीए ताकत पाइए।
ਤੁਸੀਂ ਤਾਂ ਤਾਕਤ ਪਾ ਲਈ, ਪਰ ਤੁਹਾਡੇ ਘਰ ਦੇ ਵਿੱਚ ਕਿੰਨੇ ਤਾਕਤ ਪਾ ਲਈ? ਸ਼ੈਤਾਨ ਨੇ। ਪਰ ਜਿਹੜੀ ਤਾਕਤ ਤੁਸੀਂ ਪ੍ਰੇਅਰ ਦੇ ਵਿੱਚ ਲੈਣੀ ਸੀਗੀ, ਉਹ ਤਾਕਤ ਜਿਹਨੇ ਤੁਹਾਡੀ ਫੈਮਿਲੀ ਚੇਂਜ ਕਰਨੀ ਸੀ, ਤੁਹਾਡੇ ਬੱਚੇ ਚੇਂਜ ਕਰਨੇ ਸੀਗੇ, ਉਹ ਤਾਕਤ ਤੁਸੀਂ ਗਵਾ ਲਈ। ਉਹ ਤਾਕਤ ਜਿਹਨੇ ਤੁਹਾਡੀ ਨੇਸ਼ਨ ਚੇਂਜ ਕਰਨੀ ਸੀਗੀ, ਉਹ ਤਾਕਤ ਤੁਸੀਂ ਗਵਾ ਲਈ। ਕਿਉਂ? ਕਿਉਂਕਿ ਤੁਹਾਡਾ ਜਿਹੜਾ ਧਨ ਆ, ਤੁਹਾਡੀ ਜੌਬ ਸੀਗੀ। ਤੁਸੀਂ ਜੌਬ ਨੂੰ ਤਾਂ 8 ਘੰਟੇ ਦਿੱਤੇ, 10 ਘੰਟੇ ਦਿੱਤੇ, 12 ਘੰਟੇ ਦਿੱਤੇ, ਪਰ ਪ੍ਰੇਅਰ ਨੂੰ ਕਿੰਨਾ ਟਾਈਮ ਦਿੱਤਾ? 5 ਮਿੰਟ। ਤੁਸੀਂ ਆਪਣੀ ਫੈਮਿਲੀ ਨੂੰ ਤਾਂ ਟਾਈਮ ਦਿੱਤਾ, ਹੌਲੀਡੇ ਤੇ ਵੀ ਲੈ ਕੇ ਗਏ, ਪਰ ਪ੍ਰੇਅਰ ਨੂੰ ਕਿੰਨਾ ਟਾਈਮ ਦਿੱਤਾ? 5 ਮਿੰਟ। ਸ਼ਾਇਦ ਹੌਲੀਡੇ ਤੇ ਜਦੋਂ ਜਾਂਦੇ ਉਹ 5 ਮਿੰਟ ਵੀ ਨਹੀਂ ਦਿੰਦੇ ਆਪਾਂ। ਹਾਲੇਲੂਇਆ। ਪਰ ਜਦੋਂ ਇੱਕ ਘਰ ਦਾ ਹੈਡ ਆ ਜਿਹੜਾ ਉਹ ਪ੍ਰੇਅਰਫੁਲ ਹੋਊਗਾ, ਉਹਦੇ ਬੱਚੇ ਉਹਨੂੰ ਦੇਖਣਗੇ ਤੇ ਪਰਮੇਸ਼ਵਰ ਵੀ ਤੁਹਾਨੂੰ ਦੇਖਣਗੇ। ਪਹਿਲਾ ਕੰਮ ਕੀ ਹੋਊਗਾ? ਤੁਹਾਨੂੰ ਇਨਕਾਊਂਟਰ ਹੋਊਗਾ ਪਰਮੇਸ਼ਵਰ ਦਾ। ਤੇ ਦੂਜਾ ਕੰਮ ਕੀ ਹੋਊਗਾ? ਜਿਸ ਤਰ੍ਹਾਂ ਪਰਮੇਸ਼ਵਰ ਨੇ ਆਪਣਾ ਦੂਤ ਭੇਜ ਕੇ ਫਿਲਿੱਪਸ ਨੂੰ ਭੇਜਿਆ ਤੇ ਖੋਜੇ ਨੂੰ ਇਨਕਾਊਂਟਰ ਹੋਇਆ, ਪਰਮੇਸ਼ਵਰ ਆਪਣੇ ਦੂਤਾਂ ਨੂੰ ਆਗਿਆ ਦੇਣਗੇ ਕਿ ਤੁਹਾਡੇ ਬੱਚਿਆਂ ਨੂੰ ਇਨਕਾਊਂਟਰ ਹੋਵੇ। ਹਾਲੇਲੂਇਆ। ਫਿਰ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਪੈਣੀ ਬੱਚਿਆਂ ਦੀ ਕਿ ਬੱਚੇ ਸਕੂਲ ਜਾ ਰਹੇ ਆ ਜਾਂ ਬੱਚੇ ਰਾਤ ਨੂੰ ਨਿਕਲੇ ਆ, ਸ਼ਾਇਦ ਨਾਈਟ ਕਲੱਬ ਜਾ ਰਹੇ ਆ। ਤੁਹਾਨੂੰ ਪਤਾ ਕਿ ਮੇਰੇ ਬੱਚੇ ਜਦੋਂ ਘਰੋਂ ਬਾਹਰ ਨਿਕਲਣਗੇ ਰੂਹਾਂ ਬਚਾਉਣ ਜਾਣਗੇ, ਮੇਰੇ ਬੱਚੇ ਸਕੂਲ ਵਿੱਚ ਜਾਣਗੇ। ਇਹ ਨਹੀਂ ਹੋ ਸਕਦਾ ਕਿ ਕੋਈ ਹੋਰ ਧਰਮ ਦਾ ਬੰਦਾ ਉਹਨਾਂ ਨੂੰ ਆਪਣੇ ਮਗਰ ਲਾ ਲੂਗਾ, ਬਲਕਿ ਸਾਡੇ ਬੱਚੇ ਉਹਨਾਂ ਨੂੰ ਗੋਸਪਲ ਸੁਣਾ ਕੇ ਉਹਨਾਂ ਦੀਆਂ ਰੂਹਾਂ ਬਚਾਉਣਗੇ। ਤੁਹਾਡੇ ਜਿਹੜੇ ਬੱਚੇ ਆ ਇਸ ਨੇਸ਼ਨ ਨੂੰ ਚੇਂਜ ਕਰਨ ਵਾਲੇ ਹੋਣਗੇ। ਹਾਲੇਲੂਇਆ। ਪਰ ਜੇ ਹੈਡ ਆਫ ਦਾ ਫੈਮਿਲੀ ਪ੍ਰੇਅਰਫੁਲ ਆ, ਪਰ ਜੇ ਹੈਡ ਆਫ ਦਾ ਫੈਮਿਲੀ ਪ੍ਰੇਅਰਫੁਲ ਨਹੀਂਗਾ, ਤੁਸੀਂ ਬਹੁਤ ਡੇਂਜਰਸ ਸਿਚੁਏਸ਼ਨ ਦੇ ਵਿੱਚ ਆ। ਸ਼ੈਤਾਨ ਕਈ ਵਾਰੀ ਦੇਖਦੇ ਕਿ ਸਭ ਤੋਂ ਜ਼ਿਆਦਾ ਵਿਗੜੇ ਹੋਏ ਕੀ ਆ? ਪਾਸਟਰਾਂ ਦੇ ਬੱਚੇ ਹੁੰਦੇ ਆ। ਤੁਹਾਨੂੰ ਪਤਾ, ਤੁਸੀਂ ਵੀ ਲਾਈਫ 'ਚ ਦੇਖੇ ਹੋਣਗੇ, ਮੈਂ ਬਹੁਤ ਜਾਣਦਾ ਆ। ਕਿਉਂ? ਕਿਉਂਕਿ ਸ਼ੈਤਾਨ ਦੇ ਸਭ ਤੋਂ ਜ਼ਿਆਦਾ ਅਟੈਕ ਜਿਹੜੇ ਪਰਮੇਸ਼ਵਰ ਦੇ ਵਿੱਚ ਹੁੰਦੇ ਆ ਉਹਨਾਂ 'ਤੇ ਹੁੰਦੇ ਆ। ਤੇ ਮੈਂ ਵੀ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤਾ। ਕਈ ਵਾਰੀ ਮੈਂ ਮਿਨਿਸਟਰੀ ਦੇ ਵਿੱਚ ਇੰਨਾ ਚੱਲ ਜਾਂਦਾ, ਇੰਨਾ ਜ਼ਿਆਦਾ ਚੱਲ ਜਾਣਾ, ਇੰਨਾ ਸੋਚਣਾ ਆਹ ਕਰਨਾ, ਮੈਂ ਇੰਨਾ ਬਿਜ਼ੀ ਹੋ ਜਾਣਾ ਪਿਛਲੇ ਦਿਨਾਂ ਦੇ ਵਿੱਚ। ਫਿਰ ਮੈਂ ਇੱਕ ਦਿਨ ਬੈਠ ਕੇ ਸੋਚਿਆ ਕਿ ਮੈਂ ਪਰਮੇਸ਼ਵਰ ਦਾ ਜਿਹੜਾ ਫੇਸ ਆ ਉਹਨੂੰ ਸੀਕ ਕਰ ਰਿਹਾ। ਪੌਲੁਸ ਨੇ ਆਹੀ ਕਿਹਾ ਸੀਗਾ ਨਾ ਚਰਚ ਨੂੰ ਕਿ ਤੁਸੀਂ ਸਭ ਕੁਝ ਸਹੀ ਕਰ ਰਹੇ ਆ, ਸਾਰਾ ਕੁਝ ਤੁਸੀਂ ਮਿਨਿਸਟਰੀ ਵੀ ਕਰ ਰਹੇ, ਤੁਸੀਂ ਚੈਰਿਟੀ ਵੀ ਕਰ ਰਹੇ ਆ, ਤੁਸੀਂ ਗੋਸਪਲ ਵੀ ਪ੍ਰੀਚ ਕਰ ਰਹੇ ਆ, ਤੁਸੀਂ ਰੂਹਾਂ ਵੀ ਬਚਾ ਰਹੇ ਆ, ਪਰ ਕਹਿੰਦਾ ਤੁਹਾਡਾ ਫਸਟ ਲਵ ਜਿਹੜਾ ਆ ਉਹ ਕੀ ਆ? ਠੰਡਾ ਪੈ ਗਿਆ ਪਰਮੇਸ਼ਵਰ ਲਈ। ਸੀਕਿੰਗ ਦਾ ਫੇਸ ਆਫ ਦਾ ਲੋਰਡ। ਇੰਟੈਂਸ ਪ੍ਰੇਅਰ ਦੇ ਵਿੱਚ ਤੁਸੀਂ ਸਾਰਾ ਕੁਝ ਕਰ ਸਕਦੇ ਆ। ਹੋ ਸਕਦਾ ਤੁਸੀਂ ਕਹੋ ਕਿ ਯਾਰ ਮੈਂ ਤਾਂ ਬਹੁਤ ਵਧੀਆ ਬੰਦਾ ਆ, ਮੈਂ ਹੁਣੀ 10 ਲੱਖ ਪਾਉਂਡ ਦੇ ਕੇ ਹਟਿਆ ਚਰਚ ਦੇ ਲਈ, ਜਾਂ ਮੈਂ ਪਾਸਟਰ ਨੂੰ ਹੁਣੀ 10,000 ਪਾਉਂਡ ਦਿੱਤਾ ਆ ਚਰਚ ਨੂੰ ਮੈਂ ਇੰਨੇ ਪੈਸੇ ਦਿੱਤੇ। ਵੈਰੀ ਗੁੱਡ। ਪਰ ਇਹ ਸਬਸਟੀਟਿਊਟ ਨਹੀਂ ਆ ਤੁਹਾਡੀ ਪ੍ਰੇਅਰ ਦਾ। ਜਿਹੜਾ ਕੰਮ ਤੁਹਾਡੀ ਪ੍ਰੇਅਰ ਨੇ ਕਰਨਾ, ਉਹ ਇੰਟੈਂਸ ਪ੍ਰੇਅਰ ਨੇ ਕਰਨਾ। ਤੁਸੀਂ 50,000 ਪਾਉਂਡ ਦੇ ਦਿਓ ਚਰਚ ਨੂੰ, ਤੁਸੀਂ ਚੈਰਿਟੀ ਕਰ ਲਓ, ਕੁੜੀਆਂ ਦੇ ਵਿਆਹ ਕਰ ਦਿਓ ਇੰਡੀਆ ਜਾ ਕੇ, ਗਰੀਬਾਂ ਨੂੰ ਘਰ ਲੈ ਕੇ ਦੇ ਦਿਓ, ਜੋ ਮਰਜ਼ੀ ਕਰ ਲਓ, ਪਰ ਤੁਹਾਡੀ ਪ੍ਰੇਅਰ ਦਾ ਸਬਸਟੀਟਿਊਟ ਇਹ ਨਹੀਂ ਹੋ ਸਕਦਾ ਕਦੀ ਵੀ। ਕਿਉਂਕਿ ਪਾਵਰ ਜਿਹੜੀ ਆ ਉਹ ਕਾਹਦੇ ਵਿੱਚ ਆ? ਪ੍ਰੇਅਰ ਦੇ ਵਿੱਚ ਆ। ਚੈਰਿਟੀ ਬਹੁਤ ਧਰਮ ਕਰਦੇ ਆ, ਪਰ ਪਾਵਰ ਕਿਹਦੇ ਕੋਲ ਆ? ਸਿਰਫ ਕ੍ਰਿਸਚੀਅਨਸ ਦੇ ਕੋਲ। ਕਿਹੜੇ ਕ੍ਰਿਸਚੀਅਨ ਦੇ ਕੋਲ? ਪ੍ਰੇਅਰਫੁਲ ਕ੍ਰਿਸਚੀਅਨਸ ਦੇ ਕੋਲ। ਸਿਰਫ ਪ੍ਰੇਅਰਫੁਲ ਕ੍ਰਿਸਚੀਅਨਸ ਦੇ ਕੋਲ ਆ। ਹੋਰ ਜਿਹੜੀ ਪਾਵਰ ਆ, ਜਿਹੜੀ ਅਥਾਰਟੀ ਆ, ਕਿਸੇ ਦੇ ਕੋਲ ਵੀ ਨਹੀਂ ਆ। ਹਾਲੇਲੂਇਆ। ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ, ਜਿਹੜੇ ਹੈਡ ਆਫ ਦਾ ਫੈਮਿਲੀ ਆ, ਤੁਸੀਂ ਆਪਣੀ ਫੈਮਿਲੀ ਨੂੰ ਸਭ ਕੁਝ ਦਿੰਦੇ ਹੋ, ਕੰਮ ਕਰਦੇ ਹੋ, ਉਹਨਾਂ ਲਈ ਸਾਰਾ ਕੁਝ ਬਾਏ ਕਰਦੇ ਹੋ, ਖਿਡੌਣੇ ਬਾਏ ਕਰਦੇ ਹੋ, ਕੱਪੜੇ ਬਾਏ ਕਰਦੇ ਹੋ, ਸ਼ੂ ਬਾਏ ਕਰਦੇ ਹੋ, ਹਰ ਚੰਗੀ ਚੀਜ਼। ਮੈਂ ਬਹੁਤ ਲੋਕਾਂ ਨੂੰ ਜਾਣਦਾ ਕਿ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਅੱਜ ਤੱਕ ਮਿੱਟੀ ਨਹੀਂ ਲੱਗਣ ਦਿੱਤੀ। ਇੱਦਾਂ ਕਈ ਕਹਿੰਦੇ ਮਿੱਟੀ ਨਹੀਂ ਲੱਗਣ ਦਿੱਤੀ। ਮੈਂ ਜਿੱਥੇ ਜਾਂਦੇ ਗੱਡੀ ਦੇ ਵਿੱਚ ਲੈ ਕੇ ਜਾਣਾ, ਹਰ ਚੀਜ਼ ਵਧੀਆ ਕਰਨਾ। ਪਰ ਕੀ ਤੁਸੀਂ ਪ੍ਰੇਅਰ ਦੇ ਵਿੱਚ ਆਪਣੇ ਬੱਚੇ ਲਾਏ ਆ? ਪਹਿਲਾਂ ਕੀ ਤੁਸੀਂ ਲੱਗੇ ਹੋ ਪ੍ਰੇਅਰ ਦੇ ਵਿੱਚ? ਪਹਿਲੀ ਗੱਲ ਤਾਂ ਆ ਕਿ ਤੁਹਾਨੂੰ ਪਰਮੇਸ਼ਵਰ ਦਾ ਇਨਕਾਊਂਟਰ ਹੋ ਗਿਆ ਆ। ਬੱਚਿਆਂ ਦੀ ਤਾਂ ਬਾਅਦ ਦੀ ਗੱਲ ਆ। ਆਪਣੀ ਫੈਮਿਲੀ ਨੂੰ ਲੀਡ ਕਰੋ ਇੱਕ ਐਗਜ਼ਾਮਪਲ ਦੇ ਨਾਲ। ਤੁਹਾਡੇ ਬੱਚਿਆਂ ਨੇ ਇਹ ਨਹੀਂ ਸੁਣਨਾ ਕਿ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ, ਪਰ ਉਹਨਾਂ ਨੇ ਤੁਹਾਡੀ ਲਾਈਫ ਦੇਖਣੀ ਆ ਕਿ ਮੇਰੇ ਬਾਪ ਦੀ ਲਾਈਫ ਕਿੱਦਾਂ ਦੀ ਆ। ਅਗਰ ਤੁਸੀਂ ਉਹਨਾਂ ਨੂੰ ਚੰਗੀਆਂ ਗੱਲਾਂ ਸਾਰੀਆਂ ਕਹੀ ਜਾਓ, ਪਰ ਤੁਹਾਡੀ ਲਾਈਫ ਦੇ ਵਿੱਚ ਨਾ ਪ੍ਰੇਅਰ ਆ, ਨਾ ਫਾਸਟਿੰਗ ਆ, ਨਾ ਕੋਈ ਫੈਲੋਸ਼ਿਪ ਆ, ਨਾ ਚਰਚ ਆ, ਕੀ ਉਹ ਤੁਹਾਡੀ ਸੁਣੋਗੇ? ਕਦੀ ਵੀ ਨਹੀਂ ਸੁਣਨੀ। ਮੈਂ ਤੁਹਾਨੂੰ ਅੱਜ ਕਹਿੰਦਾ ਆ, ਐਜ਼ ਯੋਰ ਪਾਸਟਰ, ਐਜ਼ ਯੋਰ ਲੀਡਰ, ਆਪਣੀ ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ,
ਆਪਣੇ ਛੋਟੇ ਭਰਾਵਾਂ ਨੂੰ, ਈਵਨ ਜੇ ਤੁਹਾਡੇ ਮਾਂ ਪਿਓ ਵੀ ਪਰਮੇਸ਼ਵਰ ਦੇ ਵਿੱਚ ਨਹੀਂ ਆ, ਇੱਕ ਐਗਜ਼ਾਮਪਲ ਪੇਸ਼ ਕਰੋ ਆਪਣੀ ਲਾਈਫ ਦੀ, ਇੱਕ ਐਗਜ਼ਾਮਪਲ ਬਣ ਕੇ ਲੀਡ ਕਰੋ, ਤਾਂ ਕਿ ਤੁਹਾਡੇ ਬੱਚੇ ਜਦੋਂ ਵੱਡੇ ਹੋਣ ਤੇ ਉਹ ਸਿਰ ਉਠਾ ਕੇ ਕਹਿ ਸਕਣ ਕਿ ਇਹ ਸਾਡਾ ਡੈਡ ਸੀ, ਇਹ ਮੈਂ ਡੈਡ ਤੋਂ ਸਿੱਖਿਆ। ਮੇਰੀ ਲਾਈਫ ਦੇ ਵਿੱਚ ਜਿਹੜਾ ਮੈਂ ਇੰਨਾ ਪਰਮੇਸ਼ਵਰ ਦਾ ਕੰਮ ਕਰ ਰਿਹਾ, ਇਹ ਕੀ ਆ? ਇਹ ਮੇਰੇ ਡੈਡ ਦੀ ਲੈਗੇਸੀ ਆ। ਮੈਂ ਉਹਨੂੰ ਪੂਰਾ ਕਰ ਰਿਹਾ, ਜੋ ਉਹਨੇ ਸਟਾਰਟ ਕੀਤਾ ਸੀਗਾ ਮੈਂ ਉਹਨੂੰ ਅੱਗੇ ਵਧਾ ਰਿਹਾ। ਇਹ ਨਾ ਹੋਵੇ ਕਿ ਤੁਹਾਡੀਆਂ ਗਲਤੀਆਂ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਜਾਂ ਮੈਂ ਗਲਤੀਆਂ ਕੀਤੀਆਂ, ਉਹਦਾ ਜਿਹੜਾ ਖਮਿਆਜਾ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇ, ਜਿਹੜੀਆਂ ਕਿ ਅੱਜ ਤੁਸੀਂ ਦੇਖਦੇ ਆ ਜਿਹੜੀ ਵਾਈਟ ਇੰਗਲਿਸ਼ ਕਮਿਊਨਿਟੀ ਆ, ਉਹਨਾਂ ਦੇ ਬੱਚੇ ਭੁਗਤ ਰਹੇ ਆ। ਕਿਉਂਕਿ ਉਹ ਉਸ ਟਾਈਮ 'ਤੇ ਜਦੋਂ ਉਹਨਾਂ ਦਾ ਟਾਈਮ ਸੀਗਾ, ਉਹਨਾਂ ਨੇ ਪਾਵਰ ਅਥੋਰਿਟੀ ਆਪਣੇ ਹੱਥੀ ਸ਼ੈਤਾਨ ਨੂੰ ਦੇ ਦਿੱਤੀ। ਉਹਨਾਂ ਨੇ ਪਰਮੇਸ਼ਵਰ ਦੇ ਨਾ ਤਾਂ ਵਚਨ ਦਾ ਮੁੱਲ ਪਾਇਆ, ਨਾ ਪਰਮੇਸ਼ਵਰ ਦੀ ਪਾਵਰ ਦਾ, ਨਾ ਪਰਮੇਸ਼ਵਰ ਦੀ ਅਥੋਰਿਟੀ ਦਾ, ਨਾ ਉਸ ਮਸੇ ਦਾ ਜਿਹੜਾ ਇਸ ਕੰਟਰੀ ਦੇ ਉੱਤੇ ਸੀਗਾ। ਅਤੇ ਇਹ ਕੰਟਰੀ ਕੀ ਆ? ਗਲਤ ਰਸਤੇ 'ਤੇ ਚਲੀ ਗਈ। ਹਾਲੇਲੂਇਆ। ਕਿਹੜੀਆਂ ਦੋ ਚੀਜ਼ਾਂ ਆ? ਪਹਿਲੀ ਚੀਜ਼ ਕਿਹੜੀ ਆ? ਦੂਜੀ ਚੀਜ਼ ਇੰਟੈਂਸ ਪ੍ਰੇਅਰ। ਤੀਜੀ ਚੀਜ਼ ਬਹੁਤ ਇੰਪੋਰਟੈਂਟ ਆ, ਫੈਲੋਸ਼ਿਪ। ਫੈਲੋਸ਼ਿਪ ਤੁਹਾਡੀ ਜਿਹੜੀ ਆ, ਜਿੰਨੀ ਦੇਰ ਤੁਹਾਡੀ ਫੈਲੋਸ਼ਿਪ ਸਹੀ ਨਹੀਂ ਆ, ਓਨੀ ਦੇਰ ਤੁਹਾਡੀ ਲਾਈਫ ਸਹੀ ਨਹੀਂ ਗਈ। ਲਾਈਫ ਸਹੀ ਹੋ ਹੀ ਨਹੀਂ ਸਕਦੀ ਓਨੀ ਦੇਰ ਜਿੰਨੀ ਦੇਰ ਤੁਹਾਡੀ ਫੈਲੋਸ਼ਿਪ ਰਾਈਟ ਪੀਪਲ ਦੇ ਨਾਲ ਨਹੀਂ ਗੀ। ਜਿਹੜੇ ਰਾਈਟ ਪਰਸਨ ਆ, ਤੁਹਾਡਾ ਫਰੈਂਡ ਸਰਕਲ ਆ ਜਿਹੜਾ, ਉਹ ਰਾਈਟ ਨਹੀਂ ਗਾ। ਮੈਂ ਕਈ ਬੰਦਿਆਂ ਨੂੰ ਸੁਣਿਆ, ਉਹਨਾਂ ਨੂੰ ਜੇ ਕਹਿ ਦਿਓ ਕਿ ਭਾਜੀ ਚਰਚ ਜਾਇਆ ਕਰੋ, ਉਹ ਕਹਿੰਦੇ ਨਹੀਂ ਚਰਚਾਂ ਦੇ ਵਿੱਚ ਆਹ ਕੰਮ ਹੁੰਦੇ, ਉਹ ਕੰਮ ਹੁੰਦੇ, ਮੈਂ ਚਰਚ ਨਹੀਂ, ਮੈਂ ਘਰੇ ਹੀ ਪ੍ਰੇਅਰ ਕਰ ਲੈਂਦਾ। ਸ਼ਾਇਦ ਹੋ ਸਕਦਾ ਇੱਕ ਟਾਈਮ 'ਤੇ ਉਹਨਾਂ ਦੀ ਲਾਈਫ ਬਹੁਤ ਸਹੀ ਹੋਵੇ, ਪਰ ਟਾਈਮ ਬੀਤਣ ਦੇ ਨਾਲ ਕੀ ਉਹਨਾਂ ਦੀ, ਮੈਂ ਬਹੁਤ ਬੰਦਿਆਂ ਦੀ ਲਾਈਫ ਦੇਖੀ ਆ, ਠੰਡੀ ਹੋ ਗਈ। ਜਿਹੜੇ ਕਹਿੰਦੇ ਸੀ ਮੈਂ ਘਰੇ ਹੀ ਰੱਬ ਦਾ ਨਾਂ ਲੈ ਲੈਣਾ, ਉਹ ਰੱਬ ਦਾ ਨਾਂ ਲੈ ਪਹਿਲਾਂ ਸ਼ਾਇਦ ਜ਼ਿਆਦਾ ਲੈਂਦੇ ਹੋਗੇ, ਥੋੜਾ ਕਰਦੇ ਖਤਮ ਹੋ ਗਿਆ ਉਹਨਾਂ ਦੀ ਲਾਈਫ ਦੇ ਵਿੱਚੋਂ। ਕਿਉਂ? ਕਿਉਂਕਿ ਉਹਨਾਂ ਦੀ ਫੈਲੋਸ਼ਿਪ ਜਿਹੜੀ ਆ ਸਹੀ ਨਹੀਂ ਸੀਗੀ, ਉਹਨਾਂ ਦੀ ਫੈਲੋਸ਼ਿਪ ਸਹੀ ਬੰਦਿਆਂ ਦੇ ਨਾਲ ਨਹੀਂ ਸੀ। ਤੁਹਾਡੀ ਫੈਲੋਸ਼ਿਪ, ਤੁਹਾਡਾ ਫਰੈਂਡ ਸਰਕਲ ਸਹੀ ਹੋਣਾ ਬਹੁਤ ਜ਼ਰੂਰੀ ਆ। ਜੇ ਬਾਈਬਲ ਦੇ ਵਿੱਚ ਦੇਖੀਏ, ਜਿਹੜੇ ਪਰਮੇਸ਼ਵਰ ਆ, ਇੱਕ ਇਨਸਾਨ ਦੀ ਤੁਲਨਾ ਕਿਹਦੇ ਨਾਲ ਕਰਦੇ ਆ? ਮੋਸਟ ਆਫ ਦਾ ਟਾਈਮ ਜਦੋਂ ਤੁਸੀਂ ਬਾਈਬਲ ਦੇ ਵਿੱਚ ਦੇਖਦੇ ਹੋ, ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਇੱਕ ਧਰਮੀ ਜਨ ਆ, ਉਹ ਇੱਕ ਟਰੀ ਦੀ ਤਰ੍ਹਾਂ ਆ, ਇੱਕ ਵ੍ਰਿਕਸ਼ ਦੇ ਤਰ੍ਹਾਂ ਆ, ਜਿਹੜਾ ਕੀ ਆ? ਨਦੀ ਦੇ ਕਿਨਾਰੇ 'ਤੇ ਲੱਗਾ ਹੋਇਆ। ਸਾਮ 1:3, ਸਾਮ ਭਜਨ ਸੰਹਿਤਾ ਉਹਦਾ ਚੈਪਟਰ 1 ਤੇ ਵਰਸ 3, ਉੱਥੇ ਤੁਸੀਂ ਲਿਖਿਆ ਦੇਖੋ, ਤੇ ਇੱਕ ਇਨਸਾਨ ਦੀ ਤੁਲਨਾ ਜਿਹੜੀ ਹੈ ਕਿ ਟਰੀ ਦੇ ਨਾਲ ਕੀਤੀ ਗਈ ਹੈ। ਅਤੇ ਮੈਂ ਕੁਇਕਲੀ ਟਰਾਈ ਕਰਦਾ ਫਿਨਿਸ਼ ਕਰਨ ਦੀ। ਉਹਦੀ ਤੁਲਨਾ ਇੱਕ ਟਰੀ ਦੇ ਨਾਲ ਕੀਤੀ ਗਈ ਹੈ। ਇੱਕ ਜਰਮਾਇਆ, ਜੇ ਤੁਸੀਂ ਜਰਮਾਇਆ ਦੀ ਬੁੱਕ ਆਫ ਜਰਮਾਇਆ ਪੜ੍ਹੋ, ਤੁਸੀਂ ਨੋਟ ਕਰ ਲਓ, ਬਾਅਦ 'ਚ ਤੁਸੀਂ ਦੇਖ ਸਕਦੇ ਆ। ਬੁੱਕ ਆਫ ਜਰਮਾਇਆ ਉਹਦਾ ਚੈਪਟਰ 17 ਵਰਸ 8, ਉੱਥੇ ਵੀ ਇਹ ਲਿਖਿਆ ਕਿ ਜਿਹੜਾ ਇੱਕ ਇਨਸਾਨ ਆ, ਉਹ ਵ੍ਰਿਕਸ਼ ਦੀ ਤਰ੍ਹਾਂ ਆ, ਇੱਕ ਟਰੀ ਦੀ ਤਰ੍ਹਾਂ ਆ। ਟਰੀ ਨੂੰ ਜਦੋਂ ਆਪਾਂ ਦੇਖਦੇ ਹਾਂ, ਟਰੀ ਕਿੱਦਾਂ ਬਣਦਾ ਆ? ਟਰੀ ਪਹਿਲਾਂ ਇੱਕ ਬੀਜ ਹੁੰਦਾ, ਬੀਜ ਤੋਂ ਇੱਕ ਪਲਾਂਟ ਬਣਦਾ, ਪਲਾਂਟ ਤੋਂ ਟਰੀ ਬਣਦਾ। ਪਰ ਪਲਾਂਟ ਜਦੋਂ ਹੁੰਦਾ ਆ, ਜਦੋਂ ਆਪਾਂ ਇੱਕ ਨਿਊ ਬਲੀਵਰ ਹੁੰਦੇ ਆ, ਮੰਨ ਲਓ ਆਪਾਂ ਛੋਟੇ ਹੁੰਦੇ ਆ ਜਾਂ ਨਿਊ ਬਲੀਵਰ ਹੁੰਦੇ, ਨਵੇਂ ਵਿਸ਼ਵਾਸੀ ਹੁੰਦੇ ਆ, ਅਤੇ ਆਪਾਂ ਇੱਕ ਕੀ ਆ, ਛੋਟੇ ਪਲਾਂਟ ਦੇ ਵਾਂਗੂ ਹੁੰਦੇ। ਇੱਕ ਜਿਹੜਾ ਛੋਟਾ ਆ, ਹਾਲੇ ਟਰੀ ਨਹੀਂ ਬਣਿਆ, ਉਹ ਛੋਟਾ ਆ, ਪਰ ਉਹ ਪਲਾਂਟ ਦੇ ਲਈ ਬਹੁਤ ਇੰਪੋਰਟੈਂਟ ਕੀ ਆ? ਉਹਦੀ ਬੇਸਿਕ ਚੀਜ਼ਾਂ ਕੀ ਆ? ਪਹਿਲੀ ਚੀਜ਼ ਹੈਗੀ ਉਹਦੇ ਲਈ ਗਰਾਊਂਡ, ਜਿਹਦੇ ਵਿੱਚ ਉਹ ਲੱਗਾ ਆ। ਸੋਇਲ ਕਹਿ ਲਓ, ਮਿੱਟੀ ਜਿਹਦੇ ਵਿੱਚ ਉਹ ਲੱਗਾ, ਉਹ ਗਰਾਊਂਡ ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਆ, ਕਿਉਂਕਿ ਉਹ ਤੋਂ ਉਹਨੇ ਹਰ ਚੀਜ਼ ਲੈਣੀ ਆ। ਜਿਹਨੂੰ ਮਿਨਰਲਸ ਚਾਹੀਦੇ ਆ, ਜੋ ਵੀ ਉਹਨੂੰ ਇੱਕ ਟਰੀ ਬਣਨ ਲਈ ਚਾਹੀਦਾ ਆ, ਉਹਨੇ ਕਾਹਦੇ ਵਿੱਚੋਂ ਲੈਣਾ? ਗਰਾਊਂਡ ਦੇ ਵਿੱਚੋਂ। ਗਰਾਊਂਡ ਕੀ ਰਿਪਰੈਜ਼ੈਂਟ ਕਰਦੀ ਆ? ਚਰਚ। ਗਰਾਊਂਡ ਕੀ ਆ? ਜਿੱਦਾਂ ਇੱਕ ਪਲਾਂਟ ਦੇ ਲਈ ਸੋਇਲ ਆ, ਗਰਾਊਂਡ ਆ, ਉੱਦਾਂ ਹੀ ਇੱਕ ਵਿਸ਼ਵਾਸੀ ਦੇ ਲਈ ਕੀ ਆ? ਚਰਚ ਆ। ਚਰਚ ਜਿਹੜੀ ਆ ਤੁਹਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਤਾਂ ਕਰਕੇ ਜਿਹੜੀ ਚਰਚ ਤੁਹਾਨੂੰ ਚੁਣਨੀ ਆ, ਉਹ ਬਹੁਤ ਵਾਈਜ਼ਲੀ ਚੁਣਨੀ ਚਾਹੀਦੀ ਆ।
ਜੇ ਤੁਸੀਂ ਲਿਊਕਵਾਰਮ ਚਰਚ ਦੇ ਵਿੱਚ ਫਸ ਗਏ, ਤੁਸੀਂ ਕਦੀ ਪਰਮੇਸ਼ਵਰ ਦਾ ਇਨਕਾਊਂਟਰ ਨਹੀਂ ਲੈ ਸਕਦੇ, ਕਿਉਂਕਿ ਤੁਹਾਡੀ ਫੈਲੋਸ਼ਿਪ ਜਿਹੜੀ ਆ ਉਹ ਲਿਊਕਵਾਰਮ ਬੰਦਿਆਂ ਦੇ ਨਾਲ ਆ। ਤੁਹਾਨੂੰ ਜਿੱਦਾਂ ਇੱਕ ਪਲਾਂਟ ਨੂੰ ਜਿਹੜੇ ਐਸੈਂਸ਼ੀਅਲ ਮਿਨਰਲਸ ਆ, ਜਿਹੜੇ ਉਹਨੂੰ ਗਰੋ ਕਰਨ ਲਈ ਚਾਹੀਦੇ ਆ, ਉਹ ਜੇ ਉਹਨੂੰ ਨਹੀਂ ਮਿਲਣਗੇ, ਕੀ ਉਹ ਗਰੋ ਚੰਗੀ ਤਰ੍ਹਾਂ ਕਰ ਪਾਊਗਾ? ਕੀ ਕਰੂਗਾ ਗਰੋ? ਸ਼ਾਇਦ ਉਹ ਵੱਡਾ ਟਰੀ ਵੀ ਬਣ ਜਾਵੇ, ਪਰ ਕਿੱਦਾਂ? ਜਿੱਦਾਂ ਸਤਮਾਇਆ ਨਹੀਂ ਹੁੰਦਾ ਬੱਚਾ, ਸਤਮਾਇਆ ਬੱਚਾ ਹੁੰਦਾ ਜਿੱਦਾਂ ਕਿ ਕੁਪੋਸ਼ਣ ਦਾ ਸ਼ਿਕਾਰ। ਸੇਮ ਚੀਜ਼ ਜਿਹੜੀ ਚਰਚ ਆ, ਚਰਚ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਫਾਇਰ ਫਿਲਡ ਚਰਚ, ਜੇ ਇਸ ਚਰਚ ਦੇ ਵਿੱਚ ਪਰਮੇਸ਼ਵਰ ਦੇ 5 ਕੰਮ ਹੋ ਰਹੇ ਆ। ਇਹਦੇ ਉੱਤੇ ਮੈਂ ਤੁਹਾਨੂੰ ਬਾਅਦ ਵਿੱਚ ਵਚਨ ਦਊਂਗਾ ਕਦੀ, ਮੈਂ ਤੁਹਾਨੂੰ ਦੱਸ ਦਿੰਦਾ। ਪਹਿਲਾਂ ਜਦੋਂ ਪੌਲ ਕਹਿੰਦਾ, ਪੌਲ ਨੇ ਇੱਕ ਸਟਰਕਚਰ ਦੱਸਿਆ ਕਿ ਚਰਚ ਦਾ ਸਟਰਕਚਰ ਕੀ ਹੋਣਾ ਚਾਹੀਦਾ ਆ। ਪੌਲ ਕਹਿੰਦਾ ਸਭ ਤੋਂ ਪਹਿਲਾਂ ਚਰਚ ਦੇ ਵਿੱਚ ਉਹਨੇ ਕੀ ਇਸਟੈਬਲਿਸ਼ ਕੀਤੇ? ਅਪੋਸਲਸ। ਪਹਿਲੇ ਨੰਬਰ 'ਤੇ ਪਾਸਟਰ ਨਹੀਂ, ਪਹਿਲੇ ਨੰਬਰ 'ਤੇ ਕੌਣ? ਅਪੋਸਲਸ। ਦੂਜੇ ਨੰਬਰ 'ਤੇ ਪ੍ਰੋਫਿਟਸ। ਅਪੋਸਲਸ, ਪ੍ਰੋਫਿਟਸ, ਫਿਰ ਕੀ? ਪਾਸਟਰਸ। ਤੀਜੇ 'ਤੇ ਇਵੈਂਜਲਿਸਟ, ਚੌਥੇ 'ਤੇ ਪਾਸਟਰ, ਤੇ 5ਵੇਂ 'ਤੇ ਜਾ ਕੇ ਟੀਚਰਸ। 5-fold ਮਿਨਿਸਟਰੀ ਇਹਨੂੰ ਕਹਿੰਦੇ ਆ। ਅਗਰ ਉਸ ਚਰਚ ਦੇ ਵਿੱਚ ਅਪੋਸਲ ਨਹੀਂ ਗਏ ਜਿਹੜੇ ਤੁਹਾਨੂੰ ਇਨਕਰੇਜਮੈਂਟ, ਤੁਸੀਂ ਆਉਂਦੇ ਆ ਸੁਣ ਕੇ ਚੱਲ ਜਾਂਦੇ, ਤੁਹਾਡੀ ਲਾਈਫ 'ਚ ਕੋਈ ਚੇਂਜ ਨਹੀਂ। ਪਰ ਜਿਹੜਾ ਇੱਕ ਅਪੋਸਲ ਹੁੰਦਾ ਆ, ਉਹ ਕੀ ਤੁਹਾਨੂੰ ਅਪੋਸਲ ਦਾ ਪੰਜਾਬੀ ਦੇ ਵਿੱਚ ਮਤਲਬ ਆ ਪ੍ਰੇਰਿਤ, ਜਿਹੜਾ ਤੁਹਾਨੂੰ ਪ੍ਰੇਰਿਤ ਕਰਦਾ ਵੀ ਜਾਓ ਬਾਹਰ ਜਾ ਕੇ ਇਵੈਂਜਲਿਜ਼ਮ ਕਰੋ, ਜਾਓ ਆਪਣੀ ਚਰਚ ਸਟਾਰਟ ਕਰੋ, ਰੂਹਾਂ ਬਚਾਓ, ਲੋਕਾਂ ਨੂੰ ਜਾ ਕੇ ਸੁਸਮਾਚਾਰ ਦੱਸੋ, ਉਹ ਅਪੋਸਲ ਹੁੰਦਾ ਆ। ਪ੍ਰੋਫਿਟ, ਜੇ ਤੁਹਾਡੀ ਚਰਚ 'ਚ ਪ੍ਰੋਫੈਟਿਕ ਨੇਗਾ, ਤੁਸੀਂ ਡੇਂਜਰਸ ਪੋਜੀਸ਼ਨ 'ਤੇ। ਚਰਚ ਦੇ ਵਿੱਚ, ਇਹ ਮੈਂ ਨਹੀਂ ਕਹਿ ਰਿਹਾ, ਪੌਲ ਕਹਿ ਰਿਹਾ ਆ, ਉਹਨੇ ਸਟਰਕਚਰ ਦੱਸਿਆ ਕਿ ਚਰਚ ਦਾ ਸਟਰਕਚਰ ਕਿੱਦਾਂ ਹੋਣਾ ਚਾਹੀਦਾ। ਫਿਰ ਇਵੈਂਜਲਿਸਟ, ਤੁਹਾਡੀ ਚਰਚ ਜਿਹੜੀ ਆ ਇਵੈਂਜਲਿਜ਼ਮ ਕਰਨ ਵਾਲੀ ਹੋਣੀ ਚਾਹੀਦੀ ਆ। ਉਹਦਾ ਪਾਸਟਰ ਇਵੈਂਜਲਿਜ਼ਮ ਕਰਨ ਵਾਲਾ ਹੋਣਾ ਚਾਹੀਦਾ ਆ, ਉਹਦੇ ਲੀਡਰਸ ਇਵੈਂਜਲਿਜ਼ਮ ਕਰਨ ਵਾਲੇ ਹੋਣੇ ਚਾਹੀਦੇ। ਉਸ ਚਰਚ ਦਾ ਜਿਹੜਾ ਵਿਜ਼ਨ ਆ ਉਹ ਰੂਹਾਂ ਬਚਾਉਣ ਵਾਲਾ ਹੋਣਾ ਚਾਹੀਦਾ ਆ। ਫਿਰ ਉਸ ਚਰਚ ਦੇ ਵਿੱਚ ਪਾਸਟਰ ਹੋਣਾ ਚਾਹੀਦਾ। ਪਾਸਟਰ ਦਾ ਕੀ ਕੰਮ ਆ? ਕਿ ਜਿਹੜੀਆਂ ਭੇਡਾਂ ਆ ਉਹਨਾਂ ਨੂੰ ਪਾਸਟੋਰੇਟ ਕਰਨਾ, ਉਹਨਾਂ ਨੂੰ ਸੰਭਾਲ ਕੇ ਰੱਖਣਾ, ਉਹਨਾਂ ਦੀ ਕੇਅਰ ਕਰਨੀ, ਇਹ ਪਾਸਟਰ ਦਾ ਕੰਮ ਆ। ਐਂਡ 'ਤੇ ਕੀ ਆ? ਟੀਚਰ, ਜਿਹੜਾ ਤੁਹਾਨੂੰ ਟੀਚ ਕਰਦਾ ਆ। ਇਹ 5 ਚੀਜ਼ਾਂ ਚਰਚ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ। ਪਰ ਅੱਜ ਜੇ ਤੁਸੀਂ ਚਰਚ ਦਾ ਸਟਰਕਚਰ ਦੇਖਦੇ, ਕੀ ਦੇਖਦੇ ਆ ਤੁਸੀਂ? ਬੋਲੋ, ਕੀ ਦੇਖਦੇ ਚਰਚ ਦੇ ਵਿੱਚ? ਪਾਸਟਰ। ਕੀ ਇਹ ਚਰਚ ਆ? ਚਰਚ ਪਾਵਰਲੈਸ ਕੱਲ੍ਹ ਹੀ ਆ, ਕਿਉਂਕਿ ਜਿਹੜਾ ਬਿਬਲੀਕਲ ਸਟਰਕਚਰ ਆ, ਜਿਹੜਾ ਡਿਵਾਈਨ ਸਟਰਕਚਰ ਆ, ਜਿਹੜਾ ਉੱਪਰੋਂ ਉਤਰ ਕੇ ਆਇਆ, ਉਹ ਤਾਂ ਚਰਚ ਵਿੱਚ ਹੈ ਹੀ ਨਹੀਂ। ਨਾ ਚਰਚ ਦੇ ਵਿੱਚ ਹੀਲਿੰਗ ਆ, ਨਾ ਡਿਲੀਵਰੈਂਸ ਆ, ਨਾ ਪ੍ਰੋਫੈਟਿਕ ਆ। ਕੀ ਆ? ਥੋੜੀ ਟੀਚਿੰਗ ਆ ਤੇ ਇੱਕ ਪਾਸਟਰ ਆ। ਕੀ ਚਰਚ ਗਰੋ ਕਰੂਗੀ? ਕੀ ਤੁਸੀਂ ਗਰੋ ਕਰ ਲਓਗੇ ਚਰਚ ਦੇ ਵਿੱਚ? ਮੈਂ ਤਾਂ ਨਹੀਂ ਕਰ ਸਕਦਾ ਚਰਚ ਦੇ ਵਿੱਚ ਗਰੋ, ਕਿਉਂਕਿ ਤੁਹਾਨੂੰ ਜਿਹੜੇ ਐਸੈਂਸ਼ੀਅਲ ਮਿਨਰਲਸ ਆ, ਜਿਹੜੀ ਤੁਹਾਡੀ ਐਸੈਂਸ਼ੀਅਲ ਟੀਚਿੰਗ ਆ, ਤੁਹਾਡਾ ਡਿਵਾਈਨ ਇਨਕਾਊਂਟਰ ਆ, ਤੁਸੀਂ ਲੈ ਹੀ ਨਹੀਂ ਰਹੇ ਚਰਚ ਦੇ ਵਿੱਚ। ਤੁਹਾਡੀ ਚਰਚ ਵਿੱਚ ਹੀਲਿੰਗ ਹੀ ਨਹੀਂ ਹੋ ਰਹੀ, ਕੋਈ ਗਵਾਹੀ ਨਹੀਂ ਬਣ ਰਹੀ, ਤੁਹਾਨੂੰ ਇਨਕਾਊਂਟਰ ਕਿੱਦਾਂ ਹੋਊਗਾ ਪਰਮੇਸ਼ਰ ਦਾ? ਪਰ ਜੇ ਹਰ ਵੀਕ, ਐਵਰੀ ਸਿੰਗਲ ਵੀਕ ਤੁਸੀਂ ਗਵਾਹੀਆਂ ਦੇਖ ਰਹੇ ਆ, ਤੁਸੀਂ ਪ੍ਰੋਫੈਟਿਕ ਦੇਖ ਰਹੇ ਆ, ਤੁਹਾਡੀ ਚਰਚ 'ਚ ਪ੍ਰੋਫੈਟਿਕ ਹੋ ਰਿਹਾ, ਉਹ ਤੁਹਾਡੇ ਲਈ ਕੀ ਆ? ਇੱਕ ਇਨਕਾਊਂਟਰ ਆ। ਤੁਸੀਂ ਪਰਮੇਸ਼ਵਰ ਦੀ ਪਾਵਰ ਦਾ ਇਨਕਾਊਂਟਰ ਕਰ ਰਹੇ ਆ। ਤਾਂ ਕਰਕੇ ਜਿਹੜੀ ਚਰਚ ਆ, ਚਰਚ ਨੂੰ ਚੂਜ਼ ਕਰਨ ਦੇ ਵਿੱਚ ਤੁਹਾਨੂੰ ਬਹੁਤ ਵਾਈਜ਼ ਹੋਣਾ ਚਾਹੀਦਾ। 100 ਕਿਲੋਮੀਟਰ 'ਤੇ ਆ ਚਰਚ, ਪਾਵਰਫੁਲ ਚਰਚ ਆ, ਜੀਵਿਤ ਚਰਚ ਆ, ਉੱਥੇ ਜਾਓ। ਜੇ ਤੁਹਾਡੇ ਘਰ ਦੇ ਨਾਲ ਆ, ਉੱਥੇ ਜਾਓ। ਪਰ ਚਰਚ ਜਿਹੜੀ ਹੈ ਤੁਹਾਡੀ ਪਾਵਰਫੁਲ ਹੋਣੀ ਚਾਹੀਦੀ ਆ। ਮੰਨ ਲਓ ਤੁਹਾਡੇ ਕੋਲ ਇੱਕ ਬਹੁਤ ਵਧੀਆ ਸੀਡ ਆ, ਹਾਈ ਕੁਆਲਿਟੀ ਦਾ, ਮੰਨ ਲਓ ਕਿ ਬਹੁਤ ਵਧੀਆ ਕੋਈ, ਮੰਨ ਲਓ ਕਿ ਅਨਾਰ ਦੇ ਬੂਟੇ ਦਾ ਤੁਹਾਡੇ ਕੋਲ ਸੀਡ ਆ, ਹੈ ਨਾ। ਤੁਸੀਂ ਉਹਨੂੰ ਰੇਤਾ ਦੇ ਵਿੱਚ ਲਾ ਦਿਓ, ਕਿ ਉਹ ਨਿਕਲ ਆਊਗਾ? ਬੋਲੋ, ਨਿਕਲ ਆਊਗਾ? ਨਹੀਂ ਨਿਕਲ ਸਕਦਾ। ਉਹਨੂੰ ਗਰਾਊਂਡ ਚਾਹੀਦੀ ਆ, ਪ੍ਰੋਪਰ ਫਰਟਾਈਲ ਗਰਾਊਂਡ ਚਾਹੀਦੀ ਹੈ, ਜਿਹਦੇ ਵਿੱਚ ਉਹ ਗਰੋ ਹੋ ਸਕੇ, ਜਿਹਦੇ ਵਿੱਚ ਸਭ ਕੁਛ ਮਿਨਰਲਸ, ਵਿਟਾਮਿਨਸ ਉਹ ਲੈ ਸਕੇ, ਪਾਣੀ ਲੈ ਸਕੇ, ਤੇ ਫਿਰ ਉਹ ਗਰੋ ਹੋਊਗਾ। ਫਿਰ ਉਹ ਕੀ ਹੈ? ਇੱਕ ਵੱਡਾ ਆਪਣੇ ਟਾਈਮ ਦੇ ਉੱਤੇ ਦਰਖਤ ਬਣ ਜਾਊਗਾ। ਫਾਇਰ ਫਿਲਡ ਚਰਚ ਦੀ ਤੁਹਾਡੀ ਲਾਈਫ ਦੇ ਵਿੱਚ ਇੰਪੋਰਟੈਂਸ ਹੋਣੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਫਾਇਰ ਫਿਲਡ ਚਰਚ ਦੇ ਵਿੱਚ ਨਹੀਂ ਜੁੜੇ ਹੋਏ ਤੇ ਤੁਸੀਂ ਗਰੋ ਨਹੀਂ ਹੋ ਸਕਦੇ। ਮੈਂ ਕਈ ਲੋਕਾਂ ਨੂੰ ਜਾਣਦਾ
ਜਿਹੜੇ ਇੰਡੀਆ ਤੋਂ ਤਾਂ ਆਏ ਸੀਗੇ, ਜਦੋਂ ਇੰਡੀਆ ਤੋਂ ਆਏ ਬਹੁਤ ਫਾਇਰ ਫੀਲਡ ਸੀਗੇ, ਪਰ ਇੰਗਲੈਂਡ ਆ ਕੇ ਕਹਿੰਦੇ, ਮੈਨੂੰ ਕਈ ਵਾਰੀ ਕਹਿੰਦੇ ਭਾਜੀ ਪਤਾ ਨਹੀਂ ਕੀ ਹੋਇਆ, ਇੰਡੀਆ ਦੇ ਵਿੱਚ ਤਾਂ ਬਹੁਤ ਦੁਆ ਕਰਦੇ ਸੀ, ਇੱਥੇ ਆ ਕੇ ਨਹੀਂ ਦੁਆ ਕਰ ਹੁੰਦੀ। ਉੱਥੇ ਕੀ ਆ, ਜੀਵਿਤ ਚਰਚਾਂ ਦਾ ਹਿੱਸਾ ਸੀਗੇ, ਤੁਹਾਡੀ ਫੈਲੋਸ਼ਿਪ, ਤੁਹਾਡੇ ਚਾਰੇ ਪਾਸੇ ਪ੍ਰੇਅਰ ਕਰਨ ਵਾਲੇ ਲੋਕ ਸੀਗੇ, ਤੁਹਾਡੇ ਪਾਸਟਰ ਪ੍ਰੇਅਰ ਕਰਨ ਵਾਲੇ ਸੀਗੇ, ਤੁਹਾਡੇ ਪਾਸਟਰ ਪ੍ਰੋਫੈਟਿਕ ਸੀਗੇ, ਹੀਲਿੰਗ ਕਰਨ ਵਾਲੇ, ਡਿਲੀਵਰੈਂਸ ਕਰਨ ਵਾਲੇ ਸੀਗੇ। ਪਰ ਇੱਥੇ ਆ ਕੇ ਕੀ ਹੋਇਆ, ਲਿਊਕ ਵਾਰਮ ਚਰਚਿਸ, ਸੌਰੀ ਟੂ ਸੇ। ਮੈਂ ਐਵਰੀ ਡੇ ਪ੍ਰੇਅਰ ਕਰਦਾ, ਐਵਰੀ ਚਰਚ ਲਈ ਮੈਂ ਪ੍ਰੇਅਰ ਕਰਦਾ ਕਿ ਪਰਮੇਸ਼ਵਰ ਦਾ ਆਤਮਾ ਚਰਚਾਂ ਦੇ ਵਿੱਚ ਉਤਰੇ। ਇਹ ਕੋਈ ਕੰਡੈਮ ਕਰਨ ਵਾਲੀ ਨਹੀਂ ਹੈ ਕਿਸੇ ਚਰਚ ਨੂੰ, ਪਰ ਇਹ ਜਿੰਨੀ ਦੇਰ ਸਾਨੂੰ ਪਤਾ ਨਹੀਂ ਲੱਗਦਾ ਉਨੀ ਦੇਰ ਅਸੀਂ ਆਪਣੀ ਲਾਈਫ ਦੇ ਵਿੱਚ ਚੇਂਜ ਨਹੀਂ ਲਿਆ ਸਕਦੇ। ਸਾਨੂੰ ਪਹਿਲਾਂ ਪਤਾ ਹੋਊਗਾ, ਫਿਰ ਉਹਦੇ ਉੱਪਰ ਐਕਸ਼ਨ ਲਵਾਂਗੇ। ਪਰ ਚਰਚਿਸ ਲਈ ਪ੍ਰੇਅਰ ਕਰਨੀ ਬਹੁਤ ਜ਼ਰੂਰੀ ਆ। ਸਾਡਾ ਗਰੁੱਪ ਆ, ਕਈ ਵਾਰੀ ਅਸੀਂ 6 ਹੁੰਦੇ ਆ, 4 ਹੁੰਦੇ ਆ, 5 ਹੁੰਦੇ ਆ, ਕਈ ਵਾਰੀ ਸਾਡੀ 2 ਵੀਕ ਦੀ ਪ੍ਰੇਅਰ ਲਗਾਤਾਰ ਚੱਲਦੀ ਆ। ਪਰ ਵੀਕ ਦੇ ਵਿੱਚ 2 ਦਿਨ ਦੀ ਪ੍ਰੇਅਰ ਐਵਰੀ ਸਿੰਗਲ ਡੇ 6 o'clock in the morning ਅਸੀਂ ਇਕੱਠੇ ਹੁੰਦੇ ਆ ਔਨਲਾਈਨ ਤੇ ਪ੍ਰੇਅਰ ਕਰਦੇ। ਪ੍ਰੇਅਰ ਕਾਹਦੇ ਲਈ ਕਰਦੇ ਆ? ਪਰਮੇਸ਼ਵਰ ਤੁਹਾਡਾ ਆਤਮਾ ਹਰ ਚਰਚ ਦੇ ਉੱਤੇ ਉਤਰੇ, ਪਰਮੇਸ਼ਵਰ ਤੁਹਾਡਾ ਸਾਮਰਥ ਹਰ ਲੀਡਰ ਦੇ ਉੱਤੇ, ਹਰ ਪਾਸਟਰ ਦੇ ਉੱਤੇ ਉਤਰੇ, ਤਾਂ ਕਿ ਤੁਹਾਡੀਆਂ ਚਰਚਿਸ ਲਿਊਕ ਵਾਰਮ ਨਾ ਰਹਿਣ, ਬਲਕਿ ਕੀ ਆ, ਫਾਇਰ ਦੇ ਨਾਲ ਭਰੀਆਂ ਹੋਣ। ਜਿਹੜਾ ਸਟਰਕਚਰ ਬਾਈਬਲ ਦੇ ਵਿੱਚ ਕਿਹਾ ਗਿਆ ਆ, ਉਹ ਸਟਰਕਚਰ ਤੁਹਾਡੀਆਂ ਚਰਚਿਸ ਦੇ ਵਿੱਚ ਆਵੇ, ਰੂਹਾਂ ਬਚਾਈਆਂ ਜਾ ਸਕਣ। ਤਾਂ ਦੇਖਿਓ ਚਰਚਿਸ ਕਿੱਦਾਂ ਨਹੀਂ ਭਰਦੀਆਂ। ਫਿਰ ਕਹਿੰਦੇ ਕਿ ਬੱਚੇ ਚਰਚ ਜਾਣਾ ਲਾਈਕ ਨਹੀਂ ਕਰਦੇ, ਬੱਚੇ ਕਹਿੰਦੇ ਅਸੀਂ ਬੋਰ ਹੁੰਦੇ ਚਰਚ ਦੇ ਵਿੱਚ ਜਾ ਕੇ, ਕੀ ਕਰੀਏ ਅਸੀਂ ਉੱਥੇ ਜਾ ਕੇ। ਬਾਕੀ ਧਰਮਾਂ ਦਾ ਤਾਂ ਸੌਖਾ ਆ ਨਾ ਕਿ ਜਾਓ ਤੁਸੀਂ ਜਾ ਕੇ ਮੱਥਾ ਟੇਕੋ, ਪਾਓ, ਦੈਟਸ ਇਟ, ਮੱਥਾ ਟੇਕਣ ਹੀ ਜਾਂਦੇ ਆ ਨਾ। ਤੇ ਜੇ ਤਾਂ ਉੱਦਾਂ ਦਾ ਆਪਣੇ ਵੀ ਕੋਈ ਕੌਨਸੈਪਟ ਹੁੰਦਾ, ਬੱਚੇ ਆਉਂਦੇ ਮੱਥਾ ਟੇਕਦੇ ਚਲੇ ਜਾਂਦੇ, ਕਹਿੰਦੇ ਠੀਕ ਆ। ਪਰ ਸਾਡੇ ਉਹ ਕੌਨਸੈਪਟ ਨਹੀਂ ਗਾ, ਕਿਉਂਕਿ ਸਾਡਾ ਪਰਮੇਸ਼ਵਰ ਕੀ ਆ, ਜੀਵਿਤ ਆ, ਉਹ ਮੁਰਦਾ ਪਰਮੇਸ਼ਵਰ ਨਹੀਂ ਆ। ਉਹ ਇਹ ਨਹੀਂ ਆ ਕਿ ਤੁਹਾਡੇ 5 ਪਾਉਂਡ ਦਾ ਭੁੱਖਾ ਆ, ਤੁਸੀਂ ਆਏ ਮੱਥਾ ਟੇਕਿਆ 5 ਪਾਉਂਡ ਪਾਏ ਤੇ ਚਲੇ ਗਏ, ਦੈਟਸ ਇਟ। ਉਹ ਇੰਨੇ ਕੁ ਦੇ ਨਾਲ ਖੁਸ਼ ਹੋਣ ਵਾਲਾ ਪਰਮੇਸ਼ਵਰ ਨਹੀਂ ਗਾ, ਉਹ ਤੁਹਾਡੀ ਲਾਈਫ ਚਾਹੁੰਦਾ ਆ। ਹਾਲੇਲੂਇਆ। ਦੂਜੀ ਚੀਜ਼, ਇੱਕ ਪਲਾਂਟ ਨੂੰ ਕੀ ਚਾਹੀਦੀ ਹੁੰਦੀ ਆ? ਇੱਕ ਤਾਂ ਸੋਇਲ ਹੋ ਗਿਆ, ਬਹੁਤ ਇੰਪੋਰਟੈਂਟ ਆ। ਦੂਜੀ ਚੀਜ਼, ਇੱਕ ਪਲਾਂਟ ਨੂੰ ਟਰੀ ਬਣਨ ਦੇ ਲਈ, ਗਰੋ ਹੋਣ ਦੇ ਲਈ ਕੀ ਚਾਹੀਦੀ ਆ? ਲਾਈਟ ਚਾਹੀਦੀ ਆ, ਪਾਣੀ ਵੀ ਚਾਹੀਦਾ ਆ, ਥੈਂਕ ਯੂ। ਲਾਈਟ ਚਾਹੀਦੀ ਆ, ਉਹਨੂੰ ਸਨਲਾਈਟ ਚਾਹੀਦੀ ਆ। ਇੱਦਾਂ ਹੀ ਆ ਨਾ, ਜੇ ਉਹਦੇ ਪੱਤਿਆਂ ਦੇ ਵਿੱਚ ਲਾਈਟ ਨਹੀਂ ਆ, ਕਈ ਵਾਰੀ ਤੁਸੀਂ ਇੱਕ ਕੋਈ ਛੋਟਾ ਬੂਟਾ ਲੈ ਲਓ, ਉਹਨੂੰ ਡਾਰਕ ਦੇ ਵਿੱਚ ਰੱਖ ਦਿਓ, ਗਰੋ ਹੀ ਨਹੀਂ ਹੁੰਦਾ, ਸੜ ਜਾਂਦਾ, ਮਰ ਜਾਂਦਾ। ਉਹਨੂੰ ਲਾਈਟ ਚਾਹੀਦੀ ਆ। ਲਾਈਟ ਕੀ ਆ? ਪਰਮੇਸ਼ਵਰ ਸਭ ਤੋਂ ਵੱਡੀ ਲਾਈਟ ਆ। ਲਾਈਟ ਧਰਤੀ ਤੇ 2 ਤਰ੍ਹਾਂ ਨਾਲ ਹੋ ਸਕਦਾ। ਇੱਕ ਲਾਈਟ ਆ ਕਿ ਤੁਸੀਂ ਆਪਣੇ ਸਰਕਲ ਤੋਂ ਲੈ ਸਕਦੇ ਹੋ, ਜਿਹੜੇ ਤੁਹਾਡੇ ਅਰਾਊਂਡ ਆ, ਤੁਹਾਡੇ ਫਰੈਂਡ ਆ। ਜੇ ਤਾਂ ਉਹ ਬਾਈਬਲ ਬਿਲੀਵਿੰਗ ਬਿਲੀਵਰਸ ਆ, ਪ੍ਰੇਅਰ ਕਰਨ ਵਾਲੇ ਆ, ਰੂਹਾਂ ਬਚਾਉਣ ਵਾਲੇ ਆ, ਐਵੈਂਜਲਿਜ਼ਮ ਕਰਨ ਵਾਲੇ ਆ, ਤਾਂ ਉਹਨਾਂ ਤੋਂ ਤੁਹਾਨੂੰ ਕੀ ਮਿਲੂਗੀ? ਲਾਈਟ। ਪਰ ਜੇ ਤੁਹਾਡਾ ਫਰੈਂਡ ਸਰਕਲ ਨਸ਼ੇ ਕਰਨ ਵਾਲਾ ਆ, ਵਿਭਚਾਰ ਕਰਨ ਵਾਲਾ ਆ, ਲੜਾਈਆਂ ਕਰਨ ਵਾਲਾ ਆ, ਉੱਥੋਂ ਤੁਹਾਨੂੰ ਕੀ ਮਿਲੂਗੀ? ਡਾਰਕਨੈਸ, ਅੰਧੇਰਾ ਮਿਲੂਗਾ। ਤੁਹਾਡੀ ਲਾਈਫ 'ਚ ਕੀ ਹੋ ਜਾਊਗਾ? ਅੰਧੇਰਾ। ਹਾਲੇਲੂਇਆ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਬਾਈਬਲ ਤੋਂ, ਕਿ ਜਿਹੜਾ ਬਾਈਬਲ ਦੇ ਵਿੱਚ ਐਗਜ਼ਾਮਪਲਾਂ ਦਿੱਤੀਆਂ ਗਈਆਂ ਕਿ ਇਨਸਾਨ ਲਈ ਪਰਮੇਸ਼ਵਰ ਨੇ ਐਗਜ਼ਾਮਪਲ ਦਿੱਤੀ ਐਜ਼ ਅ ਟਰੀ, ਤੇ ਜਦੋਂ ਤੁਸੀਂ ਇੱਕ ਇਨਸਾਨ ਦੇ ਨਾਲ ਕੰਪੇਅਰ ਕਰਦੇ ਤਾਂ ਬਹੁਤ ਚੀਜ਼ਾਂ ਮੈਚ ਹੁੰਦੀਆਂ ਹੈ। ਜੇ ਆਪਾਂ ਇੰਨਾ ਹੀ ਸਿੱਖ ਲਈਏ ਕਿ ਇੱਕ ਇਨਸਾਨ ਟਰੀ ਦੇ ਵਰਗਾ ਆ, ਤੇ ਟਰੀ ਨੂੰ ਗਰੋ ਹੋਣ ਲਈ ਕੀ ਚਾਹੀਦਾ ਆ, ਤਾਂ ਜੇ ਉਹ ਖਤਮ ਹੁੰਦਾ ਹੈ ਤਾਂ ਉਹਦੇ ਪਿੱਛੇ ਕੀ ਕਾਰਨ ਆ, ਸਾਡੀ ਲਾਈਫ ਉੱਦਾਂ ਹੀ ਚੇਂਜ ਹੋ ਸਕਦੀ ਆ। ਤੁਹਾਡਾ ਫਰੈਂਡ ਸਰਕਲ ਜਿਹੜਾ ਆ, ਤੁਹਾਨੂੰ ਉੱਚਾ ਚੱਕਣ ਦੇ ਵਿੱਚ ਜਾਂ ਤੁਹਾਨੂੰ ਤਬਾਹ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ। ਮੈਨੂੰ ਅੱਜ ਤੋਂ 4 ਸਾਲ ਪਹਿਲਾਂ ਪਤਾ ਲੱਗਾ ਸੀਗਾ ਕਿ ਮੇਰੇ ਸਿਰ 'ਤੇ ਅਨੋਇੰਟਿੰਗ ਆ। ਮੈਨੂੰ ਕਿਹਾ ਨਹੀਂ ਸੀ ਕਿਸੇ ਨੇ, ਪਰ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਸਿਰ 'ਤੇ ਅਨੋਇੰਟਿੰਗ ਆ, ਮੈਂ ਪਰਮੇਸ਼ਵਰ ਦੇ ਕੰਮ ਕਰਨੇ ਆ। ਮੈਂ ਕਿਹਾ 4.5 ਸਾਲ ਪਹਿਲਾਂ ਮੈਂ ਸਾਰੇ ਫੋਨ ਚੱਕਣੇ ਬੰਦ ਕਰ ਦਿੱਤੇ। ਮੇਰਾ ਫਰੈਂਡ ਸਰਕਲ ਇੰਨਾ ਬੈਡ ਵੀ ਨਹੀਂ ਸੀ, ਪਰ ਸਟਿਲ ਉਹਦੇ ਵਿੱਚ ਨੌਨ ਬਿਲੀਵਰ ਸੀਗੇ। ਕਈ ਵਾਰੀ ਤੁਸੀਂ ਗੱਲ ਕਰਦੇ ਸੀਗੇ, ਮਜ਼ਾਕ ਕਰਨ ਵਾਲੇ ਸੀ, ਕਿਉਂਕਿ ਪਰਮੇਸ਼ਵਰ ਕਹਿੰਦਾ ਕਿ ਠੱਠਾ ਕਰਨ ਵਾਲਿਆਂ ਤੋਂ ਪਰਮੇਸ਼ਵਰ ਨਾਰਾਜ਼ ਹੁੰਦੇ, ਖੁਸ਼ ਨਹੀਂ ਹੁੰਦੇ। ਮੇਰਾ ਫਰੈਂਡ ਸਰਕਲ ਸੀਗਾ, ਐਵਰੀ ਸਿੰਗਲ ਬੰਦੇ ਦਾ ਮੈਂ ਫੋਨ ਚੱਕਣਾ ਬੰਦ ਕਰ ਦਿੱਤਾ। ਅਤੇ ਮੈਂ ਇਸ ਕੰਟਰੀ ਦੇ ਵਿੱਚ ਇਲੀਗਲ ਇਮੀਗਰੈਂਟ ਰਿਹਾ ਕਾਫੀ ਦੇਰ, ਪਰ ਉਹਨਾਂ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਹੋਈ ਸੀ ਤਾਂ ਅਸੀਂ ਪੱਕੇ ਹੋਏ ਸੀਗੇ।
ਤੇ ਲੋਕਾਂ ਨੇ ਕਹਿਣਾ ਸਟਾਰਟ ਕਰ ਦਿੱਤਾ ਵੀ ਇਹ ਪੱਕੇ ਹੋ ਗਏ, ਇਹਨਾਂ ਦੀ ਆਕੜ ਹੋ ਗਈ ਆ ਹੁਣ, ਇਹ ਫੋਨ ਨਹੀਂ ਚੱਕਦੇ। ਪਰ ਤੁਸੀਂ ਕਿਸੇ ਨੂੰ ਦੱਸ ਥੋੜ੍ਹੀ ਸਕਦੇ ਹੋ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਚੱਲ ਰਿਹਾ। ਉਹ ਪ੍ਰੈਪਰੇਸ਼ਨ ਟਾਈਮ ਸੀਗਾ। ਜੇ ਮੈਂ ਉਹ ਸਰਕਲ ਆਪਣਾ ਉਸ ਟਾਈਮ 'ਤੇ ਨਾ ਖ਼ਤਮ ਕਰਦਾ ਤਾਂ ਅੱਜ ਮੈਂ ਇੱਥੇ ਨਾ ਖੜਾ ਹੁੰਦਾ। 4 ਸਾਲ ਮੈਨੂੰ ਲੱਗ ਗਏ, 4 ਤੋਂ ਮੇਰੇ ਖਿਆਲ 4.5 ਸਾਲ ਹੋ ਗਏ। ਮੈਂ ਸਾਰਾ ਫਰੈਂਡ ਸਰਕਲ ਖ਼ਤਮ ਕਰ ਦਿੱਤਾ। ਕਿਸੇ ਨੂੰ ਮਿਲਣਾ ਨਹੀਂ, ਕਿਸੇ ਦੇ ਜਾਣਾ ਨਹੀਂ, ਕਿਸੇ ਪਾਰਟੀ 'ਤੇ ਨਹੀਂ ਜਾ ਰਿਹਾ, ਕਿਸੇ ਬਰਥਡੇ 'ਤੇ ਨਹੀਂ ਜਾ ਰਿਹਾ, ਕਿਸੇ ਦਾ ਫੋਨ ਨਹੀਂ ਚੱਕ ਰਿਹਾ। ਉਹਨਾਂ ਨੇ ਟਰਾਈ ਕੀਤੀ, ਫੋਨ ਕਰਦੇ ਰਹੇ, ਮੈਸੇਜ ਕਰਦੇ ਰਹੇ, ਜਾਂ ਤੇਰੀ ਆਕੜ ਹੋ ਗਈ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਪਰ ਹੌਲੀ ਹੌਲੀ ਕੀ ਆ, ਸਾਰੇ ਹਟ ਗਏ। ਪਰ ਉਹ ਟਾਈਮ ਮੇਰੇ ਗਰੋ ਹੋਣ ਦਾ ਸੀਗਾ। ਇੱਕ ਟਾਈਮ ਸੀਗਾ ਮੇ ਵੀ ਸ਼ਾਇਦ 3 ਸਾਲ ਤੱਕ ਮੈਨੂੰ ਇੰਨਾ ਇਕੱਲਾਪਨ ਮਹਿਸੂਸ ਹੋਇਆ ਕਿ ਮੈਨੂੰ ਲੱਗਦਾ ਸੀ ਕਿ ਯਾਰ ਦੁਨੀਆ 'ਤੇ ਮੇਰੀ ਕੋਈ ਗੱਲ ਸੁਣਨ ਵਾਲਾ ਹੀ ਹੈ ਨਹੀਂ ਗਾ। ਮੈਂ ਤਾਂ ਬਹੁਤ ਦੁਨੀਆ 'ਤੇ ਇਕੱਲਾ ਆ। ਕਾਸ਼ ਕੋਈ ਹੋਵੇ ਜਿੰਨਾ ਮੈਂ ਆਪਣੀ ਗੱਲ ਕਰ ਸਕਾਂ, ਮੇਰਾ ਕੋਈ ਫਰੈਂਡ ਹੋ ਸਕੇ। ਕਈ ਬਹੁਤ ਗੱਲਾਂ ਹੁੰਦੀਆਂ ਕਿ ਜਿੱਦਾਂ ਤੁਸੀਂ ਗੱਲ ਕਰਦੇ ਹੋ ਤੁਹਾਡਾ ਮਨ ਹਲਕਾ ਹੋ ਜਾਂਦਾ ਨਾ। ਯਕੀਨ ਮੰਨਿਓ 3 ਸਾਲ ਤੱਕ ਮੇਰਾ ਕੋਈ ਇੱਦਾਂ ਦਾ ਬੰਦਾ ਨਹੀਂ ਸੀ ਜਿਹਦੇ ਨਾਲ ਮੈਂ ਗੱਲ ਕਰ ਸਕਾਂ, ਆਪਣੇ ਦਿਲ ਦੀ ਮਤਲਬ ਗੱਲ ਕਰਕੇ ਮੈਂ ਹਲਕਾ ਹੋ ਸਕਾਂ। ਕੋਈ ਇੱਕ ਬੰਦਾ ਧਰਤੀ 'ਤੇ ਹੈ ਨਹੀਂ ਸੀਗਾ। ਪਰ ਫਿਰ ਮੈਂ ਪ੍ਰੇਅਰ ਕਰਦਾ ਰਿਹਾ। ਉਹ ਤੋਂ ਬਾਅਦ 'ਚੋਂ ਪਰਮੇਸ਼ਵਰ ਨੇ ਜਿਹੜੇ ਬੰਦੇ ਮੇਰੀ ਲਾਈਫ ਦੇ ਵਿੱਚ ਲੈ ਕੇ ਆਉਂਦੇ, ਉਹਦੇ ਵਿੱਚੋਂ 2 ਮੇਨ ਬੰਦੇ ਆ, ਦੋਨੇ ਪ੍ਰੋਫਿਟ ਆ। ਅੱਜ ਕੋਈ ਵੀ ਗੱਲ ਹੁੰਦੀ ਆ, ਮੇ ਬੀ ਸ਼ਾਇਦ ਹੁਣ ਪ੍ਰੇਅਰ 'ਤੇ ਆਉਣ ਤੋਂ ਪਹਿਲਾਂ 1 ਘੰਟਾ ਮੈਂ ਉਹਨਾਂ ਨਾਲ ਗੱਲ ਕਰਕੇ ਹਟਿਆ ਇੱਥੇ ਆਉਣ ਤੋਂ ਪਹਿਲਾਂ। ਅਤੇ ਗੱਲ ਕਰਦੇ ਕਰਦੇ ਜਦੋਂ 40 ਮਿੰਟ ਸਾਡੀ ਗੱਲ ਹੋਈ ਆ, ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪ੍ਰੋਫਿਟ, ਆਪਾਂ ਨੂੰ ਰੋਜ਼ ਗੱਲ ਕਰਨੀ ਚਾਹੀਦੀ ਆ। ਮੈਂ ਗੱਡੀ ਚਲਾ ਰਿਹਾ ਸੀਗਾ ਤਾਂ ਮੈਨੂੰ ਅਨੋਇੰਟਿੰਗ ਫੀਲ ਹੋ ਰਹੀ ਸੀਗੀ ਜਦੋਂ ਮੈਂ ਗੱਲ ਕਰ ਰਿਹਾ ਸੀਗਾ। ਇਹ ਲਾਈਟ ਆ, ਜਿਹੜਾ ਤੁਹਾਡਾ ਸਰਕਲ ਆ, ਅਗਰ ਉਹ ਪ੍ਰੇਅਰ ਕਰਨ ਵਾਲਾ ਆ, ਜੇ ਤੁਹਾਡੇ ਸਰਕਲ ਦੇ ਵਿੱਚ ਪਾਸਟਰਸ ਆ, ਪ੍ਰੀਚਰਸ ਆ, ਇਵੈਂਜਲਿਸਟਸ ਆ ਅਤੇ ਪ੍ਰੋਫਿਟਸ ਆ, ਅਤੇ ਤੁਹਾਨੂੰ ਕੀ ਮਿਲੂਗੀ ਉਹਦੇ ਨਾਲ? ਲਾਈਟ। ਪਰ ਜੇ ਤੁਹਾਡਾ ਸਰਕਲ ਹੀ ਖਰਾਬ ਆ ਤਾਂ ਤੁਹਾਡੀ ਲਾਈਫ ਵੀ ਖਰਾਬ ਆ। ਹਾਲੇਲੂਇਆ। ਇੱਕ ਮੈਂ ਪੜ੍ਹ ਰਿਹਾ ਸੀਗਾ, ਲਾਸਟ ਵੀਕ ਮੈਂ ਸਟੱਡੀ ਕਰ ਰਿਹਾ ਸੀਗਾ ਫਾਰਮਿੰਗ ਦੇ ਉੱਤੇ। ਮੈਨੂੰ ਥੋੜ੍ਹਾ ਜਿਹਾ ਸ਼ੌਂਕ ਵੀ ਆ ਫਾਰਮਿੰਗ ਦਾ, ਖੇਤੀਬਾੜੀ ਦਾ। ਮੈਂ ਉਹਦੇ ਬਾਰੇ ਸਿੱਖ ਰਿਹਾ ਸੀਗਾ, ਅਤੇ ਬੜਾ ਇੱਕ ਇੰਟਰਸਟਿੰਗ ਜਿਹੜੀ ਨਿਊ ਸਟੱਡੀਜ਼ ਆਈ ਆ, ਮੈਂ ਉਹਦੇ ਬਾਰੇ ਪੜ੍ਹ ਰਿਹਾ ਸੀਗਾ। ਉਹਨਾਂ ਨੇ ਦੱਸਿਆ ਕੰਪੈਨੀਅਨ ਫਾਰਮਿੰਗ, ਇਹ ਨਵਾਂ ਕੌਨਸੈਪਟ ਆਇਆ ਬਹੁਤ, ਮੇਰੇ ਖਿਆਲ 'ਚ ਇੰਡੀਆ 'ਚ ਵੀ ਹਾਲੇ ਇਸ ਬਾਰੇ ਨਹੀਂ ਪਤਾ। ਉਹਨੂੰ ਕਹਿੰਦੇ ਕੰਪੈਨੀਅਨ ਫਾਰਮਿੰਗ। ਕੰਪੈਨੀਅਨ ਫਾਰਮਿੰਗ ਦਾ ਮਤਲਬ ਇਹ ਆ ਕਿ ਉਹਨਾਂ ਨੇ ਰਿਸਰਚ ਕੀਤਾ ਆ ਕਿ ਜਿੱਦਾਂ ਇੱਕ ਟਰੀ ਆ, ਅਗਰ ਉਸ ਟਰੀ ਦੇ ਆਲੇ ਦੁਆਲੇ ਤੁਸੀਂ ਸਰਟਨ ਟਾਈਪ ਆਫ ਟਰੀ ਜਾਂ ਪਲਾਂਟ ਛੋਟੇ ਲਗਾ ਸਕਦੇ ਆ। ਅਗਰ ਤੁਸੀਂ ਗਲਤ ਪਲਾਂਟ ਉਹਦੇ ਲਾਗੇ ਲਾਤਾ, ਉਹਨੇ ਕੀ ਕਰਨਾ? ਉਸ ਟਰੀ ਨੂੰ ਖਰਾਬ ਕਰ ਦੇਣਾ ਆ, ਹੈ ਨਾ। ਜਿੱਦਾਂ ਮੈਂ ਐਪਲ ਟਰੀ ਦੇ ਬਾਰੇ ਪੜ੍ਹ ਰਿਹਾ ਸੀਗਾ। ਐਪਲ ਟਰੀ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਐਪਲ ਟਰੀ ਬੀਜਿਆ ਆ ਅਤੇ ਉਹ ਵਧੀਆ ਰਹੇ, ਪ੍ਰੋਪਰ ਗਰੋ ਕਰੇ, ਫਲ ਵਧੀਆ ਦੇਵੇ, ਉਹਦੇ ਆਲੇ ਦੁਆਲੇ ਕੀ ਤੁਸੀਂ ਗਰਾਸ ਨਹੀਂ ਲਾਉਣਾ, ਘਾਹ ਨਹੀਂ ਲਾਉਣਾ। ਜਿਹੜਾ ਐਪਲ ਟਰੀ ਆ ਉਹ ਗਰਾਸ ਦੇ ਨਾਲ ਉਹਦਾ ਮੇਲ ਨਹੀਂ ਆ। ਹਾਲੇਲੂਇਆ। ਪਰ ਐਪਲ ਟਰੀ ਦੇ ਲਾਗੇ ਲਾਗੇ ਤੁਸੀਂ ਕਿਹੜੇ ਬੂਟੇ ਲਾ ਸਕਦੇ ਆ ਜਿਹੜੇ ਉਹਨੂੰ ਫਰਟਾਈਲ ਕਰ ਸਕਦੇ, ਉਹਦੀ ਹੈਲਪ ਕਰ ਸਕਦੇ ਗਰੋ ਕਰਨ ਦੇ ਵਿੱਚ? ਅਨੀਅਨ, ਗਾਰਲਿਕ ਐਂਡ ਲੀਕਸ। ਇਹ 3 ਬੂਟੇ ਅਗਰ ਤੁਸੀਂ ਉਹਨਾਂ ਦੇ ਲਾਗੇ ਲਾਗੇ ਲਾ ਦਿਓਗੇ ਐਪਲ ਟਰੀ ਦੇ, ਉਹਨੂੰ ਪ੍ਰੋਟੈਕਟ ਕਰੋਗੇ ਅਤੇ ਉਹਨੂੰ ਜਿਹੜੇ ਐਸੈਂਸ਼ੀਅਲ ਮਿਨਰਲਸ ਆ ਕੁਛ ਚਾਹੀਦੇ ਆ, ਉਹ ਇਹ ਜਿਹੜੇ ਛੋਟੇ ਛੋਟੇ ਪਲਾਂਟ ਆ ਉਹਨਾਂ ਤੋਂ ਲੈ ਕੇ ਉਹ ਗਰੋ ਕਰ ਸਕਦਾ ਆ। ਇਹੀ ਤੁਸੀਂ ਆ, ਤੁਹਾਡੀ ਲਾਈਫ ਆ। ਤੁਸੀਂ ਇੱਕ ਐਪਲ ਟਰੀ ਦੇ ਤਰ੍ਹਾਂ ਆ। ਜੇ ਤੁਸੀਂ ਗਲਤ ਬੰਦੇ ਆਪਣੇ ਲਾਈਫ ਦੇ ਆਲੇ ਦੁਆਲੇ ਪਲਾਂਟ ਕਰ ਲਏ, ਤੁਸੀਂ ਗਰੋ ਨਹੀਂ ਕਰ ਸਕਦੇ। ਪਰ ਜੇ ਤੁਸੀਂ ਸਹੀ ਬੰਦੇ ਜਿਹੜੇ ਤੁਹਾਨੂੰ ਪ੍ਰੋਟੈਕਟ ਵੀ ਕਰ ਸਕਦੇ ਆ, ਜਿਹੜੇ ਤੁਹਾਨੂੰ ਸਰਮਨ ਵੀ ਦੱਸ ਸਕਦੇ ਆ, ਅਗਰ ਤੁਸੀਂ ਗਲਤ ਕੋਈ ਡਿਸੀਜ਼ਨ ਲੈਣ ਲੱਗਿਆ ਤੁਹਾਨੂੰ ਉੱਥੇ ਰੋਕ ਵੀ ਸਕਦੇ ਆ, ਤਾਂ ਫਿਰ ਤੁਸੀਂ ਕੀ ਆ? ਗਰੋ ਕਰ ਸਕਦੇ ਹੋ। ਤੁਹਾਨੂੰ ਰਾਈਟ ਪੀਪਲ, ਤੁਹਾਡਾ ਫਰੈਂਡ ਸਰਕਲ ਬਹੁਤ ਵਾਈਜ਼ਲੀ ਚੂਜ਼ ਕਰਨਾ ਚਾਹੀਦਾ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਗਰੋ ਹੋਣਾ ਚਾਹੁੰਦੇ ਹੋ। ਹਾਲੇਲੂਇਆ। ਤੁਹਾਨੂੰ ਚਾਹੀਦਾ ਕਿ ਜਿਹੜੇ ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਫਰੈਂਡਸ ਆ, ਈਵਨ ਤੁਹਾਡੀ ਫੈਮਿਲੀ, ਆਈ ਡੋਂਟ ਕੇਅਰ। ਪਰਮੇਸ਼ਵਰ ਨੇ ਕਿਹਾ, ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਮੇਲ ਮਿਲਾਪ ਕਰਾਉਣ ਨਹੀਂ ਆਇਆ, ਮੈਂ ਤੁਹਾਡੀਆਂ ਫੈਮਲੀਜ਼ ਦੇ ਵਿੱਚ ਤਲਵਾਰ ਚਲਾਉਣ ਆਇਆ ਆ। ਇੱਦਾਂ ਹੀ ਕਿਹਾ ਨਾ, ਲਿਖਿਆ ਬਾਈਬਲ 'ਚ ਕਿ ਨਹੀਂ ਲਿਖਿਆ ਕਿ ਮੈਂ ਤੁਹਾਡੀ ਫੈਮਿਲੀ ਦੇ ਵਿੱਚ ਤਲਵਾਰ ਚਲਾਉਣ ਆਇਆ, ਮੈਂ ਤੁਹਾਡਾ ਮੇਲ ਮਿਲਾਪ ਨਹੀਂ ਕਰਾਉਣਾ ਆ। ਉਹਦਾ ਮਤਲਬ ਕੀ ਆ? ਅਗਰ ਤੁਹਾਡੀ ਫੈਮਿਲੀ ਦੇ ਵਿੱਚ ਵੀ ਆ ਕੋਈ, ਅਗਰ ਤੁਹਾਡਾ ਕੋਈ ਫਰੈਂਡ ਵੀ ਆ, ਡਜ਼ਨਟ ਮੈਟਰ ਕੌਣ ਆ,
ਅਗਰ ਤੁਸੀਂ ਪਰਮੇਸ਼ਵਰ ਦਾ ਦਰਸ਼ਨ ਚਾਹੁੰਦੇ ਹੋ, ਪਰਮੇਸ਼ਵਰ ਦਾ ਇਨਕਾਊਂਟਰ ਚਾਹੁੰਦੇ ਹੋ, ਉਹਨੂੰ ਕੀ ਕੱਟ ਕੇ ਬਾਹਰ ਕਰ ਦਿਓ। ਚਾਹੇ ਇੱਕ ਸਰਟਨ ਪੀਰੀਅਡ ਲਈ ਤੁਹਾਨੂੰ ਕਰਨਾ ਪੈਂਦਾ ਆ। ਬਾਈਬਲ 'ਚ ਇਹ ਵੀ ਲਿਖਿਆ ਕਿ ਧਰਮੀ ਦਾ ਵੰਸ਼ ਪਰਾਕਰਮੀ ਹੋਵੇਗਾ, ਤੂੰ ਬਚ ਤੇਰਾ ਘਰਾਣਾ ਬਚਾਇਆ ਜਾਏਗਾ। ਪਰ ਇੱਕ ਟਾਈਮ ਲਈ ਅਗਰ ਤੁਸੀਂ ਆਪਣੀ ਫੈਮਿਲੀ ਤੋਂ, ਕੋਈ ਫੈਮਿਲੀ ਮੈਂਬਰ ਆ, ਉਹ ਤੋਂ ਆਪਣੇ ਆਪ ਨੂੰ ਕੱਟ ਕਰ ਲੂੰਗੇ ਤੇ ਤੁਸੀਂ ਇੱਕ ਸਰਟਨ ਲੈਵਲ 'ਤੇ ਪਹੁੰਚ ਜਾਓਗੇ, ਗਰੋ ਕਰ ਜੂਗੇ ਤੇ ਤੁਹਾਡੀ ਅਨੋਇੰਟਿੰਗ ਦੇ ਨਾਲ ਉਹ ਵੀ ਵੱਜ ਜੂਗੇ। ਪਰ ਤੁਸੀਂ ਜੇ ਕਿਹਾ ਨਹੀਂ ਮੈਂ ਨਾਲ ਹੀ ਲੈ ਕੇ ਚੱਲਣਾ ਇਹਨਾਂ ਨੂੰ, ਮੈਂ ਇਹਨਾਂ ਦੇ ਨਾਲ ਹੀ ਰਹਿਣਾ ਆ, ਤਾਂ ਤੁਸੀਂ ਵੀ ਗਰੋ ਨਹੀਂ ਕਰ ਸਕਦੇ। ਤੁਹਾਡੀ ਲਾਈਫ ਦੇ ਵਿੱਚ ਵੀ ਉਹ ਅੜਿੱਕਾ ਬਣ ਜਾਣਾ ਆ। ਡਜ਼ਨਟ ਮੈਟਰ ਤੁਹਾਡੀ ਫੈਮਿਲੀ ਦਾ ਮੈਂਬਰ ਆ, ਤੁਹਾਡਾ ਫਰੈਂਡ ਆ, ਕੋਈ ਟੌਕਸਿਕ ਆ, ਨੌਨ ਬਿਲੀਵਰ ਆ, ਕ੍ਰਿਮੀਨਲ ਆ, ਵਿਅਭਿਚਾਰੀ ਆ, ਜੋ ਵੀ ਆ, ਕੱਟ ਕੇ ਪਰਾਂ ਕਰ ਦਿਓ, ਕੰਟੈਕਟ ਖਤਮ ਕਰ ਦਿਓ। ਪਰ ਜਦੋਂ ਤੁਸੀਂ ਇੱਕ ਵਾਰੀ ਪਰਮੇਸ਼ਵਰ ਦਾ ਦਰਸ਼ਨ ਤੁਹਾਡੀ ਲਾਈਫ ਦੇ ਵਿੱਚ ਆ ਜਾਊਗਾ, ਤੁਸੀਂ ਇੱਕ ਐਗਜ਼ਾਮਪਲ ਬਣ ਜਾਓਗੇ। ਤੁਹਾਡੀ ਫੈਮਿਲੀ, ਤੁਹਾਡੇ ਰਿਸ਼ਤੇਦਾਰ ਦੇਖੋਗੇ, ਉਹਨਾਂ ਦੀ ਲਾਈਫ ਤੁਹਾਨੂੰ ਦੇਖ ਕੇ ਬਦਲ ਜਾਏਗੀ। ਹਾਲੇਲੂਇਆ। ਜਿਹੜਾ ਤੁਹਾਡਾ ਸਰਕਲ ਆ, ਅਗਰ ਉਹ ਫਾਇਰ ਫਿਲਡ ਆ ਤੇ ਪਰਮੇਸ਼ਵਰ ਲਈ ਤੁਹਾਨੂੰ ਵੀ ਉਹ ਪਰਮੇਸ਼ਵਰ ਲਈ ਫਾਇਰ ਤੇ ਕਰ ਦੇਗਾ। ਹਾਲੇਲੂਇਆ। 3 ਚੀਜ਼ਾਂ ਮੈਂ ਤੁਹਾਨੂੰ ਦੱਸੀਆਂ, ਕਿਹੜੀਆਂ ਕਿਹੜੀਆਂ ਮੈਨੂੰ ਦੱਸ ਦਿਓ ਇੱਕ ਵਾਰੀ। ਹਾਂਜੀ, ਫੈਲੋਸ਼ਿਪ ਜਿਹੜੀ ਆ, 3 ਚੀਜ਼ਾਂ ਬਹੁਤ ਇੰਪੋਰਟੈਂਟ ਆ। ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਆਹ 3 ਬੇਸਿਕ ਚੀਜ਼ਾਂ ਕਰ ਲਓ ਤੇ ਤੁਸੀਂ ਬਹੁਤ ਨੇੜੇ ਪਹੁੰਚ ਜਾਓਗੇ ਪਰਮੇਸ਼ਵਰ ਦਾ ਇਨਕਾਊਂਟਰ ਲੈਣ ਦੇ। ਪਰ ਜੇ ਇਹ 3 ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਨਹੀਂ ਆ ਤੇ ਬਹੁਤ ਔਖਾ ਆ। ਹਾਲੇਲੂਇਆ। ਲਾਸਟ ਵੀਕ ਮੈਂ ਤੁਹਾਨੂੰ ਵਚਨ ਦਿੱਤਾ ਸੀਗਾ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਲੋਕੀ ਪ੍ਰਭੂ ਯਿਸੂ ਨੂੰ ਜਾਣਦੇ ਆ। ਉਹ ਕਹਿੰਦੇ ਅਸੀਂ ਜਾਣਦੇ ਹਾਂ, ਕਿ ਹਿਸਟੋਰੀਕਲ ਜੀਸਸ ਨੂੰ ਜਾਣਦੇ ਆ, ਪ੍ਰੋਫਿਟ ਜੀਸਸ ਨੂੰ ਜਾਣਦੇ ਆ, ਹੈ ਨਾ। ਸਾਰਿਆਂ ਦਾ ਆਪਣਾ ਆਪਣਾ ਪ੍ਰੋਸਪੈਕਟ ਆ। ਪਰ ਮੈਂ ਤੁਹਾਨੂੰ ਆਹ ਨਹੀਂ ਦੱਸਿਆ ਸੀ ਕਿ ਰੈਜ਼ਰੈਕਟਿਡ ਕ੍ਰਾਈਸਟ ਹੈ ਕੌਣ ਆ। ਇਹਦੇ ਸੀਗਾ ਨਾ, ਇਹ ਤਾਂ ਨਹੀਂ ਦੱਸਿਆ ਸੀਗਾ ਨਾ। ਪਰਮੇਸ਼ਵਰ ਦੇ ਨਾਲ ਐਨਕਾਊਂਟਰ ਲੈਣ ਤੋਂ ਪਹਿਲਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰੈਜ਼ਰੈਕਟਿਡ ਕ੍ਰਾਈਸਟ ਹੈ ਕੌਣ ਆ। ਹਾਲੇਲੂਇਆ। ਕੌਣ ਆ? ਜੇ ਮੈਂ ਤੁਹਾਨੂੰ ਪੁੱਛਾਂ ਕੌਣ ਆ ਰੈਜ਼ਰੈਕਟਿਡ ਕ੍ਰਾਈਸਟ? ਮੁਕਤੀਦਾਤਾ। ਆਪਣੇ ਕ੍ਰਿਸਚੈਨਿਟੀ ਦੇ ਵਿੱਚ ਇੱਕ ਮੈਂ ਇਹ ਚੀਜ਼ ਦੇਖੀ ਆ, ਸਪੈਸ਼ਲੀ ਜਿਹੜੇ ਆਪਾਂ ਪੀੜ੍ਹੀਆਂ ਤੋਂ ਚੱਲੇ ਆ ਰਹੇ, ਜਿਹੜੇ ਕਨਵਰਟ ਹੋਏ ਆ, ਉਹਨਾਂ ਲਈ ਡਿਫਰੈਂਟ ਚੀਜ਼ ਆ। ਪਰ ਜਿਹੜੇ ਮੈਂ ਵੀ, ਮੇਰੇ ਖਿਆਲ ਦੇ ਵਿੱਚ ਮੈਂ 5th ਜਨਰੇਸ਼ਨ ਕ੍ਰਿਸਚਨ ਆ, ਜੇ ਮੈਂ ਪਿੱਛੇ ਤੋਂ ਟਰੇਸ ਕਰਾਂ। ਪਰ ਸਾਡੇ ਵਿੱਚ ਇੱਕ ਪ੍ਰੋਬਲਮ ਆ ਕਿ ਸਾਨੂੰ ਕਦੀ ਪਤਾ ਹੀ ਨਹੀਂ ਲੱਗਾ ਕਿ ਜੀਸਸ ਹੈ ਕੌਣ ਆ। ਬਹੁਤ ਵੱਡੀ ਪ੍ਰੋਬਲਮ ਹੈ। ਅਸੀਂ ਕਦੀ ਟਾਈਮ ਕੱਢਿਆ ਹੀ ਨਹੀਂ ਉਹਨੂੰ ਜਾਣਨ ਲਈ ਵੀ ਵਾਕਈ ਕੌਣ ਆ। ਸਾਡੇ ਲਈ ਇੱਕ ਮਿਨੀਮਲ ਜਿਹਾ ਬੰਦਾ ਆ ਯਾਰ, ਪ੍ਰੇਅਰ ਕਰੋ 5 ਮਿੰਟ ਦੀ, ਚਰਚ ਜਾਓ, ਸੰਡੇ ਨੂੰ ਗੱਲ ਖਤਮ ਹੋ ਗਈ। ਪਰ ਜੀਸਸ ਬਹੁਤ ਵੱਡੇ ਆ। ਹਾਲੇਲੂਇਆ। 2 ਮਿੰਟ ਲਈ ਅੱਖਾਂ ਬੰਦ ਕਰਕੇ ਆਪਣੀਆਂ ਸੋਚੋ ਪ੍ਰਭੂ ਕੌਣ ਆ। ਸਾਰੇ ਅੱਖਾਂ ਬੰਦ ਕਰਕੇ ਆਪਣੀਆਂ ਸੋਚੋ ਕਿ ਪ੍ਰਭੂ ਕੌਣ ਆ। ਅੱਜ ਤੁਹਾਨੂੰ ਟਾਈਮ ਮਿਲਿਆ ਆ ਇਹ ਸੋਚਣ ਦਾ ਕਿ ਪ੍ਰਭੂ ਕੌਣ ਆ, ਰੈਜ਼ਰੈਕਟਿਡ ਕ੍ਰਾਈਸਟ ਕੌਣ ਆ। ਕੀ ਪ੍ਰਭੂ ਉਹ ਨਹੀਂ ਕਿ ਜਦੋਂ ਮੂਸਾ ਜਾ ਰਿਹਾ ਆ, ਪਿੱਛੇ ਫਰੌਨ ਦੀ ਸੈਨਾ ਲੱਗੀ ਹੋਈ ਆ, ਪਰਮੇਸ਼ਵਰ ਦੇ ਇੱਕ ਹੱਥ ਦੇ ਨਾਲ ਸਮੁੰਦਰ 2 ਭਾਗ ਹੋ ਗਿਆ। ਹਾਲੇਲੂਇਆ। ਪਰਮੇਸ਼ਵਰ ਦੇ ਇੱਕ ਹੱਥ, ਮੇਬੀ ਮੈਨੂੰ ਲੱਗਦਾ ਪਰਮੇਸ਼ਵਰ ਨੇ ਉਂਗਲੀ ਵੀ ਨਹੀਂ ਲਾਈ ਹੋਣੀ ਤੇ ਜਿਹੜਾ ਸਮੁੰਦਰ ਆ 2 ਭਾਗ ਹੋ ਗਿਆ। ਕੀ ਇਹ ਛੋਟਾ ਪਰਮੇਸ਼ਵਰ ਆ? ਅੱਖਾਂ ਨੂੰ ਬੰਦ ਰੱਖੋ ਆਪਣੀਆਂ ਨੂੰ। ਕੀ ਇਹ ਛੋਟਾ ਪਰਮੇਸ਼ਵਰ ਆ ਜਿਹਦੇ ਇੱਕ ਉਂਗਲੀ ਲਾਉਣ ਤੋਂ ਵੀ ਬਿਨਾਂ ਜਿਹੜਾ ਸਮੁੰਦਰ ਆ, ਜਿਹੜਾ 1/3 ਧਰਤੀ ਦਾ ਭਾਗ ਆ, ਉਹ 2 ਭਾਗ ਹੋ ਜਾਂਦਾ ਆ। ਕੀ ਉਹ ਛੋਟਾ ਆ? ਬਹੁਤ ਵੱਡਾ ਪਰਮੇਸ਼ਵਰ ਆ। ਹੀ ਇਜ਼ ਦ ਐਲਫਾ ਐਂਡ ਓਮੇਗਾ, ਫਸਟ ਐਂਡ ਦ ਲਾਸਟ, ਕ੍ਰੀਏਟਰ ਆਫ ਦ ਯੂਨੀਵਰਸ। ਇਹ ਸਾਡਾ ਪਰਮੇਸ਼ਵਰ ਆ। ਉਹ ਐਲਫਾ ਐਂਡ ਓਮੇਗਾ ਆ, ਜਿਹੜਾ ਪਹਿਲਾ ਆ ਤੇ ਆਖਰੀ ਵੀ ਉਹੀ ਆ, ਜਿਹਦਾ ਕੋਈ ਅੰਤ ਹੀ ਹੈ ਨਹੀਂਗਾ। ਉਹ ਸਾਡਾ ਪਰਮੇਸ਼ਵਰ ਜੀਸਸ ਆ। ਉਹ ਜੀਸਸ ਆ। ਹਾਲੇਲੂਇਆ। ਉਹਦੇ ਇੱਕ ਬੋਲ ਕਹਿਣ ਦੇ ਨਾਲ, ਸਿਰਫ ਇੱਕ ਬੋਲ ਕਹਿਣ ਦੇ ਨਾਲ
ਧਰਤੀ ਤੇ ਆਕਾਸ਼ ਬਣ ਗਏ। ਹਾਲੇਲੂਇਆ। ਇੱਕ ਸਿਰਫ ਉਹਨੇ ਸ਼ਬਦ ਮੂੰਹ ਦੇ ਵਿੱਚੋਂ ਕੱਢਿਆ, ਐਡੀ ਵੱਡੀ ਧਰਤੀ, ਸੂਰਜ, ਚੰਦਰਮਾ, ਆਕਾਸ਼, ਹਰ ਚੀਜ਼ ਬਣ ਗਈ। ਕੀ ਉਹ ਇੱਕ ਛੋਟਾ ਪਰਮੇਸ਼ਵਰ ਆ? ਕਿੱਡਾ ਵੱਡਾ ਪਰਮੇਸ਼ਵਰ ਆ। ਕਦੀ ਅਸੀਂ ਸੋਚਿਆ ਆਪਣੀ ਲਾਈਫ ਦੇ ਵਿੱਚ ਕਿ ਜੀਸਸ ਕੌਣ ਆ? ਇਹ ਜੀਸਸ ਆ ਜਿਹਦੇ ਇੱਕ ਮੂੰਹ ਦੇ ਵਿੱਚੋਂ ਵਚਨ ਕੱਢਣ ਦੇ ਨਾਲ ਧਰਤੀ, ਆਕਾਸ਼, ਪਤਾ ਨਹੀਂ ਕਿੰਨੇ ਗ੍ਰਹਿ ਬਣ ਗਏ। ਹਾਲੇਲੂਇਆ। ਜਦੋਂ ਪੀਟਰ ਜਾ ਰਿਹਾ ਆ, ਚੇਲੇ ਇੱਕ ਬੋਟ ਦੇ ਵਿੱਚ ਆ ਤੇ ਬਾਹਰ ਹਨੇਰੀ ਆ ਗਈ, ਤੂਫਾਨ ਆ ਗਿਆ, ਸਮੁੰਦਰ ਜਿਹੜਾ ਦਰਿਆ ਆ ਉਮੜਨ ਲੱਗ ਗਿਆ ਤੇ ਥੱਲੇ ਜਾ ਕੇ ਪ੍ਰਭੂ ਨੂੰ ਉਠਾਇਆ। ਕਹਿੰਦੇ ਪ੍ਰਭੂ ਉੱਠੋ, ਅਸੀਂ ਮਰੇ ਜਾਂਦੇ ਆ। ਪ੍ਰਭੂ ਨੇ ਉੱਠ ਕੇ ਉਹਨੂੰ ਝਿੜਕਿਆ ਤੇ ਸਾਰਾ ਕੁਝ ਥੰਮ ਗਿਆ। ਹਾਲੇਲੂਇਆ। ਉਹ ਸਾਡਾ ਪਰਮੇਸ਼ਵਰ ਆ ਜਿਹਦੀ ਆਵਾਜ਼ ਸਮੁੰਦਰ, ਪਹਾੜ, ਨਦੀਆਂ, ਚੰਦ, ਸੂਰਜ ਵੀ ਉਹਦੀ ਸੁਣਦੇ ਆ। ਹਾਲੇਲੂਇਆ। ਜਦੋਂ ਕੋਈ ਵਾਵ ਰੌਲਾ ਉੱਠਦਾ ਆ, ਤੂਫਾਨ ਆਉਂਦਾ ਆ ਤੇ ਪ੍ਰਭੂ ਯਿਸੂ ਕਹਿੰਦੇ ਓਏ ਥੰਮ ਜਾ ਇੱਥੇ ਹੀ, ਤੇ ਉਹ ਥੰਮ ਜਾਂਦਾ ਆ। ਉਹ ਸਾਡਾ ਪ੍ਰਭੂ ਯਿਸੂ ਆ। ਹਾਲੇਲੂਇਆ। ਉਹ ਛੋਟਾ ਪਰਮੇਸ਼ਵਰ ਨਹੀਂ ਆ। ਉਹ ਹਾਲੇਲੂਇਆ। ਉਹ ਕੋਈ ਬੇਬੀ ਨਹੀਂ ਆ ਜਿਹੜਾ ਹਾਲੇ ਵੀ ਚਰਨੀ ਦੇ ਵਿੱਚ ਪਿਆ ਆ। ਉਹ ਨਹੀਂ ਆ ਜਿਹਨੂੰ ਕੁਛ 4 ਲੋਕਾਂ ਨੇ ਫੜ ਕੇ ਕਰੂਸ ਤੇ ਚੜਾ ਦਿੱਤਾ ਸੀ, ਪਰ ਉਹ ਆ ਜਿਹੜਾ ਜ਼ਿੰਦਾ ਆਸਮਾਨ ਤੇ ਚੜ ਗਿਆ, ਜਿਹੜਾ ਇੱਕ ਦਬਕਾ ਮਾਰ ਦਿੰਦਾ ਆ, ਪਹਾੜ ਹਿੱਲ ਜਾਂਦੇ ਆ। ਹਾਲੇਲੂਇਆ। ਸਮੁੰਦਰ 2 ਭਾਗ ਹੋ ਜਾਂਦਾ ਆ। ਜਿਹੜੇ ਵਾਵਰੋਲੇ ਉੱਠਦੇ ਆ, ਤੂਫਾਨ ਉੱਠਦੇ ਆ, ਉਹ ਠੰਡੇ ਹੋ ਜਾਂਦੇ ਆ। ਉਹ ਸਾਡਾ ਪ੍ਰਭੂ ਯਿਸੂ ਆ। ਹਾਲੇਲੂਇਆ। ਉਹ ਪ੍ਰਭੂਆਂ ਦਾ ਪ੍ਰਭੂ ਆ, ਰਾਜਿਆਂ ਦਾ ਰਾਜਾ ਆ, ਜਿਹਦੇ ਜਦੋਂ ਪ੍ਰਭੂ ਆਉਣਗੇ ਹਰ ਇੱਕ ਘੁਟਨਾ ਉਹਦੇ ਅੱਗੇ ਝੁਕ ਜਾਏਗਾ, ਹਰ ਸਿਰ ਉਹਦੇ ਅੱਗੇ ਝੁਕ ਜਾਏਗਾ। ਚਾਹੇ ਉਹ ਕੋਈ ਰਾਜਾ ਆ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਜੋ ਮਰਜ਼ੀ ਸਮਝਦਾ ਹੋਵੇ, ਸਾਰੀ ਧਰਤੀ ਦੀ ਪਾਵਰ ਉਹਦੇ ਹੱਥ ਦੇ ਵਿੱਚ ਹੋਵੇ, ਪਰ ਉਹ ਘੁਟਨਾ ਕਿਹਦੇ ਅੱਗੇ ਝੁਕੂਗਾ? ਪ੍ਰਭੂ ਯਿਸੂ ਦੇ ਅੱਗੇ। ਇਹ ਮੇਰਾ ਪ੍ਰਭੂ ਆ, ਉਹ ਮੇਰੇ ਯਿਸੂ ਆ। ਹਾਲੇਲੂਇਆ। ਉਹ ਪ੍ਰਭੂ ਯਿਸੂ ਕੌਣ ਆ? ਪ੍ਰਭੂ ਯਿਸੂ ਜਦੋਂ ਕਿਸੇ ਦੇ ਰੂਮ ਦੇ ਵਿੱਚ ਐਂਟਰ ਹੁੰਦੇ ਆ, ਉਹ ਚਾਹੇ ਉੱਥੇ ਜਿੰਨੇ ਮਰਜ਼ੀ ਝੁੰਡ ਹੋਣ, ਸੈਨਾਵਾਂ ਹੋਣ, ਉਹ ਦੁਸ਼ਟ ਆਤਮਾਵਾਂ ਦੀਆਂ ਸੈਨਾਵਾਂ ਹੋਣ, ਤੇ ਦੁਸ਼ਟ ਆਤਮਾ ਕੀ ਕਰਨ ਲੱਗ ਪੈਂਦੀਆਂ? ਚੀਕਣ ਤੇ ਚਲਾਉਣ ਲੱਗ ਜਾਂਦੀਆਂ ਆ। ਹਾਲੇਲੂਇਆ। ਉਹ ਪ੍ਰਭੂ ਦੇ ਕਦਮਾਂ ਤੇ ਆ ਕੇ ਡਿੱਗਦੀਆਂ ਆ। ਹਾਲੇਲੂਇਆ। ਉਹਨਾਂ ਨੇ ਸੂਰਾਂ ਦੇ ਵਿੱਚੋਂ ਨਿਕਲਣਾ ਸੀਗਾ। ਉਹ ਝੁੰਡ ਸੀ, ਉਹ ਸੈਨਾ ਸੀ, ਉਹ ਡੀਮਨਸ ਦੀ ਸੈਨਾ ਸੀਗੀ। ਉਹਨਾਂ ਨੇ ਨਿਕਲਣ ਤੋਂ ਪਹਿਲਾਂ ਪ੍ਰਭੂ ਨੂੰ ਕੀ ਕਿਹਾ? ਪ੍ਰਭੂ ਅਸੀਂ ਨਿਕਲ ਕੇ ਐ ਸੂਰਾਂ ਦੇ ਝੁੰਡ ਦੇ ਵਿੱਚ ਚਲ ਜਾਈਏ। ਮੇਰਾ ਪ੍ਰਭੂ ਉਹ ਆ ਜਿਹਦੇ ਕੋਲੋਂ ਇਹ ਸ਼ੈਤਾਨ ਦੇ ਝੁੰਡ, ਸ਼ੈਤਾਨ ਦੀਆਂ ਸੈਨਾ ਵੀ ਪਹਿਲਾਂ ਪੁੱਛਦੀਆਂ ਕਿ ਪ੍ਰਭੂ ਮੈਂ ਨਿਕਲ ਜਾਵਾਂ, ਪ੍ਰਭੂ ਮੈਂ ਉੱਥੇ ਚਲ ਜਾਵਾਂ। ਉਹ ਮੇਰਾ ਪਰਮੇਸ਼ਵਰ ਯਿਸੂ ਆ। ਹਾਲੇਲੂਇਆ। ਪਰਮੇਸ਼ਵਰ ਉਹ ਆ, ਪ੍ਰਭੂ ਯਿਸੂ ਉਹ ਆ। ਉਹ ਜਿਸ ਦਿਨ ਬਾਈਬਲ ਦੇ ਵਿੱਚ ਲਿਖਿਆ ਕਿ ਧਰਤੀ ਤੇ ਆ ਕੇ ਇਜ਼ਰਾਈਲ ਦੇ ਪਹਾੜ ਦੇ ਉੱਤੇ ਪੈਰ ਰੱਖੂਗਾ ਤੇ ਧਰਤੀ ਹਿੱਲ ਜੂਗੀ, ਪਹਾੜ ਪਿਘਲ ਜਾਣਗੇ, ਪਹਾੜ ਟੁੱਟ ਕੇ ਡਿੱਗ ਜਾਣਗੇ ਤੇ ਲੋਕ ਖੁੱਡਾਂ ਦੇ ਵਿੱਚ ਵੜਨਗੇ ਕਿ ਪਰਮੇਸ਼ਵਰ ਸਾਨੂੰ ਆਪਣੇ ਕ੍ਰੋਧ ਤੋਂ ਬਚਾ ਲਓ। ਉਹ ਪ੍ਰਭੂ ਯਿਸੂ ਆ ਜਿਹਦੇ ਪੈਰ ਰੱਖਣ ਦੇ ਨਾਲ ਜਿਹੜੇ ਪਹਾੜ ਆ ਉਹ ਹਿੱਲ ਜਾਂਦੇ ਆ, ਟੁੱਟ ਜਾਂਦੇ ਆ, ਤਬਾਹ ਹੋ ਜਾਂਦੇ। ਸਾਡਾ ਪਰਮੇਸ਼ਵਰ ਐਡਾ ਵੱਡਾ ਆ। ਹਾਲੇਲੂਇਆ। ਉਹ ਪਰਮੇਸ਼ਵਰ ਨਹੀਂ ਆ ਜਿਹਨੂੰ ਕੋੜੇ ਮਾਰੇ ਗਏ। ਉਹ ਪਰਮੇਸ਼ਵਰ ਹੀ ਇਜ਼ ਨੋਟ ਦੈਟ ਪਰਸਨ ਐਨੀਮੋਰ। ਉਹ ਇਨਸਾਨ ਨਹੀਂ ਆ ਜਿਹੜਾ ਕਿ ਉਸ ਟਾਈਮ ਤੇ ਕਰੂਸ ਦੇ ਉੱਤੇ ਚੜਾ ਦਿੱਤਾ ਗਿਆ, ਬਲਕਿ ਉਹ ਆ ਜਿਹੜਾ ਸਾਮਰਥ ਦੇ ਨਾਲ ਵਾਪਸ ਆਏਗਾ। ਪਹਾੜ ਹਿੱਲ ਜਾਣਗੇ। ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਜਿਸ ਦਿਨ ਆਪਣੀ ਗਲੋਰੀ ਦੇ ਵਿੱਚ ਆਉਣਗੇ, ਪਰਮੇਸ਼ਵਰ ਦਾ ਮੂੰਹ ਦੇਖ ਕੇ ਧਰਤੀ ਤੇ ਸੂਰਜ ਕੀ ਆ? ਭੱਜ ਗਏ। ਮੇਰਾ ਪ੍ਰਭੂ ਯਿਸੂ ਉਹ ਹੋਇਆ। ਹਾਲੇਲੂਇਆ। 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 ਹੀ ਇਜ਼ ਦਾ ਲਾਇਨ ਆਫ ਜੂਡਾ। ਉਹ ਯਹੂਦਾ ਦਾ ਕੀ ਆ? ਬੱਬਰ ਸ਼ੇਰ ਆ। ਜਦੋਂ ਬੱਬਰ ਸ਼ੇਰ ਗਰਜਦਾ ਆ ਉਹਦੇ ਮੂਹਰੇ ਕੋਈ ਖੜਾ ਨਹੀਂ ਹੁੰਦਾ। ਹਾਲੇਲੂਇਆ। ਉਹ ਜੰਗਲ ਦਾ ਰਾਜਾ ਆ। ਮੇਰਾ ਪ੍ਰਭੂ ਕੀ ਆ? ਰਾਜਾ ਆ। ਉਹ ਯਹੂਦਾ ਦਾ ਬੱਬਰ ਸ਼ੇਰ ਆ। ਹਾਲੇਲੂਇਆ। ਉਹ ਕੀ ਆ? ਜੱਜ ਆ ਜਿਹਨੇ ਸਾਰੀ ਧਰਤੀ ਦਾ ਨਿਆਂ ਕਿਹਨੇ ਕਰਨਾ? ਪ੍ਰਭੂ ਯਿਸੂ ਨੇ। ਹਰ ਘੁਟਨਾ ਉਹਦੇ ਅੱਗੇ ਝੁਕੂਗਾ। ਹਾਲੇਲੂਇਆ। ਉਹ ਦਿਨ ਆਊਗਾ ਜਿਸ ਦਿਨ ਇਹ ਧਰਤੀ ਤੇ ਆਸਮਾਨ ਸਾਰਾ ਖਤਮ ਹੋ ਜਾਊਗਾ। ਹਰ ਇੱਕ ਘੁਟਨਾ ਉਹਦੇ ਅੱਗੇ ਝੁਕੂਗਾ। ਹਰ ਇੱਕ ਇਨਸਾਨ ਨੂੰ ਆਪਣਾ ਹਿਸਾਬ ਦੇਣਾ ਪਊਗਾ। ਕਿਹਨੂੰ ਦੇਣਾ ਪਊਗਾ? ਪ੍ਰਭੂ ਯਿਸੂ ਨੂੰ। ਹਾਲੇਲੂਇਆ। ਉਹ ਸਾਡਾ ਪਰਮੇਸ਼ਵਰ ਆ। ਹਾਲੇਲੂਇਆ।
ਸਭ ਤੋਂ ਵੱਧ ਕੇ ਪ੍ਰਭੂ ਕੀ ਆ? ਉਹ ਮੇਰਾ ਪ੍ਰਭੂ ਆ। ਇਹ ਕਿੱਡੀ ਵੱਡੀ ਗੱਲ ਆ ਕਿ ਉਹ ਸਾਡਾ ਪ੍ਰਭੂ ਆ, ਮੇਰਾ ਪ੍ਰਭੂ ਆ, ਤੁਹਾਡਾ ਪ੍ਰਭੂ ਆ। ਉਹ ਸਾਡਾ ਕੀ ਆ? ਪਰਮੇਸ਼ਵਰ ਆ। ਉਹ ਸਾਡਾ ਭਰਾ ਵੀ ਆ, ਉਹ ਸਾਡਾ ਪਿਤਾ ਵੀ ਆ। ਉਹ ਜਿਹਦੀ ਆਵਾਜ਼ ਹਰ ਸਮੁੰਦਰ, ਧਰਤੀ, ਹਾਲੇਲੂਇਆ, ਹਰ ਤੂਫਾਨ ਸੁਣਦਾ, ਜਿਹੜਾ ਸਮੁੰਦਰ ਨੂੰ ਦੋ ਭਾਗ ਕਰ ਦਿੰਦਾ, ਉਹ ਕੀ ਆ? ਮੇਰਾ ਪਿਤਾ ਆ, ਮੇਰਾ ਪਰਮੇਸ਼ਵਰ ਆ, ਮੇਰਾ ਬੈਸਟ ਫਰੈਂਡ ਆ, ਉਹ ਜੀਸਸ ਆ। ਹਾਲੇਲੂਇਆ, ਹਾਲੇਲੂਇਆ। ਕੀ ਇਹ ਛੋਟੀ ਜੀ ਗੱਲ ਆ? ਹਾਲੇਲੂਇਆ। ਅਗਰ ਤੁਸੀਂ ਜਾਣ ਜਾਓ ਕਿ ਪਰਮੇਸ਼ਵਰ ਕੌਣ ਆ, ਪ੍ਰਭੂ ਯਿਸੂ ਕੌਣ ਆ, ਤੁਸੀਂ ਕਦੀ ਆਪਣਾ ਹੱਥ ਪਾਪ ਕਰਨ ਲਈ ਨਹੀਂ ਉਠਾਓਗੇ, ਤੁਸੀਂ ਆਪਣਾ ਹੱਥ ਕਦੀ ਅਤਿਆਚਾਰ ਕਰਨ ਲਈ ਨਹੀਂ ਉਠਾਓਗੇ। ਤੁਹਾਨੂੰ ਉਹਦੇ ਕਦਮਾਂ ਦੇ ਵਿੱਚ ਜਾਣਾ ਆ ਜਾਏਗਾ। ਤੁਹਾਨੂੰ ਪਤਾ ਲੱਗ ਜਾਏਗਾ ਕਿ ਪ੍ਰਭੂ ਕਿੰਨੇ ਔਨਰ ਦੇ ਕਾਬਿਲ ਆ, ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਉਹਨੂੰ ਔਨਰ ਦੇਣਾ ਚਾਹੀਦਾ ਆ। ਤੁਹਾਨੂੰ ਆਪਣੀ ਲਾਈਫ ਦਾ ਪਰਪਸ ਪਤਾ ਲੱਗ ਜਾਏਗਾ ਜਦੋਂ ਤੁਸੀਂ ਉਹਨੂੰ ਜਾਣ ਲਓਗੇ। ਜਦੋਂ ਤੁਹਾਨੂੰ ਇਨਕਾਊਂਟਰ ਹੋ ਜਾਊਗਾ, ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਿੱਦਾਂ ਜਾਣਾ ਆ। ਇਹ ਨਹੀਂ ਕਿ ਤੁਸੀਂ 5 ਮਿੰਟ ਲਈ ਜਾਓਗੇ ਜਾਂ ਸੁੱਤੇ ਪ੍ਰੇਅਰ ਕਰ ਲਓਗੇ। ਤੁਸੀਂ ਕਹੋਗੇ ਮੈਂ ਬੈੱਡ ਤੇ ਸੁੱਤਾ ਆ, ਮੈਂ ਪ੍ਰੇਅਰ ਕਰ ਲਾਂ। ਪਰ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਆ, ਉਹ ਇਸ ਵੇਲੇ ਸਵਰਗ ਦੇ ਵਿੱਚ ਬੈਠਾ ਆ। ਜਦੋਂ ਯਹੋਨਾ ਬੁੱਕ ਆਫ ਰੈਵਲੇਸ਼ਨ ਅਸੀਂ ਪੜ੍ਹਦੇ ਹਾਂ, ਯਹੋਨਾ ਸਵਰਗ ਦੇ ਵਿੱਚ ਉਠਾਇਆ ਗਿਆ ਤੇ ਉਹ ਸਾਰਾ ਦਰਸ਼ਨ ਦੇਖ ਰਿਹਾ ਆ ਤੇ ਉਹ ਰੋ ਰਿਹਾ ਆ। ਕਿਉਂ ਰੋ ਰਿਹਾ ਆ? ਕਿਉਂਕਿ ਜਿਹੜੀ ਬੁੱਕ ਆ ਉਹਦੀ ਸੀਲ ਤੋੜਨ ਵਾਲਾ ਉਹਨੂੰ ਕੋਈ ਨਹੀਂ ਦਿਖਦਾ। ਉਹ ਰੋ ਰਿਹਾ ਆ, ਉਹ ਰੋ ਰਿਹਾ ਆ ਉੱਥੇ। ਪਰ ਉੱਥੇ ਕੀ ਆ? ਕੋਈ ਆ ਕੇ ਉਹਨੂੰ ਪੁੱਛਦਾ, ਯਹੋਨਾ ਤੂੰ ਕਿਉਂ ਰੋ ਰਿਹਾ ਆ? ਉਹ ਕਹਿੰਦਾ ਮੈਨੂੰ ਕੋਈ ਦਿਸ ਨਹੀਂ ਰਿਹਾ ਕਿ ਜਿਹੜਾ ਐਸ ਬੁੱਕ, ਇਸ ਕਿਤਾਬ ਦੀ ਸੀਲ ਤੋੜ ਸਕੇ। ਪਰ ਉਹ ਕੀ ਯਹੋਨਾ ਨੂੰ ਦੱਸਦਾ ਆ ਕਿ ਧਰਤੀ ਦੇ ਉੱਪਰ ਤੇ ਅਸਮਾਨ ਦੇ ਵਿੱਚ ਵੱਧ ਕੀਤੇ ਹੋਏ ਮੇਮਨੇ ਤੋਂ ਇਲਾਵਾ ਇਸ ਬੁੱਕ ਦੀ ਸੀਲ ਤੋੜਨ ਵਾਲਾ ਕੋਈ ਨਹੀਂ ਆ। ਹਾਲੇਲੂਇਆ, ਹਾਲੇਲੂਇਆ। ਨਾ ਤਾਂ ਧਰਤੀ ਤੇ ਨਾ ਤੇ ਸਵਰਗ ਦੇ ਵਿੱਚ ਪ੍ਰਭੂ ਦੇ ਤੁਲਿਆ ਕੋਈ ਨਿਗਾ। ਹਾਲੇਲੂਇਆ। ਕੋਈ ਪਾਵਰ, ਕੋਈ ਐਂਟੀਟੀ, ਕੋਈ ਕਿੰਗ ਸਾਡੇ ਪ੍ਰਭੂ ਦੇ ਤੁਲਿਆ ਨਹੀਂ ਆ। ਹਾਲੇਲੂਇਆ। ਉਹ ਬੁੱਕ ਦੀ ਸੀਲ ਤੋੜਨ ਵਾਲਾ ਕੌਣ ਆ? ਪਰਮੇਸ਼ਵਰ ਯਿਸੂ ਮਸੀਹ ਆ। ਹਾਲੇਲੂਇਆ। ਅਗਰ ਤੁਹਾਨੂੰ ਉਸ ਪ੍ਰਭੂ ਦਾ ਇਨਕਾਊਂਟਰ ਹੋ ਜਾਵੇ, ਉਹਦਾ ਨਹੀਂ ਜਿਹੜਾ ਤੁਸੀਂ ਪਤਾ ਨਹੀਂ 20 ਸਾਲ 30 ਸਾਲ ਤੋਂ ਸੁਣਦੇ ਆਏ ਹੋ, ਬਾਈਬਲ ਦੇ ਵਿੱਚ ਸੁਣਦੇ ਆਏ ਹੋ, ਸੁਣ ਕੇ ਘਰ ਚਲੇ ਜਾਂਦੇ ਹੋ, ਤੁਹਾਡੀ ਲਾਈਫ ਦੇ ਵਿੱਚ ਚੇਂਜ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਅਸਲੀ ਜੀਸਸ ਦਾ ਇਨਕਾਊਂਟਰ ਨਹੀਂ ਹੋਇਆ। ਤੁਹਾਨੂੰ ਪਤਾ ਨਹੀਂ ਹੈ ਕਿ ਪ੍ਰਭੂ ਕੌਣ ਆ। ਪਰ ਮੇਰੀ ਦੁਆ ਆ, ਮੈਂ ਬਿਲੀਵ ਕਰਦਾ ਕਿ ਅੱਜ ਪ੍ਰਭੂ ਦਾ ਜੋ ਰੈਜ਼ਰੈਕਟਡ ਕ੍ਰਾਈਸਟ ਆ, ਜੋ ਅਸਲੀ ਕ੍ਰਾਈਸਟ ਆ, ਤੁਹਾਨੂੰ ਅੱਜ ਮੇਰੇ ਪ੍ਰਭੂ ਦਾ ਇਨਕਾਊਂਟਰ ਹੋਏਗਾ। ਤੁਸੀਂ ਜਾਣ ਲਓਗੇ, ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਤੁਸੀਂ ਪਾਪਾਂ ਵਾਲੇ ਰਾਹ ਨੂੰ ਛੱਡ ਦਿਓਗੇ ਤੇ ਅਸਲੀ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਲਾ ਦਿਓਗੇ। ਹਾਲੇਲੂਇਆ, ਹਾਲੇਲੂਇਆ। ਸਾਰੇ ਖੜੇ ਹੋਵਾਂਗੇ, ਆਪਣੇ ਆਪ ਨੂੰ ਮਾਸ ਪ੍ਰੇਅਰ ਲਈ ਤਿਆਰ ਕਰਾਂਗੇ ਤਾਂ ਕਿ ਪਰਮੇਸ਼ਵਰ ਅੱਜ ਤੁਹਾਨੂੰ ਆਪਣੀ ਸਾਮਰਥ ਦਿਖਾ ਸਕੇ, ਪਰਮੇਸ਼ਵਰ ਦਾ ਇਨਕਾਊਂਟਰ ਤੁਹਾਡੀ ਲਾਈਫ ਦੇ ਵਿੱਚ ਆ ਸਕੇ। ਹਾਲੇਲੂਇਆ। ਅਮਨ, ਕੈਨ ਯੂ ਕਮ ਪਲੀਜ਼? ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਆਪਣੇ ਆਪ ਨੂੰ ਤਿਆਰ ਕਰੋ ਪ੍ਰਭੂ ਦੇ ਦਰਸ਼ਨ ਦੇ ਲਈ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣ ਲਈ ਆਪਣੇ ਆਪ ਨੂੰ ਤਿਆਰ ਕਰੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਲੀਮ ਅਨੋਇੰਟਿੰਗ, ਰਣਜੀਤ ਅਨੋਇੰਟਿੰਗ ਆਇਲ। ਹਾਲੇਲੂਇਆ। ਅੱਜ ਅਸੀਂ ਅਨੋਇੰਟਿੰਗ ਆਇਲ ਦੇ ਨਾਲ ਪ੍ਰੇਅਰ ਕਰਾਂਗੇ। ਮੇਰਾ ਵਿਸ਼ਵਾਸ ਆ ਇਸ ਅਨੋਇੰਟਿੰਗ ਆਇਲ ਦੇ ਉੱਤੇ ਐਵਰੀ ਸਿੰਗਲ ਡੇ ਕਈ ਘੰਟੇ ਮੇਰੀ ਪ੍ਰੇਅਰ ਆ। ਅਤੇ ਜਦੋਂ ਮੈਂ ਪ੍ਰੇਅਰ ਕਰਦਾ ਆ, ਮੈਂ ਪਰਮੇਸ਼ਵਰ ਨੂੰ ਆਹੀ ਕਹਿੰਦਾ ਕਿ ਪਰਮੇਸ਼ਵਰ ਇਹ ਆਇਲ ਨਹੀਂ ਬਲਕਿ ਪ੍ਰਭੂ ਜੀ ਤੁਹਾਡਾ ਲਹੂ ਆ। ਪ੍ਰਭੂ ਜੀ ਜਿੱਥੇ ਜਿੱਥੇ ਇਹ ਲਹੂ ਤੁਹਾਡਾ ਲੱਗੇ ਉੱਥੇ ਛੁਟਕਾਰਾ। ਹਾਂਜੀ ਹਾਂਜੀ, ਲਿਟਲ ਵਨ। ਮੇਰੀ ਦੁਆ ਇਹੀ ਹੁੰਦੀ ਆ ਕਿ ਪਰਮੇਸ਼ਵਰ ਜਿੱਥੇ ਜਿੱਥੇ ਤੁਹਾਡਾ ਲਹੂ ਲੱਗੇ ਉੱਥੇ ਛੁਟਕਾਰਾ ਹੋਵੇ, ਉੱਥੇ ਡਿਲੀਵਰੈਂਸ ਹੋਵੇ, ਉੱਥੇ ਬੰਧਨ ਟੁੱਟ ਜਾਣ। ਹਾਲੇਲੂਇਆ, ਹਾਲੇਲੂਇਆ। ਇਹ ਅਨੋਇੰਟਿੰਗ ਆਇਲ ਨੂੰ ਅੱਜ ਤੁਸੀਂ ਅਨੋਇੰਟਿੰਗ ਇਕੱਲਾ ਆਇਲ ਨਹੀਂ ਜਾਣੋਗੇ ਬਲਕਿ ਤੁਸੀਂ ਇਹਨੂੰ ਕੀ ਜਾਣੋਗੇ? ਇਹ ਪ੍ਰਭੂ ਦਾ ਲਹੂ ਆ। ਬਾਈਬਲ ਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਦਾ ਤੁਸੀਂ ਪ੍ਰਭੂ ਨੂੰ ਸਮਝੋਗੇ ਉਸ ਤਰ੍ਹਾਂ ਦਾ ਪ੍ਰਭੂ ਤੁਹਾਡੇ ਲਈ ਹੋ ਜਾਏਗਾ। ਹਾਲੇਲੂਇਆ। ਅਗਰ ਤੁਸੀਂ ਸੋਚੋਗੇ ਕਿ ਇਹ ਸਿਰਫ ਇੱਕ ਆਇਲ ਆ ਤਾਂ ਇਹ ਤੁਹਾਡੇ ਲਈ ਆਇਲ ਆ। ਪਰ ਮੈਂ ਜਾਣਦਾ ਹਾਂ, ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠ ਕੇ ਇਸ ਉੱਤੇ ਪ੍ਰੇਅਰ ਕਰਕੇ ਪ੍ਰਭੂ ਦਾ ਸਾਮਰਥ, ਪ੍ਰਭੂ ਦੀ ਅਨੋਇੰਟਿੰਗ ਇਸ ਆਇਲ ਦੇ ਉੱਤੇ ਮੰਗੀ ਆ
ਤੇ ਮੈਂ ਬਲੀਵ ਕਰਦਾ ਆ ਕਿ ਅੱਜ ਜਦੋਂ ਇਹ ਲੱਗੇਗਾ ਤੁਹਾਡੇ ਉੱਪਰ ਲੱਗੇਗਾ ਤੇ ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ, ਬਲਕਿ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਏਗੀ। ਸਾਰੇ ਇਹਨੂੰ ਆਪਣੇ ਮੱਥੇ ਦੇ ਨਾਲ ਲਗਾਓ, ਅੱਖਾਂ ਨੂੰ ਬੰਦ ਕਰਕੇ, ਹੱਥਾਂ ਨੂੰ ਉਠਾ ਕੇ। ਹਾਲੇਲੂਇਆ, 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 ਹਾਲੇਲੂਇਆ। ਸਾਰੇ ਆਪਣੇ ਮੱਥੇ ਨੂੰ ਲਗਾਓ, ਆਪਣੇ ਮੱਥੇ ਨੂੰ ਲਗਾ ਕੇ ਸਾਰੇ ਇੱਕ ਦਰਸ਼ਨ ਦੇਖਾਂਗੇ ਕਿ ਜਿਹੜਾ ਆਇਲ ਆ ਇਹ ਆਇਲ ਨਹੀਂ ਬਲਕਿ ਪ੍ਰਭੂ ਦਾ ਲਹੂ ਆ। ਹਾਲੇਲੂਇਆ। ਅੱਖਾਂ ਨੂੰ ਬੰਦ ਕਰਕੇ ਪ੍ਰਭੂ ਦੇ ਲਹੂ ਨੂੰ ਯਾਦ ਕਰਾਂਗੇ, ਪ੍ਰਭੂ ਦੇ ਲਹੂ ਨੂੰ ਯਾਦ ਕਰਾਂਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ।